मैं पैसे जरूर जिंदगी दे विच थोड़े घट कमाए आ, पर मैं सज्जन बड़े कमाए आ। मैं सिख के इस करके आया कि कंप्यूटर सिंगर नहीं मैं बनना चाहता सीगा। अजकल तो डीकोडर का जमाना, मैं तुहानू कलाकार बनाना, तुसीं गल मुंडा वैली हो गया नी, जट वैली हो गया नी, वैलणे तेरियां दुखां दा मारा। बाब रोले च स्पीड बहुत होंदी आ, भरियां ਚੱਕ ਚੱਕ मारदा कणक ਦੀਆਂ ਤਾਂ ਨੂੰ, पर आउंदा बहुत थोड़े समय ਲਈ ਹੁੰਦਾ। ਇੱਥੇ ਗੌਰਮੈਂਟਾਂ ने कदी ਕਿਸੇ ਲਈ ਕੱਖ नहीं ਕੀਤਾ ਤਾਂ ना ही करना आ। जिन्ने लीडर है ਜਿਹੜੇ भी आ, ਇਹ ਲੁੱਟ ਕੇ ਖਾ ਗਏ, ਇਹਨਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਦਾ। ਕਿੰਨੀਆਂ ਕਿੰਨੀਆਂ ਇਹ ਜਿਹੜੀਆਂ ਤਨਖਾਹਾਂ ਲੈਂਦੇ ਆ, ਫਿਰ ਇਹਨਾਂ ਦੀਆਂ ਪੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਆ। ਠੀਕ ਹੈ, ਕਿਹੜੀ ਗੱਲ ਦੀਆਂ ਵੀ ਪੈਨਸ਼ਨਾਂ? ਇਹ ਕਿਹੜੇ ਬਾਰਡਰ ਦੇ ਉੱਤੇ ਨੌਕਰੀ ਕਰਕੇ ਆਏ ਆ? नहीं सियासत में आने का इरादा नहीं, पर ऐतकी इलैक्शन दे विच मैं भरिया पीता पिया, मैं इन्हां दे पोतले जरूर फरूलूंगा जरूर। जो गल पैण लई उठिया तो फिर बज्जी, फिर तो बज्जनी लाजमी सी। मैं अपने ड्राइवर नूं कहा गेट दा ला दे कुंडा ते गड्डी चों बेसबाल कढ के फड़ा मैनूं। उत्थे लम्मा पा के तो मैनूं ओहदे इस करके मैं ओहदे ठोकियां कि गांह जिथे काम करन जाऊगा किसी दे बूटे नूं हत्थ नहीं लाऊगा। सानू लगदी है जान तो प्यारी, सोहणीए नी सच्ची सौ लगे, साडी इश्क तेरे ने मत मारी, सोहणीए नी सच्ची सौ लगे, नी तेरी सौ लगे। ਉੱਚਾ ਲੰਮਾ ਗੱਭਰੂ ਤੇ ਉਹਦੀ ਉੱਚੀ ਲੰਮੀ ਹੇਕ, ਆ ਫੜ ਮਾਏ ਪੂਣੀਆਂ ਤੇ ਮੈਨੂੰ ਮੁੰਡਾ ਲੈਣ ਦੇ ਦੇਖ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੀਆਂ ਸ਼ੁਰੂਆਤੀ ਸਤਰਾਂ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਬੁਲੰਦ ਆਵਾਜ਼ ਹੋਏਗੀ, ਖੂਬਸੂਰਤ ਚਿਹਰਾ ਹੋਏਗਾ, ਔਰ ਉਹ ਚਿਹਰਾ ਤੇ ਬੁਲੰਦ ਆਵਾਜ਼ ਜਿਹਨੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਘਰ ਕੀਤਾ ਆ। ਗੀਤਾਂ ਦੀ ਗੱਲ ਕਰਾਂ ਤੇ ਇੱਕ ਲੰਬੀ ਫਹਿਰਿਸਤ ਹੈ। ਮੇਰਾ ਖਿਆਲ ਹੈ ਕਿ ਪ੍ਰੋਗਰਾਮ ਉਹਨਾਂ ਪੋਪੂਲਰ ਗੀਤਾਂ ਦਾ ਨਾਮ ਲੈਣ ਦੇ ਵਿੱਚ ਨਿਕਲ ਜਾਏਗਾ। ਸਿਰਫ 2-3 ਗੀਤਾਂ ਦੀ ਗੱਲ ਕਰਨੀ ਆ, ਸੱਚੀ ਸੌਂ ਲੱਗੇ। ਮੇਰਾ ਖਿਆਲ ਹੈ ਕਿ ਇੰਨਾ ਕਹਿਣ ਨਾਲ ਤੁਸੀਂ ਸਮਝ ਗਏ ਹੋਵੋਗੇ। ਗੀਤਕਾਰ, ਗਾਇਕ ਤੇ ਇੱਕ ਕਿਸੇ ਸਮੇਂ ਕੰਪਨੀ ਦੇ ਮਾਲਕ ਰਹੇ ਮੰਗੀ ਮਾਲ ਹੋਰੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਮੰਗੀ ਮਾਲ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਟੀਵੀ ਪੰਜਾਬ ਦੇ ਪ੍ਰੋਗਰਾਮ ਸੰਵਾਦ ਦੇ। ਸਭ ਤੋਂ ਪਹਿਲਾਂ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਟੀਵੀ ਪੰਜਾਬ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਮਾਲ ਸਾਹਿਬ, ਗਾਇਕੀ ਤੁਹਾਡੀ ਨੂੰ ਜੱਗ ਜਾਣਦਾ ਆ, ਗੀਤਕਾਰੀ ਨੂੰ ਸਭ ਲੋਕ ਜਾਣਦੇ ਆ। ਆਮ ਤੌਰ 'ਤੇ ਕੀ ਹੁੰਦਾ ਕਿ ਗੀਤਕਾਰ ਗਾਇਕੀ ਦੇ ਵੱਲ ਉਦੋਂ ਆਉਂਦਾ ਜਦੋਂ ਉਹਨੂੰ ਲੱਗਦਾ ਹੈ ਕਿ ਸ਼ਾਇਦ ਗੀਤਕਾਰੀ ਦੇ ਵਿੱਚ ਉਸ ਤਰੀਕੇ ਨਾਲ ਨਾਮ ਤੇ ਨਾਮਾ ਦੋਨੋਂ ਚੀਜ਼ਾਂ ਜਿਹੜੀਆਂ ਉਹ ਨਹੀਂ ਬਣਦੀਆਂ। ਤੁਸੀਂ ਕਿਸ ਸਬਬ ਨਾਲ ਆਏ, ਨਾਮ ਤੇ ਨਾਮਾ ਲੈਣ ਲਈ ਆਏ ਸੀਗੇ ਜਾਂ ਕਾਰਨ ਗੀਤਕਾਰੀ ਤੋਂ ਗਾਇਕੀ ਦੇ ਵਿੱਚ ਆਉਣ ਦੇ ਕੁਝ ਹੋਰ ਸੀਗੇ? ਮੇਰਾ ਇਹ ਸ਼ੌਂਕ ਸੀਗਾ ਭਾਜੀ, ਮੇਰੇ ਜਿੱਦਾਂ ਇਨਸਾਨ ਦੀਆਂ ਦੋਨੇ ਬਾਹਾਂ ਹੁੰਦੀਆਂ ਨੇ ਨਾ, ਮੇਰੇ ਲਈ ਇੱਕੋ ਜਿਹੀਆਂ ਚੀਜ਼ਾਂ ਸੀਗੀਆਂ, ਗੀਤਕਾਰੀ ਵੀ ਤੇ ਗਾਇਕੀ ਵੀ। ਜਦੋਂ ਮੈਂ ਗੀਤ ਲਿਖਦਾ ਸੀ ਮੈਂ ਗਾਉਂਦਾ ਵੀ ਸੀ, ਪਰ ਉਦੋਂ ਮੈਂ ਪ੍ਰੋਫੈਸ਼ਨਲ ਤੌਰ 'ਤੇ ਇਹਦੇ ਵਿੱਚ ਨਹੀਂ ਸੀ ਆਇਆ। ਉਹਦੇ ਵਿੱਚ ਕੀ ਸੀ ਕਿ ਮੈਂ ਆਪਣੇ ਮਿੱਤਰਾਂ ਲਈ, ਜਿਹੜੀ ਤੁਸੀਂ ਕੰਪਨੀ ਦੀ ਗੱਲ, ਮੈਨੂੰ ਲੱਗਦਾ ਕਾਫੀ ਭੇਤੀ ਲੱਗਦੇ ਹੋ ਇਹਨਾਂ ਚੀਜ਼ਾਂ ਦੇ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ। ਮੈਂ ਕੰਪਨੀ ਬਣਾਈ ਸੀ MMC, ਜਿਹਦੇ ਵਿੱਚ KS ਮੱਖਣ ਨੂੰ ਲੈ ਕੇ ਆਂਦਾ, ਜਿਹਦੇ ਵਿੱਚ ਲੈਂਬਰ ਹੁਸੈਨਪੁਰੀ ਦੀ ਪਹਿਲੀ ਕੈਸਟ ਮੈਂ ਹੀ ਕੀਤੀ ਆ, ਜਗਤਾਰ ਬਰਿਆਣਵੀ, ਮੋਹਨਵੀਰ ਮੱਲੀ ਦਾ ਕਾਫੀ ਨੰਬਰ ਕੀਤੇ। ਉਹ 'ਚ ਮੈਂ ਸਕਸੈਸ ਨਹੀਂ ਹੋਇਆ, ਕਿਉਂਕਿ ਵਪਾਰ ਕਰਨਾ ਸਾਨੂੰ ਆਉਂਦਾ ਨਹੀਂ। ਇਹ ਸਾਡੇ ਜੱਟਾਂ ਦੇ ਵੱਸ ਦਾ ਰੋਗ ਨਹੀਂ ਵਪਾਰ ਕਰਨਾ, ਕਲਾਕਾਰ ਦੇ ਵੱਸ ਦਾ ਰੋਗ ਵੀ ਨਹੀਂ ਵਪਾਰ ਨਹੀਂ ਹੋਇਆ। ਤੇ ਮੈਂ ਉਸ ਕੰਪਨੀ ਦੇ ਵਿੱਚ ਮੈਂ ਫੇਲ ਹੋਇਆ। ਪਰ ਗੀਤ ਲਿਖਣ ਦਾ ਸ਼ੌਂਕ ਸੀ ਤੇ ਗਾਉਣ ਦਾ ਸ਼ੌਂਕ ਸੀ। ਸਬੱਬ ਦੇ ਨਾਲ ਮੈਨੂੰ ਪਹਿਲਾ ਮੌਕਾ ਅਮਰੀਕਾ ਦੇ ਵਿੱਚ 98 ਦੇ ਵਿੱਚ ਜਾਣ ਦਾ ਮਿਲਿਆ। ਸੋ ਉੱਥੇ ਮੈਂ ਜਿੱਦਾਂ ਨਵੇਂ ਕਲਾਕਾਰ ਨੂੰ ਸਟਾਰਟਿੰਗ ਦੇ ਵਿੱਚ 1-2 ਗੀਤਾਂ ਦਾ ਮੌਕਾ ਮਿਲਦਾ ਗਾਉਣ ਦਾ, ਮੈਂ 1-2 ਗੀਤ ਗਾਉਂਦਾ ਸੀਗਾ। ਬਾਕੀ ਸੀਨੀਅਰ ਆਰਟਿਸਟ ਸੀਗੇ ਸਾਰੇ। ਜਦੋਂ ਮੈਂ ਦੇਖਦਾ ਸੀ ਇੰਨੀ ਯਾਰ ਮੁਹੱਬਤ ਮਿਲ ਰਹੀ, ਇੰਨਾ ਪਿਆਰ ਮਿਲ ਰਿਹਾ, ਤੇ ਮੇਰੇ ਸਾਰੇ ਤਾਇਆਂ ਚਾਚਿਆਂ ਦੇ ਮੁੰਡੇ, ਮੇਰੀ ਤਕਰੀਬਨ ਫੈਮਿਲੀ ਸਾਰੀ, ਮੇਰੀ ਭੂਆ, ਤਾਏ, ਚਾਚੇ ਸਭ ਬਾਹਰ ਨੇ, ਮੈਂ ਇਕੱਲਾ ਇੱਥੇ ਆਪਣੀ ਫੈਮਿਲੀ 'ਚੋਂ। ਉਹ ਮੈਨੂੰ ਕਹਿੰਦੇ, ਉਹ ਲੈ ਤੇਰੀ ਰੱਬ ਨੇ ਸੁਣ ਲਈ ਆ, ਹੁਣ ਤਾਂ ਸਿੱਧਾ ਹੀ ਅਮਰੀਕਾ ਆ ਗਿਆ, ਹੁਣ ਨਾ ਜਾਈ ਮੁੜ ਕੇ। ਪਰ ਮੈਂ 17 ਦਿਨਾਂ ਬਾਅਦ ਵਾਪਸ ਆ ਗਿਆ ਸੀ। ਮੈਂ ਇਹੀ ਧਾਰ ਲਿਆ ਵੀ ਹੁਣ ਮਿੱਤਰਾ ਸਿੱਖਣਾ ਆ ਤੇ ਸਿੱਖ ਕੇ ਗਾਉਣਾ ਆ। ਕਿੰਨੀ ਮੁਹੱਬਤ ਮਿਲਦੀ ਆ ਹੈ ਨਾ ਸਾਡੇ ਪੰਜਾਬੀਆਂ ਤੋਂ। ਸੋ ਗੱਲ ਉਹੀ ਰਹੀ। ਫਿਰ ਮੈਂ ਪੈਸੇ ਜ਼ਰੂਰ ਜ਼ਿੰਦਗੀ ਦੇ ਵਿੱਚ ਥੋੜ੍ਹੇ ਘੱਟ ਕਮਾਏ ਆ, ਪਰ ਮੈਂ ਸੱਜਣ ਬੜੇ ਕਮਾਏ ਆ। ਮੈਂ ਯਾਰੀ ਬਹੁਤ ਕਮਾਈ ਆ। ਮੈਂ
ਮੈਂ ਰਿਸ਼ਤੇ ਕਮਾਏ ਨੇ ਬਹੁਤ ਜ਼ਿਆਦਾ। ਸੋ ਜਦੋਂ ਦਾ ਮੈਂ ਗਾਉਣਾ ਆ ਮੈਨੂੰ ਲੱਗਦਾ ਕਿ ਉਦੋਂ ਦਾ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਚਾਹੁਣ ਵਾਲਿਆਂ ਨੇ, ਮੈਨੂੰ ਮੁਹੱਬਤ ਕਰਨ ਵਾਲਿਆਂ ਨੇ ਕਦੀ ਵੀ ਕਮੀ ਨਹੀਂ ਆਉਣ ਦਿੱਤੀ ਰੁਜ਼ਗਾਰ ਦੀ। ਮਤਲਬ ਕਿ ਰੁਜ਼ਗਾਰ ਦਾ ਕਹਿਣ ਦਾ ਮਤਲਬ ਵੀ ਪ੍ਰੋਗਰਾਮ ਉਹ ਨਿਰੰਤਰ ਚੱਲਦੇ ਹੀ ਰਹਿੰਦੇ ਨੇ, ਹੁਣ ਤੱਕ ਚੱਲਦੇ ਆ ਜੀ। ਅੱਛਾ, ਜਿਵੇਂ ਤੁਸੀਂ ਕਿਹਾ ਕਿ ਜਿਹੜੀ ਕਮਾਈ ਤੁਸੀਂ ਕੀਤੀ ਹੈ, ਮੇਰਾ ਖਿਆਲ ਹੈ ਕਿ ਜਿਹੜੀ ਕਮਾਈ ਦੀ ਤੁਸੀਂ ਗੱਲ ਕਰ ਦਿੱਤੀ ਹੈ ਉਹ ਕਮਾਈ ਤਾਂ ਇਹੋ ਜਿਹੀ ਹੈ ਕਿ ਜਿਹਦੇ ਵਿੱਚ ਨਾ ਕਦੀ ਘਾਟਾ ਪੈਂਦਾ ਆ, ਨਾ ਕੋਈ ਲੁੱਟ ਕੇ ਲਿਜਾ ਸਕਦਾ ਆ, ਤੇ ਨਾ ਕਿਤੇ ਉਤਰਾ ਚੜਾਉਂਦੇ ਆ। ਉਹ ਕਮਾਈ ਉਸੇ ਤਰੀਕੇ ਨਾਲ ਬਰਕਰਾਰ ਰਹਿੰਦੀ, ਵੱਧਦੀ ਆ, ਘਟਦੀ ਨਹੀਂ ਆ। ਪਰ ਆਪਾਂ ਗੱਲ ਤੁਹਾਡੀ ਗਾਇਕੀ ਦੀ ਕਰੀਏ, ਤੁਸੀਂ ਕਹਿੰਦੇ ਕਿ ਉੱਥੋਂ ਆਣ ਕੇ ਸਿੱਖਿਆ ਤੇ ਸਿੱਖ ਕੇ ਗਾਉਣਾ ਸ਼ੁਰੂ ਕੀਤਾ ਜੀ। ਇਹ ਬੜੀ ਅਚੰਭੇ ਵਾਲੀ ਗੱਲ ਹੈ। ਅੱਜ ਕੱਲ੍ਹ ਜਦੋਂ ਅਸੀਂ ਕਲਾਕਾਰ ਦੇਖਦੇ ਹਾਂ ਜਿਹਦੇ ਗੀਤ ਥੋੜ੍ਹੇ ਬਹੁਤੇ ਚੱਲ ਜਾਂਦੇ ਆ ਜਾਂ ਕੁਝ ਸੁਣ ਲੈਂਦਾ ਮਾੜਾ ਮੋਟਾ, ਤੇ ਫਿਰ ਸਿੱਖਣ ਵਾਲੀ ਤੇ ਬਹੁਤ ਪਿੱਛੇ ਰਹਿ ਜਾਂਦੀ ਗੱਲ। ਫਿਰ ਤਾਂ ਬੰਦਾ ਕਹਿੰਦਾ ਕੋਈ ਗੱਲ ਨਹੀਂ, ਮੰਚ ਤੇ ਗਾਵਾਂਗੇ, ਸਟੇਜ ਤੇ ਗਾਵਾਂਗੇ, ਗਾਉਂਦੇ ਗਾਉਂਦੇ ਆਪੇ ਹੀ ਸਿੱਖਿਆ ਜਾਣਾ। ਬਹੁਤ ਸਾਰੇ ਲੋਕ ਹੈ ਜਿਹੜੇ ਬਿਨਾਂ ਸਿੱਖਿਆ ਗਾਈ ਜਾਂਦੇ ਔਰ ਪਾਪੂਲਰ ਵੀ ਹੈ ਇਸ ਵੇਲੇ, ਲੋਕ ਸੁਣਦੇ ਨੇ ਉਹਨਾਂ ਨੂੰ। ਸਿੱਖਣ ਵੱਲ ਨੂੰ ਵਾਪਸ ਪਰਤਣ ਦੀ ਕਿਉਂ ਕੋਸ਼ਿਸ਼ ਕੀਤੀ ਹੈ? ਕੁਝ ਖਾਸ ਕਾਰਨ ਸੀ ਇਹਦੇ, ਜਾਂ ਲੱਗਦਾ ਸੀ ਕਿ ਨਹੀਂ ਪੱਕੇ ਪੈਰੀਂ ਇਸ ਫੀਲਡ ਦੇ ਵਿੱਚ ਉਤਰਾਂਗੇ ਤਾਂ ਫੇਰ ਹੀ ਗੱਲ ਬਣਨੀ ਆ? ਮੈਂ ਭਾਜੀ ਜਦੋਂ ਵੀ ਆਇਆ ਕਿਸੇ ਵੀ ਕੰਮ ਨੂੰ ਮੈਂ ਜਦੋਂ ਹੱਥ ਪਾਉਣਾ ਮੈਂ ਪੱਕੇ ਪੈਰੀ ਪਾਉਣਾ, ਮੇਰੀ ਇੱਕ ਆਦਤ ਆ। ਮੈਂ ਸਿੱਖ ਕੇ ਇਸ ਕਰਕੇ ਆਇਆ ਕਿ ਕੰਪਿਊਟਰ ਸਿੰਗਰ ਨਹੀਂ ਮੈਂ ਬਣਨਾ ਚਾਹੁੰਦਾ ਸੀਗਾ। ਅੱਜ ਕੱਲ੍ਹ ਤਾਂ ਡੀਕੋਡਰ ਦਾ ਜ਼ਮਾਨਾ, ਮੈਂ ਤੁਹਾਨੂੰ ਕਲਾਕਾਰ ਬਣਾ ਦਿੰਦਾ, ਤੁਸੀਂ ਗੱਲ ਆਟੋ ਟੂਨਰ ਲਾ ਕੇ ਬੜਾ ਕੁਝ ਹੁੰਦਾ। ਕਹਿਣ ਦਾ ਮਤਲਬ ਇਹ ਸੀਗਾ ਕਿ ਮੈਂ ਜੇ ਕਿਤੇ ਮੇਰਾ ਕੋਈ ਇੱਕ ਦਾ ਗੀਤ ਹਿੱਟ ਹੋ ਜਾਵੇ ਤੇ ਮੈਨੂੰ ਸਟੇਜ ਦੇ ਉੱਤੇ ਚੜ੍ਹ ਕੇ ਗਾਉਣਾ ਪਵੇ। ਇਹ ਨਾ ਹੋਵੇ ਕਿ ਮੇਰਾ ਗੀਤ ਹੀ ਨਾ ਮੇਰੇ ਤੋਂ ਆਪਣੇ ਤੋਂ ਨਾ ਨਿਭਾ ਹੋਵੇ। ਠੀਕ ਹੈ ਜੀ। ਇਸ ਕਰਕੇ ਸਿੱਖਣਾ ਜ਼ਰੂਰੀ ਆ, ਸਟੇਜ ਲਾਉਣੀ ਜ਼ਰੂਰੀ ਆ। ਔਰ ਸਿੱਖਣ ਦੀ ਗੱਲ ਜਿੱਥੇ ਤੱਕ ਆ ਗਈ ਆ, ਮੈਂ ਅੱਜ ਤੋਂ 19 ਸਾਲ ਪਹਿਲਾਂ ਵੀ ਵਿਦਿਆਰਥੀ ਸੀ ਤੇ ਮੈਂ ਅੱਜ ਵੀ ਵਿਦਿਆਰਥੀ ਹਾਂ। ਮੈਂ ਅੱਜ ਵੀ ਸਟੂਡੈਂਟ ਹਾਂ। ਅੱਜ ਵੀ ਹੋ ਸਕਦਾ ਮੈਂ ਤੁਹਾਡੇ ਕੋਲੋਂ ਕੁਝ ਸਿੱਖ ਕੇ ਜਾਵਾਂ, ਕਿਉਂਕਿ ਜ਼ਿੰਦਗੀ ਰੋਜ਼ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਆ ਤੇ ਵਿਦਿਆਰਥੀ ਬਣ ਕੇ ਜੀਵਨ ਜਿਹੜਾ ਜੀਣਾ ਚਾਹੀਦਾ। ਵਿਦਿਆਰਥੀ ਬਣ ਕੇ ਜੀਵਨ ਜੀਣਾ ਚਾਹੀਦਾ, ਪਰ ਸ਼ੁਰੂਆਤੀ ਕਲਾਸਾਂ ਜਿਹੜੀਆਂ ਹੁੰਦੀਆਂ ਕੱਚੀ ਪਹਿਲੀ, ਪੱਕੀ ਪਹਿਲੀ, ਫਿਰ ਪਹਿਲੀ, ਦੂਜੀ, ਤੀਜੀ, ਉਹਨਾਂ ਦੇ ਵਿੱਚ ਜਿਹੜੇ ਸਾਨੂੰ ਅਧਿਆਪਕ ਸਾਨੂੰ ਪੜ੍ਹਾਉਂਦੇ ਆ ਨਾ, ਉਹ ਸਾਡੀ ਨੀਂਹ ਰੱਖ ਜਾਂਦੇ ਆ ਤੇ ਉਹਦੇ ਤੇ ਨਿਰਭਰ ਕਰਦਾ ਹੁੰਦਾ ਕਿ ਅੱਗੇ ਜਿਹੜੀ ਹਾਇਰ ਸਟੱਡੀ ਹੋਣੀ ਆ ਸਾਡੀ ਉਹ ਕਿੱਦਾਂ ਦੀ ਹੋਣੀ ਆ। ਉਹ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਸਿੱਖਣ ਦੀ ਗੱਲ ਕਰਦੇ ਕਿ ਵਾਪਸ ਆਇਆ ਤੇ ਸਿੱਖਣਾ ਆ ਪੱਕੇ ਪੈਰੀਂ ਆਉਣਾ, ਉਹ ਕੱਚੀ ਪਹਿਲੀ, ਪੱਕੀ ਪਹਿਲੀ ਵਾਲੇ ਅਧਿਆਪਕ ਕਿਹੜੇ ਸੀਗੇ? ਕੋਈ ਜਿਹੜੀ ਰਸਮੀ ਆਪਾਂ ਉਸਤਾਦੀ ਸ਼ਾਗਿਰਦੀ ਕਰਦੇ ਉਸ ਤਰੀਕੇ ਨਾਲ ਅਧਿਆਪਕ ਚੁਣਿਆ ਸੀ, ਆਪਣਾ ਗੁਰੂ ਚੁਣਿਆ ਸੀ, ਜਾਂ ਜਿੱਥੋਂ ਜੋ ਮਿਲਿਆ ਉਹ ਸਿੱਖ ਲਿਆ? ਸ਼ੁਰੂਆਤੀ ਤੌਰ ਤੇ ਜੀ ਮੇਰਾ ਪਿੰਡ ਆ ਬੜਾ ਮੁਬਾਰਕ ਜਿਹਾ, ਛੋਟਾ ਜਿਹਾ ਪਿੰਡ ਆ ਮੇਰਾ, ਜਲੰਧਰ ਤੋਂ ਨਕੋਦਰ ਨੂੰ ਜਾਂਦਿਆਂ ਲੋਹਾਰ ਪ੍ਰਤਾਪਰਾ, ਲੋਹਾਰਾ ਮੇਰਾ ਪਿੰਡ ਆ। ਉਸ ਗਲੀਆਂ ਦੇ ਵਿੱਚ ਬਜ਼ੁਰਗਾਂ ਦੇ ਆਸ਼ੀਰਵਾਦ ਲੈ ਕੇ ਮੈਂ ਜਵਾਨ ਹੋਇਆ। ਸੋ ਉਸ ਪਿੰਡ ਦੇ ਵਿੱਚ ਬੜੇ ਅੱਛੇ ਫਨਕਾਰ ਸੀ ਹਰਪਾਲ ਸ਼ਰਮਾ ਜੀ, ਉਹ ਗਾਉਂਦੇ ਸੀਗੇ ਤੇ ਸ਼ੁਰੂਆਤੀ ਦੌਰ ਦੇ ਵਿੱਚ ਹਾਰਮੋਨੀਅਮ ਤੇ ਹੱਥ ਰੱਖਣੇ ਉਹਨਾਂ ਦੇ ਕੋਲੋਂ ਸਿੱਖੇ। ਫਿਰ ਮੈਂ ਸਿੱਖਿਆ ਪੂਰਨ ਸ਼ਾਹਕੋਟੀ ਸਾਹਿਬ ਤੋਂ ਵੀ ਆ, ਸਿੱਖਿਆ ਵੀ ਆ ਨਾਰੰਗ ਸਾਹਿਬ ਜਿਹੜੇ ਨੇ DAV ਕਾਲਜ ਮੈਂ ਪੜ੍ਹਦਾ ਸੀ, ਉੱਥੋਂ ਵੀ ਸਿੱਖਿਆ। ਮੈਂ ਰੋਜ਼ ਕੋਈ ਜਿੱਥੋਂ ਵੀ ਮੈਨੂੰ ਸਿੱਖਣ ਨੂੰ ਮਿਲਿਆ ਤਾਂ ਮੈਂ ਸਿੱਖਿਆ ਆ। ਠੀਕ ਹੈ। ਜਿਹੜੀ ਗੱਲ ਰਸਮੀ ਤੌਰ ਤੇ ਉਸਤਾਦੀ ਸ਼ਾਗਿਰਦੀ ਦੀ ਤੁਸੀਂ ਕਰਦੇ ਆ, ਉਹ ਮੈਂ ਹਜੇ ਤੱਕ ਨਹੀਂ ਕੀਤੀ, ਕਿਉਂਕਿ ਮੈਂ ਸਿੱਖਣ ਦੇ ਵਿੱਚ ਜਿਹੜਾ ਬਲੀਵ ਕਰਦਾ ਕੋਈ ਜਿਹੜਾ ਉਸਤਾਦ ਆ ਨਾ, ਜੇ ਸੰਗੀਤ ਸਿੱਖਣ ਗਏ ਆ ਨਾ ਤੇ ਫਿਰ ਸਾਨੂੰ ਸੰਗੀਤ ਸਿਖਾਵੇ। ਠੀਕ ਹੈ ਨਾ, ਫਿਰ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਤਾਲੀਮ ਦੇਵੇ ਜਿਹੜੀ ਸੰਗੀਤ ਦੀ, ਹੈ ਨਾ। ਸੋ ਜਦੋਂ ਤੁਸੀਂ ਆਪਣੇ ਦਿਲ ਤੋਂ ਪੂਰਨ ਤੌਰ ਤੇ ਜਿਹੜੇ ਪਰਪੱਕ ਹੋ ਜਾਓ ਕਿ ਯਾਰ ਇੱਥੇ ਚਰਨ ਫੜਨੇ ਨੇ, ਹੁਣ ਇੱਥੇ ਦੇਣੀ ਆ ਗੁਰੂ ਨੂੰ ਪੱਗ, ਹੈ ਨਾ, ਤੇ ਮੈਨੂੰ ਹਜੇ ਤੱਕ ਭਟਕਣਾ ਆ। ਠੀਕ ਹੈ ਨਾ। ਮੈਂ ਸਿੱਖਦਾ ਬਹੁਤ ਆ, ਸਟੂਡੈਂਟ ਮੈਂ ਹੈਗਾ ਆ, ਮੈਂ ਰੋਜ਼ ਸਿੱਖਦਾ, ਕਿਤੋਂ ਵੀ ਸਿੱਖਣ ਨੂੰ ਮੈਨੂੰ ਮਿਲ ਜਾਂਦਾ ਮੈਂ ਸਿੱਖਦਾ, ਪਰ ਬਕਾਇਦਾ ਉਸਤਾਦੀ ਸ਼ਾਗਿਰਦੀ ਹਜੇ ਤੱਕ ਤਾਂ ਮੈਂ ਕਿਸੇ ਨਾਲ ਕੀਤੀ ਨਹੀਂ। ਨੇੜ ਭਵਿੱਖ ਦੇ ਵਿੱਚ ਵੇਖੋ ਕੀ ਬਣਦਾ। ਇਹ ਸਿਰਫ ਭਟਕਣਾ ਆ, ਜਾਂ ਇੱਦਾਂ ਲੱਗਦਾ ਮੰਗੀ ਮਾਲ ਨੂੰ ਕਿ ਇੱਕ ਜਗ੍ਹਾ ਪੱਗ ਦੇਤੀ ਤੇ ਫਿਰ ਉਹ ਬੰਦਿਸ਼ ਵੀ ਹੋ ਜਾਂਦੀ ਆ, ਕੁਝ ਨਾਲ ਰੋਕਾਂ ਵੀ ਲੱਗ ਜਾਂਦੀਆਂ ਜਦੋਂ ਤੁਸੀਂ ਰਸਮੀ ਤੌਰ ਤੇ ਕਿਸੇ ਦੇ ਦਰ ਦੇ ਵਿੱਚ ਜਾ ਕੇ ਉਹਨੂੰ ਉਸਤਾਦ ਧਾਰ ਲੈਂਦੇ ਹੋ? ਨਹੀਂ, ਦੇਖੋ ਸਿਆਣੇ ਕਹਿੰਦੇ ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਗੁਰੂ ਤਾਂ ਤੈਨੂੰ ਬਣਾਉਣਾ ਹੀ ਪੈਂਦਾ। ਠੀਕ ਹੈ ਨਾ। ਮੈਂ ਤੁਹਾਨੂੰ ਕਹਿੰਦਾ ਵੀ ਜੇ ਤੋਂ ਵੀ ਮੈਂ ਸਿੱਖਦਾ, ਉਹ ਮੇਰੇ ਸਾਰੇ ਗੁਰੂ ਆ ਜਿਨ੍ਹਾਂ ਦੇ ਕੋਲੋਂ ਮੈਂ ਸਿੱਖਿਆ ਯਾਰ, ਉਹ ਸਾਰੇ ਮੇਰੇ ਗੁਰੂ ਨੇ ਜਿਨ੍ਹਾਂ ਦੇ ਕੋਲੋਂ ਵੀ ਮੈਂ ਸਿੱਖਿਆ। ਮਤਲਬ ਕਿ ਕੋਈ ਵੀ ਚੀਜ਼ ਸਿੱਖ ਲਈ, ਚਾਹੇ ਮੈਂ ਰਿਦਮ ਬਾਰੇ ਸਿੱਖ ਲਿਆ ਜਾਂ ਹਾਰਮੋਨੀਅਮ ਬਾਰੇ ਸਿੱਖ ਲਿਆ, ਜਿੰਨੇ ਬੰਦਿਆਂ ਤੋਂ ਮੈਂ ਸਿੱਖਿਆ। ਹੁਣ ਮੈਂ ਨਾਂ ਲੈਣ ਲੱਗਾ ਤੇ ਮੈਨੂੰ ਲੱਗਦਾ ਇੰਟਰਵਿਊ ਦੇ ਵਿੱਚ ਲੰਬੀ ਹੋ ਜਾਣੀ ਹੈ, ਕਿਉਂਕਿ ਮੈਂ ਬਹੁਤ ਲੋਕਾਂ ਦੇ ਕੋਲੋਂ ਸਿੱਖਿਆ। ਉਹ ਮੇਰੇ ਸਾਰੇ ਸਤਿਕਾਰਯੋਗ ਨੇ, ਮੇਰੇ ਸਾਰੇ ਉਸਤਾਦ ਨੇ। ਠੀਕ ਹੈ। ਜਿਹੜੀ ਰਸਮੀ ਗੱਲ ਆ ਉਹ ਮੈਂ ਹਜੇ ਨਹੀਂ ਕੀਤੀ। ਮੈਂ ਤੁਹਾਨੂੰ ਇਹ ਕਿਹਾ ਵੀ ਮੈਂ ਰਸਮ ਕਿਸੇ ਨਾ ਕਿਸੇ ਵੇਲੇ, ਮੇਰਾ ਅੰਦਰ ਆਤਮਾ ਜਿਹੜੀ ਕਹਿੰਦੀ ਮੈਂ ਕਿਸੇ ਨਾ ਕਿਸੇ ਵੇਲੇ ਉਹ ਜਿਹੜੀ ਰਸਮੀ ਜ਼ਰੂਰ ਕਰੂੰਗਾ। ਤੇ ਦੇਖੋ ਨੇੜ ਭਵਿੱਖ ਦੇ ਵਿੱਚ ਕਦੋਂ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਨਿਖਾਰ ਬਰਕਰਾਰ ਰਹਿਣਾ ਚਾਹੀਦਾ ਕਿ ਉਹ ਰਸਮਾਂ ਨਿਭਾਈਆਂ ਜਾਂ ਨਹੀਂ ਨਿਭਾਈਆਂ, ਮੇਰਾ ਖਿਆਲ ਹੈ ਕਿ ਉਹ ਬਹੁਤੇ ਮਾਇਨੇ ਵੀ ਜਿਹੜੀਆਂ ਉਹ ਗੱਲਾਂ ਨਹੀਂ ਰੱਖਦੀਆਂ। ਇੱਕ ਨੁਕਤਾ ਤੁਹਾਡੀ ਗਾਇਕੀ ਦੇ ਨਾਲ ਜੁੜੀਆਂ ਗੱਲਾਂ ਕਰਨੀਆਂ ਹੀ ਕਰਨੀਆਂ ਆਪਾਂ, ਪਰ ਇੱਕ ਸ਼ੁਰੂਆਤ ਦੇ ਵਿੱਚ ਤੁਸੀਂ ਕਿਹਾ ਕਿ ਭੇਤੀ ਲੱਗਦੇ ਹੋ, ਮੇਰੇ ਕੰਪਨੀ ਵਾਲੀ ਗੱਲ ਜਿਹੜੀ ਆ ਉਹ ਤੁਹਾਨੂੰ ਪਤਾ ਹੈ।
ਤੁਸੀਂ ਇਹ ਗੱਲ ਕਹੀ ਆ ਕਿ ਜਿਹੜੇ ਵੀ ਖੇਤਰ 'ਚ ਗਏ ਆ ਪੱਕੇ ਪੈਰੀ ਗਏ ਆ। ਅੱਜ ਜਦੋਂ ਬਿਜ਼ਨਸ ਕਰਨਾ ਸੀ, ਕੰਪਨੀ ਖੋਲਣੀ ਸੀਗੀ, ਉਸ ਸਮੇਂ ਪੈਰ ਪਹਿਲਾਂ ਪੱਕੇ ਨਹੀਂ ਕੀਤੇ ਜਾਂ ਸਲਾਹ ਮਸ਼ਵਰਾ ਨਹੀਂ ਕਿਸੇ ਨਾਲ ਕੀਤਾ, ਤਾਂ ਕਰਕੇ ਉਸ ਤੋਂ ਬਾਅਦ ਘਾਟੇ ਵਾਧੇ ਜਿਹੜੇ ਉਹ ਦੇਖਣੇ ਪਏ, ਜਾਂ ਵੈਸੇ ਹੀ ਉਸ ਸਮੇਂ ਸਥਿਤੀਆਂ ਇਦਾਂ ਦੀਆਂ ਸੀਗੀਆਂ, ਲੱਗਾ ਕਿ ਇਹ ਕੰਮ ਕਰਨਾ ਆ ਤੇ ਕਰ ਗੁਜ਼ਰਨਾ ਆ, ਜੋ ਘਾਟਾ ਵਾਧਾ ਹੋਊਗਾ ਦੇਖੀ ਜਾਊਗੀ? ਨਹੀਂ, ਉਹ ਦੌਰ ਦੇਖੋ ਐਸਾ ਸੀਗਾ, ਉਸ ਦੌਰ ਨੇ ਬੜਾ ਕੁਝ ਸਿਖਾਇਆ, ਤਾਂ ਹੀ ਕਰਕੇ ਕਹਿੰਦਾ ਵੀ ਪੱਕੇ ਪੈਰੀ ਵੀ ਸਿੱਖ ਕੇ ਜਾਣਾ ਜਦੋਂ ਆਉਣਾ। ਕਿਉਂਕਿ ਜਦੋਂ ਬੰਦਾ ਡਿੱਗਦਾ ਨਾ ਮੂੰਹ ਦੇ ਪਾ, ਫਿਰ ਬੰਦੇ ਨੂੰ ਪਤਾ ਲੱਗਦਾ ਕਿ ਨਹੀਂ ਯਾਰ ਆ ਤਾਂ ਠਿੱਬੀਆਂ ਲੱਗ ਗਈਆਂ। ਤੇ ਉਦੋਂ ਆਪਣੇ ਨੇ ਲੁੱਟ ਲਿਆ ਸੀਗਾ, ਸਾਨੂੰ ਵਿਸ਼ਵਾਸ ਹੀ ਨਹੀਂ ਸੀ ਹੁੰਦਾ। ਸੀ ਉਹ ਕੈਸਟਾਂ ਬਣਾਉਣੀਆਂ, ਜਿਹਨੂੰ ਦੇਣੀਆਂ ਉਹ ਕਾਰਡ ਹੁੰਦੇ ਸੀ ਉਦੋਂ ਕੈਸਟਾਂ ਦੇ, ਠੀਕ ਹੈ ਜੀ। ਉਹ ਪਤੰਦਰ ਪਹਿਲਾਂ ਡਿਜ਼ਾਈਨਰ ਦੇ ਨਾਲ ਰਲਿਆ ਹੁੰਦਾ ਸੀਗਾ, ਸਾਡੇ ਡੱਬੇ 4 ਆਉਣੇ, ਉਹਨੇ 30 ਵੇਚੇ ਹੁੰਦੇ ਸੀਗੇ, ਠੀਕ ਹੈ ਨਾ। ਜੇ ਤੋਂ ਅਸੀਂ ਕੈਸਟਾਂ ਬਣਾਉਂਦੇ ਸੀ ਉਹੀ ਪਤੰਦਰ ਵੇਚੀ ਗਿਆ। ਡੁਪਲੀਕੇਟ ਨਹੀਂ, ਕਾਰਡ ਵੀ ਓਰੀਜਨਲ। ਜੇ ਤੋਂ ਮੰਨ ਲਓ ਮੈਂ ਤੁਹਾਡੇ ਤੋਂ ਕਾਰਡ ਬਣਾਏ ਆ, ਤੁਸੀਂ ਮੈਨੂੰ, ਮੈਂ ਕੈਸਟਾਂ ਬਣਾ ਰਿਹਾ ਮੰਨ ਲਾ, ਮੈਂ ਤੁਹਾਨੂੰ ਦੱਸਿਆ ਕਿ ਆਹ ਬੰਦਾ ਕਾਰਡ ਬਹੁਤ ਵਧੀਆ ਬਣਾਉਂਦਾ ਜੀ, ਜਿਹੜੇ ਬਣਦੇ ਆ, ਮੈਂ ਤੁਹਾਡੇ ਤੋਂ ਬਣਾ ਲੈ, ਮੇਰੇ ਤਾਂ ਪਹਿਲਾਂ ਲਿੰਕ ਆ ਤੁਹਾਡੇ ਨਾਲ, ਮੈਂ ਸਿੱਧੇ ਕਾਰਡ ਲੈ ਲੈਣੇ, ਠੀਕ ਹੈ ਨਾ। ਮੇਰੇ ਲਿੰਕ ਵੀ ਬਣੇ ਆ ਪਹਿਲਾਂ, ਜਿਨ੍ਹਾਂ ਦੇ ਕੋਲ ਡੀਲਰਾਂ ਤੋਂ ਕੈਸਟਾਂ ਜਾਂਦੀਆਂ ਆ, ਉਹਨਾਂ ਦੇ ਕੋਲ ਪਹਿਲਾਂ ਹੀ ਡੱਬੇ ਪਹੁੰਚ ਜਾਣੇ, ਠੀਕ ਹੈ ਨਾ। ਸਾਡੇ ਜਾਣੇ 4, ਉਹਦੇ ਜਾਣੇ 20, ਕੈਸਟ ਸਾਡੀ ਵਿਕਣੀ। ਹਾਂ, ਸਾਡੇ ਬਸ ਸੈਟਿੰਗਾਂ ਤੇ। ਇਸ ਦੁਨੀਆ ਦੇ ਵਿੱਚ ਇਮਾਨਦਾਰੀ ਬਹੁਤ ਘੱਟ ਆ, ਠੱਗ ਤੇ ਚੋਰ ਬਹੁਤ ਜ਼ਿਆਦੇ ਨੇ। ਤੁਸੀਂ ਵੀ ਪਤਾ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਜੀਂਦੇ ਹੋ। ਹੁਣ ਜ਼ਰੂਰ ਇੱਕ ਕੰਮ ਬਹੁਤ ਵਧੀਆ ਆ ਗਿਆ ਵਾ। ਇੱਕ ਦੇਖੋ, ਹਰ ਚੀਜ਼ ਦੇ 2 ਪਹਿਲੂ ਹੁੰਦੇ ਨੇ, ਇੱਕ ਨੈਗੇਟਿਵ ਹੁੰਦਾ, ਇੱਕ ਪੋਜ਼ਿਟਿਵ ਹੁੰਦਾ। ਨੈਗੇਟਿਵ ਜਿਹੜਾ ਆ ਗਿਆ ਉਹ ਇਹ ਆ ਗਿਆ ਕਿ ਲੋਕ ਸਿੱਖਣੋਂ ਹਟ ਗਏ, ਮਤਲਬ ਕਿਸੇ ਦੀ ਕਦਰ ਨਹੀਂ ਰਹੀ, ਆਪਣੇ ਤੋਂ ਵੱਡੇ ਦਾ ਸਤਿਕਾਰ ਨਹੀਂ ਰਿਹਾ, ਹੈ ਨਾ। ਮੇਰੀ ਆਦਤ ਹੈ, ਮੈਂ ਵੱਡੇ ਦਾ ਆਪਣੇ ਤੋਂ ਸਤਿਕਾਰ ਕਰਦਾ ਤੇ ਨਿੱਕੇ ਨੂੰ ਪਿਆਰ ਕਰਦਾ। ਇਹ ਦੋਨੇ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਇਹ ਯੁੱਗ ਆਉਣ ਦੇ ਨਾਲ ਇਹ ਹੋਇਆ, ਇੱਕ ਪਾਸੇ ਘਟ ਆ ਗਿਆ ਕਿ ਸਤਿਕਾਰ ਘਟ ਗਿਆ, ਜਿਹੜੇ ਸਿਖਾਉਣ ਵਾਲੇ ਸੀ ਉਹ ਉਸਤਾਦ ਜਾਂਦੇ ਲੱਗੇ, ਠੀਕ ਹੈ ਜੀ। ਪਤਾ ਵੀ ਹੁਣ ਜਿੱਦੇ ਸਿੱਧੇ ਗਏ ਜਾ ਕੇ ਸਟੂਡੀਓ ਦੇ ਵਿੱਚ ਮਾੜਾ ਜਿਹਾ 2 ਲਾਈਨਾਂ ਗਾਈਆਂ, ਬਿੰਗੀ ਜੇ ਤੇ ਟੇਢੀ ਵਿਗਾ ਹੋ ਗਈ ਤੇ ਸਿੱਧੀ ਕਰ ਦੇਣੀ ਆ, ਕੰਪਿਊਟਰ ਨਹੀਂ, ਠੀਕ ਹੈ ਨਾ। ਤੇ ਦੂਸਰੇ ਪਾਸੇ ਫਾਇਦਾ ਇਹ ਹੋ ਗਿਆ ਕਿ ਜਿਹੜਾ ਗੀਤ ਤੁਸੀਂ ਮਿਹਨਤਾਂ ਕਰਦੇ ਸੀ ਕੰਪਨੀਆਂ ਦੇ ਕੋਲ ਜਾ ਕੇ ਆਪਣਾ ਗੀਤ ਲੈਣ ਲਈ, ਅੱਜ ਕੱਲ੍ਹ ਤੁਸੀਂ ਆਪਣਾ ਹੀ YouTube ਚੈਨਲ ਬਣਾ ਲਓ ਜਾਂ ਆਪਣੀ ਕੰਪਨੀ ਬਣਾ ਲਓ, ਉਹਦੇ ਉੱਤੇ ਤੁਸੀਂ ਗੀਤ ਪਾਓ ਤਾਂ ਪੂਰੀ ਦੁਨੀਆ ਦੇ ਵਿੱਚ ਪਹੁੰਚ ਜਾਂਦਾ। ਤੁਹਾਡੀ ਜਿਹੜੀ ਗੱਲ ਆ, ਤੁਹਾਡਾ ਗੀਤ ਪੂਰੀ ਦੁਨੀਆ 'ਚ ਪਹੁੰਚ ਜਾਂਦਾ। ਇਹ ਅੱਜ ਕੱਲ੍ਹ ਜਿਹੜਾ ਉਹ ਫਾਇਦਾ ਹੋ ਗਿਆ। ਲੁੱਟ ਖਸੁੱਟ ਤੋਂ ਵੀ ਬਚ ਗਏ। ਉਹਦੀ ਚੋਰੀ ਤਾਂ ਅੱਜ ਵੀ ਹੁੰਦੀ ਆ, ਪਰ ਉਹ ਜਿਹੜੀਆਂ ਦੂਜੀਆਂ 2 ਨੰਬਰ ਦੀਆਂ ਸਾਈਡਾਂ ਉਹਨਾਂ ਤੇ ਹੋਣ ਲੱਗ ਪਈ। ਮਤਲਬ ਚੋਰ ਸਾਰੇ ਨਾਲ ਰਹਿਣੇ ਆ। 2 ਪਹਿਲੂ ਮੈਂ ਇੱਦਾਂ ਦੱਸਿਆ ਨਾ। ਹਾਂਜੀ, ਨੇਕੀ ਦੇ ਨਾਲ ਬਦੀ, ਠੀਕ ਹੈ ਨਾ, ਝੂਠ ਦੇ ਨਾਲ ਸੱਚ। ਮਤਲਬ ਇਹ ਚੀਜ਼ਾਂ ਨਾਲ ਚੱਲਣੀਆਂ, ਜੋੜਾ ਚੱਲਣਾ ਹੀ ਆ। ਇਹ ਦੋਨੋਂ ਚੀਜ਼ਾਂ ਚੱਲਣੀਆਂ ਨੇ, ਦੋਨੋਂ ਪਹਿਲੂ। ਵੈਸੇ ਵੀ ਸੱਚ ਦੀ ਅਹਿਮੀਅਤ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਝੂਠ ਹੈ, ਤੇ ਇਮਾਨਦਾਰੀ ਦੀ ਵੀ ਅਹਿਮੀਅਤ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਬੇਈਮਾਨੀ ਹੈ। ਜੇ ਬੇਈਮਾਨੀ ਤੇ ਫਿਰ ਇਮਾਨਦਾਰੀ ਦੀ ਅਹਿਮੀਅਤ ਵੀ ਜਿਹੜੀ ਆ ਉਹ ਘਟਦੀ ਨਜ਼ਰ ਆਏਗੀ। ਤੁਸੀਂ ਜ਼ਿਕਰ ਛੇੜਿਆ ਕਿ ਉਹਦੇ ਵਿੱਚੋਂ ਵੀ ਬਹੁਤ ਸਾਰੇ ਤਜਰਬੇ ਸਿੱਖੇ। ਗੀਤਾਂ ਦੀ ਗੱਲ ਕੀਤੀ, ਚੋਰੀਆਂ ਅੱਜ ਵੀ ਹੁੰਦੀਆਂ ਆ। ਬਹੁਤ ਸਾਰੇ ਗੀਤਕਾਰਾਂ ਨਾਲ ਮੇਰੀ ਜਦੋਂ ਗੱਲ ਹੁੰਦੀ ਹੈ ਤੇ ਅਕਸਰ ਕਹਿ ਦਿੰਦੇ ਸਾਡਾ ਗੀਤ ਚੋਰੀ ਹੋ ਗਿਆ, ਆ ਹੁੱਕ ਲਾਈਨ ਸਾਡੀ ਜਿਹੜੀ ਚੱਕ ਲਈ ਹੈ ਤੇ ਬਾਕੀ ਫਲਾਣੇ ਜਿਹੜੇ ਗਾਇਕ ਨੇ ਉਹ ਗੀਤ ਸਾਡਾ ਗਾ ਦਿੱਤਾ ਹੈ, ਮਿਹਨਤ ਮੇਰੀ ਸੀ, ਆਈਡੀਆ ਮੇਰਾ ਸੀ, ਉਹ ਚੋਰੀ ਕਰਕੇ ਲੈ ਗਿਆ। ਤੁਸੀਂ ਗੀਤ ਲਿਖਦੇ ਵੀ ਹੋ, ਗਾਉਂਦੇ ਵੀ ਹੋ। ਕਦੀ ਤੁਹਾਨੂੰ ਇਦਾਂ ਦਾ ਲੱਗਾ ਕਿ ਤੁਹਾਡਾ ਆਈਡੀਆ ਜਿਹੜਾ ਸੀਗਾ, ਤੁਹਾਡੀ ਜਿਹੜੀ ਹੁੱਕ ਲਾਈਨ ਸੀ, ਚੋਰੀ ਕੀਤੀ ਤੇ ਕਿਸੇ ਨੇ ਗਾਤੀ? ਮਿਹਨਤ ਤੁਹਾਡੀ ਸੀ, ਸੋਚ ਤੁਹਾਡੀ ਸੀ, ਕੈਸ਼ ਕੋਈ ਹੋਰ ਕਰ ਗਿਆ? ਪੈਰੀ ਟਾਊਨ ਦੇ ਵਿੱਚ ਮੇਰੀ ਕੈਸਟ ਆਈ ਸੀ ਮੜਕ ਜਮਾਲੋ ਦੀ। ਉਹਦੇ ਵਿੱਚ ਅੱਜ ਵੀ ਉਹ ਕੈਸਟ ਕੱਢ ਕੇ ਦੇਖ ਲਿਓ। ਉਹ ਜਦੋਂ ਕੈਸਟ ਆਈ ਆ, ਉਹਦੀਆਂ ਹੁੱਕ ਲਾਈਨਾਂ ਚੱਕ ਲਈਓ ਗੀਤਾਂ ਦੀਆਂ, ਤੇ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੇ ਬਹੁਤ ਜ਼ਿਆਦਾ ਹਿੱਟ ਗੀਤ ਹੋਏ ਮੇਰੀਆਂ ਹੁੱਕ ਲਾਈਨਾਂ ਸੀਗੀਆਂ। ਪਰ ਮੈਂ ਬੋਲਿਆ ਹੀ ਨਹੀਂ। ਕਿਉਂ ਨਹੀਂ ਬੋਲਿਆ? ਪਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਮੇਰੇ ਤੇ ਰਹਿਮਤ ਕੀਤੀ ਆ। ਜੇ ਮੈਨੂੰ ਲਿਖਣਾ ਆਉਂਦਾ, ਚੱਲ ਯਾਰ ਜੇ ਹੋਰ ਕੋਈ ਚੱਕ ਗਿਆ ਤਾਂ ਚੱਕ ਗਿਆ, ਗਾਂ ਹੋਰ ਲਿਖ ਲਓ, ਕਿਹੜੀ ਗੱਲ ਆ, ਠੀਕ ਹੈ ਨਾ। ਕੋਈ ਚੱਕਰ ਨਹੀਂ ਇਦਾਂ ਦਾ ਪੈਂਦਾ, ਜੇ ਕਰ ਗਿਆ ਤਾਂ ਕਰ ਗਿਆ। ਕਿਉਂਕਿ ਚੋਰੀ ਦੇ ਪੁੱਤ ਕਦੀ ਜਵਾਨ ਨਹੀਂ ਹੁੰਦੇ, ਠੀਕ ਹੈ ਨਾ। 1 ਵਾਰੀ ਕਰ ਲਓਗੇ ਠੱਗੀ, 2 ਵਾਰੀ ਕਰ ਲਓਗੇ, 3 ਵਾਰੀ ਕਰ ਲਓਗੇ, 4, ਕਿੰਨੀ ਵਾਰੀ ਕਰ ਲਓਗੇ ਯਾਰ, ਠੀਕ ਹੈ ਨਾ। ਪਰਮਾਤਮਾ ਨੇ ਜੋ ਤੁਹਾਡੇ ਕਰਮਾਂ ਭਾਗਾਂ 'ਚ ਲਿਖਿਆ, ਜਾਂ ਜਦ ਤੁਹਾਨੂੰ ਬੁੱਧੀ ਦਿੱਤੀ ਆ, ਲਿਖਣ ਦੇ ਨਾਲ ਨਾਲ ਪੜ੍ਹਨਾ ਵੀ ਜ਼ਰੂਰੀ ਆ, ਠੀਕ ਹੈ ਨਾ। ਜਿੰਨਾ ਤੁਸੀਂ ਪੜ੍ਹੋਗੇ, ਜਿੰਨਾ ਗਿਆਨ ਹੋਊਗਾ, ਫਿਰ ਹੀ ਤੁਸੀਂ ਲਿਖ ਸਕਦੇ ਹੋ, ਠੀਕ ਹੈ ਨਾ। ਅੱਜ ਕੱਲ੍ਹ ਤਾਂ ਬਸ ਹਰ ਬੰਦਾ ਦੇਖ ਲਓ ਤੁਸੀਂ, ਹੁਣ ਜਿਹਨੂੰ ਮਰਜ਼ੀ ਪੁੱਛ ਲਓ, ਹਰ ਪਿੰਡ ਦੇ ਵਿੱਚ 3 ਕੁ ਤਾਂ ਰਾਈਟਰ ਆ, 4 ਤੇ 4-5 ਕਲਾਕਾਰ ਆ, ਠੀਕ ਹੈ ਨਾ। ਠੀਕ ਹੈ, ਚੱਲੀ ਜਾ ਰਿਹਾ ਕੰਮ। ਤੁਸੀਂ ਕਹਿੰਦੇ ਲਿਖਣ ਲਈ ਪੜ੍ਹਨਾ ਜ਼ਰੂਰੀ ਹੈ, ਪਰ ਇਦਾਂ ਦੀ ਇੱਕ ਆਮ ਜੀ ਧਾਰਨਾ ਬਣੀ ਹੋਈ ਆ। ਕੁਝ ਲੇਖਕ ਕਹਿੰਦੇ ਆ ਕਿ ਥੋੜੀ ਛਿਟਕ ਲੱਗੀ ਹੋਵੇ ਤੇ ਤਾਂ ਸਾਡੇ ਕੋਲ ਲਿਖਿਆ ਜਾਂਦਾ ਗੀਤ। ਕੁਝ ਕਹਿੰਦੇ ਕਿ ਬੜਾ ਸ਼ਾਂਤ ਜਿਹਾ ਮਾਹੌਲ ਹੋਣਾ ਚਾਹੀਦਾ, ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ, ਤਾਂ ਲਿਖਿਆ ਜਾਣਾ ਚਾਹੀਦਾ। ਕਈ ਲੋਕ ਕਹਿੰਦੇ ਆ ਕਿ ਸ਼ੋਰ ਸ਼ਰਾਬੇ 'ਚ ਸਾਡੇ ਕੋਲ ਵਧੀਆ ਲਿਖੇ ਜਾਂਦੇ ਆ। ਬਹੁਤ ਸਾਰੇ
ਗਾਇਕ ਗੀਤਕਾਰ ਨੇ ਜਿਹੜੇ ਆਪਣੀਆਂ ਧਾਰਨਾਵਾਂ ਬਣਾ ਕੇ ਬੈਠੇ ਹੋਏ ਆ। ਪੜ੍ਹਨ ਦੀ ਕਿੰਨੀ ਮਹੱਤਤਾ ਹੈ ਤੇ ਆ ਜਿਹੜੀਆਂ ਬਾਕੀ ਚੀਜ਼ਾਂ ਕਹਿੰਦੇ ਨੇ ਕਿ ਆਹ ਹੋਣਾ ਚਾਹੀਦਾ ਤੇ ਆਹ ਹੋਣਾ ਚਾਹੀਦਾ, ਉਹਨਾਂ ਦੀ ਕਿੰਨੀ ਕੁ ਮਹੱਤਤਾ ਇੱਕ ਵਧੀਆ ਗੀਤਕਾਰ ਜਾਂ ਅੱਛੀ ਗੀਤਕਾਰੀ ਕਰਨ ਦੇ ਲਈ? ਦੇਖੋ, ਮੈਂ ਕਦੀ ਲਿਖਣ ਲਈ ਨਹੀਂ ਬੈਠਾ ਕਿ ਅੱਜ ਮੈਂ ਗੀਤ ਲਿਖਣੇ ਆ, ਅੱਜ ਮੈਨੂੰ ਕੋਈ ਬੁਲਾਇਓ ਨਾ, ਜਾਂ ਮੈਂ ਆਪਣੇ ਖੂਹ ਤੇ ਜਾਂ ਆਪਣੀ ਮੋਟਰ ਤੇ ਜਾ ਕੇ ਬਹਿਣਾ ਆ ਉੱਥੇ ਮੈਂ ਗੀਤ ਲਿਖਣੇ। ਨੋ, ਮੇਰਾ ਜਦੋਂ ਮੂਡ ਬਣਦਾ ਮੈਂ ਜਾਂਦਾ ਗੱਡੀ ਦੇ ਵਿੱਚ ਹੀ ਗੀਤ ਲਿਖ ਦਿੰਦਾ। ਉਧਰ ਸ਼ੋਅ ਤੇ ਤੁਰਿਆ ਹੁੰਦਾ, ਉਦੋਂ ਦਿਮਾਗ ਦੇ ਵਿੱਚ ਕੋਈ ਲਾਈਨ ਆ ਗਈ, ਜਾਂਦਿਆਂ ਗੱਡੀ ਤੇ ਗੀਤ ਲਿਖ ਦੇਣਾ, ਔਰ ਜਾਂਦਿਆਂ ਗੱਡੀ 'ਚ ਗੀਤ ਲਿਖ ਕੇ ਗਾ ਵੀ ਦੇਣਾ। ਉਹ ਲੋਕਾਂ ਕੋਲੋਂ ਪਾਸ ਵੀ ਕਰਾ ਦੇਣਾ। ਜੇ ਤਾਂ ਐਪਰੀਸ਼ੀਏਟ ਕੀਤਾ ਉਸ ਚੀਜ਼ ਨੂੰ, ਉਹਨੂੰ ਰਿਕਾਰਡ ਕਰਾ ਦਿਓ। ਇਦਾਂ ਹੀ ਮੇਰੇ ਕਈ ਗੀਤ ਰਿਕਾਰਡ, ਜਿਹੜੇ ਬਹੁਤ ਜ਼ਿਆਦਾ ਗੀਤ ਮੇਰੇ ਇੱਦਾਂ ਹੀ ਰਿਕਾਰਡ ਹੋਏ ਆ, ਕਿਉਂਕਿ ਮੈਂ ਪਹਿਲਾਂ ਗਾਉਂਦਾ ਆ, ਗਾ ਕੇ ਮੈਂ ਦੇਖਦਾ ਵੀ ਉਹਦੇ ਮੋਹਰੇ ਮਾਹੌਲ ਕੀ ਆ, ਫਿਰ ਮੈਂ ਗਾ ਦਿੰਦਾ। ਜੈਜੀ ਵੀ ਨੇ ਮੇਰਾ ਜਿਹੜਾ ਗੀਤ ਗਾਇਆ ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ, ਉਹ ਮੈਂ ਉਹਨੂੰ ਹਜੇ ਸਥਾਈ ਦਿੱਤੀ ਸੀਗੀ। ਮੈਂ ਉਹਨੂੰ ਸੁਣਾਈ ਸੀ, ਕਹਿੰਦਾ ਮੈਂ ਬਾਬੇ ਉਹ ਗੀਤ ਗਾਉਣਾ, ਭਰਾ ਤੂੰ ਗਾ ਲਾ, ਬੜਾ ਭਾਈ ਆਪਣਾ ਸਾਡਾ, ਤੂੰ ਗਾ ਲਾ। ਉਹਨੂੰ ਮੈਂ ਅੱਜ ਵੀ ਮੈਨੂੰ ਯਾਦ ਆ ਕਿ ਮੈਂ ਇੱਧਰਲੇ 12 ਵਜੇ ਸੀ, ਉਹ ਇੰਗਲੈਂਡ ਸੀ, ਮੈਂ 12 ਵਜੇ ਠਾਲ ਲਿਆ ਸੀ, ਮੈਂ ਕਿਹਾ ਲਿਖ ਗੀਤ ਲਿਖ ਜੀ, ਠੀਕ ਹੈ ਨਾ। ਭਲੇ ਲਿਖਣ ਦਾ ਕੋਈ ਇਹ ਨਹੀਂ ਵੀ ਮੈਂ ਲਿਖਣ ਲਈ ਬੈਠਾ ਆ, ਗੀਤ ਯਾਰ ਕਿਤੇ ਵੀ ਲਿਖ ਹੋ ਸਕਦਾ ਆ। ਤੇ ਬਸ ਚੱਕਰ ਆ ਵੀ ਮੈਂ ਲਿਖਣ ਲਈ ਨਹੀਂ ਬੈਠਾ, ਨਾ ਤਾਂ ਮੈਂ ਤੁਕਬੰਦੀਆਂ ਕੀਤੀਆਂ, ਮੈਂ ਝਾਂਜਰਾਂ ਤੇ ਚੂੜੀਆਂ ਤੇ ਕੋਕਿਆਂ ਤੇ ਪਰਾਂਦੀਆਂ ਤੇ ਮੇਰੇ ਤੋਂ ਨਹੀਂ ਗੀਤ ਲਿਖ ਹੋਏ। ਮੈਂ ਜੋ ਸੱਚ ਦੇ ਥੋੜ੍ਹਾ ਜਿਹਾ ਲਾਗੇ ਤਾਂ ਹੋਵੇ ਯਾਰ ਚੀਜ਼, ਜਿਹੜੀ ਚੀਜ਼ ਦਾ ਮੇਰੇ 'ਤੇ ਅਸਰ ਹੁੰਦਾ ਫਿਰ ਮੈਂ ਉਹ ਚੀਜ਼ ਲਿਖਦਾ, ਨਹੀਂ ਤਾਂ ਮੈਂ ਨਹੀਂ ਲਿਖਦਾ। ਪਰ ਆਹ ਜਿਹੜੇ ਗਾਏ ਲੋਕਾਂ ਨੇ ਗੀਤ ਜਾਂ ਮੈਂ ਗਾਏ ਆ, ਇਹ ਕਮਰਸ਼ੀਅਲ ਪੱਖ ਤੋਂ ਦੇਖੇ ਨੇ। ਜੋ ਮੇਰੀਆਂ ਗਜ਼ਲਾਂ ਲਿਖੀਆਂ ਜਾਂ ਸ਼ੇਅਰ ਲਿਖੇ ਆ ਜਾਂ ਮੇਰੀਆਂ ਨਜ਼ਮਾਂ ਲਿਖੀਆਂ ਆ, ਉਹ ਤਾਂ ਹਜੇ ਮੇਰੇ ਕੋਲ ਮੇਰੇ ਟਰੰਕਾਂ 'ਚ ਪਈਆਂ। ਉਹ ਜਿਹੜੀ ਸ਼ਾਇਰੀ ਜਿਹਨੂੰ ਅਸਲ ਦੇ ਵਿੱਚ ਕਹਿੰਦੇ, ਉਹ ਤਾਂ ਮੈਂ ਲੈ ਕੇ ਆਇਆ ਹੀ ਨਹੀਂ ਹਜੇ। ਹੁਣ ਮੇਰਾ ਦਿਲ ਕਰਦਾ ਕਿ ਮੈਂ ਉਹ ਸ਼ਾਇਰੀ ਲੈ ਕੇ ਆਵਾਂ, ਠੀਕ ਹੈ ਨਾ, ਉਹ ਚੀਜ਼ਾਂ ਲੈ ਕੇ ਆਵਾਂ। ਆ ਜਿਹੜੀ ਗੱਲ ਤੁਸੀਂ ਕੀਤੀ ਨਾ, ਮੈਨੂੰ ਬੜਾ ਆਨੰਦ ਦੇ ਕੇ ਗਈ ਹੈ ਇਹ ਗੱਲ, ਜਦੋਂ ਤੁਸੀਂ ਕਿਹਾ ਕਿ ਮੇਰੀਆਂ ਗਜ਼ਲਾਂ ਜਿਹੜੀਆਂ, ਪੰਜਾਬੀ ਦਾ ਕੋਈ ਗਾਇਕ ਜਾਂ ਗੀਤਕਾਰ ਇਹ ਕਵੇ ਕਿ ਮੈਂ ਗੀਤ ਜਿਹੜੇ ਲਿਖਦਾ ਉਹ ਕਮਰਸ਼ੀਅਲ ਪਹਿਲੂ ਨਾਲ ਲਿਖਦਾ, ਅਸਲ ਮੇਰੀ ਰੂਹ ਉਹਨਾਂ ਕਵਿਤਾਵਾਂ 'ਚ, ਉਹਨਾਂ ਗਜ਼ਲਾਂ ਦੇ ਵਿੱਚ ਵਸਦੀ ਹੈ। ਤੇ ਇਸ ਗੱਲ ਤੋਂ ਹੀ ਸਮਝ ਜਾਣਾ ਚਾਹੀਦਾ ਕਿ ਉਹਦੀ ਸੋਚ ਜਿਹੜੀ ਹੈ, ਉਹਦਾ ਬੌਧਿਕ ਪੱਧਰ ਜਿਹੜਾ ਉਸ ਕਿਸ ਲੈਵਲ ਤੱਕ ਜਿਹੜਾ ਉਹ ਹੋਏਗਾ। ਜਦੋਂ ਤੁਸੀਂ ਗਜ਼ਲਾਂ ਦੀ ਗੱਲ ਕਰਦੇ ਆ, ਹਾਰੀ ਸਾਰੀ ਦਾ ਕੰਮ ਨਹੀਂ ਆ ਗਜ਼ਲਾਂ ਨੂੰ ਹੱਥ ਪਾਉਣਾ। ਇੱਥੇ ਤਾਂ ਗੀਤ ਲਿਖਣ ਲੱਗਿਆ, ਤੁਕਬੰਦੀ ਕਰਨ ਲੱਗਿਆ, ਕਈਆਂ ਦੇ ਹੱਥ ਖੜੇ ਹੋ ਜਾਂਦੇ ਆ। ਤੇ ਗਜ਼ਲ ਦੀ ਜਿਹੜੀ ਬਹਿਰ ਹੁੰਦੀ ਆ, ਵਜ਼ਨ ਹੁੰਦਾ ਆ, ਉਹਦੇ ਵਿੱਚ ਉਲਝਣਾ ਤੇ ਉਹਦੇ ਵਿੱਚ ਐਨ ਪੂਰੇ ਉਤਰਨਾ, ਉਹ ਹਾਰੀ ਸਾਰੀ ਦਾ ਕੰਮ ਨਹੀਂ। ਤੇ ਮੈਂ ਚਾਹੁੰਦਾ ਆ, ਮੈਂ ਪਹਿਲਾਂ ਗੀਤ ਸੁਣਨਾ ਚਾਹੁੰਦਾ ਸੀ ਤੁਹਾਡੇ ਤੋਂ, ਤੁਹਾਡਾ ਕੋਈ ਵੀ ਪਾਪੂਲਰ, ਪਰ ਹੁਣ ਮੈਂ ਚਾਹੁੰਦਾ ਕਿ ਆਪਾਂ ਪਹਿਲਾਂ ਤੁਹਾਡੀ ਕੋਈ ਗਜ਼ਲ ਜਾਂ ਨਜ਼ਮ ਜਿਹੜੀ ਆ ਤੁਸੀਂ ਅਜੇ ਸਾਂਭੀ ਬੈਠੇ ਹੋ, ਜਿਨ੍ਹਾਂ ਨੂੰ ਅਜੇ ਡਿਸਕਲੋਜ਼ ਕਰਨਾ ਆ, ਉਹ ਇਸ ਇੰਟਰਵਿਊ ਦੇ ਵਿੱਚ ਇੱਕ ਵਾਰੀ ਸਾਡੇ ਜਿਹੜੇ ਸਰੋਤੇ ਨੇ, ਤੁਹਾਨੂੰ ਚਾਹਣ ਵਾਲੇ ਜਿਹੜੇ ਨੇ, ਉਹ ਜ਼ਰੂਰ ਸੁਣ ਲੈਣ। ਇੱਕ ਮੈਂ ਪਿੱਛੇ ਜਿਹੇ ਇੱਕ ਚੀਜ਼ ਲਿਖੀ ਸੀ ਕਿ LIC ਦੀਆਂ ਕਰਾ ਕੇ ਪਾਲਿਸੀਆਂ ਉਸ ਨਾਲ ਐਸ਼ ਕਰਦੇ ਨੇ, ਅੱਜ ਕੱਲ੍ਹ ਤਾਂ ਲੋਕੀ ਮੌਤ ਨੂੰ ਵੀ ਕੈਸ਼ ਕਰਦੇ ਨੇ। ਕੀ ਬਾਤ ਹੈ। ਨਿਤ ਕਰਦੇ ਨੇ ਅਰਦਾਸਾਂ ਕਿ ਰੱਬਾ ਸਾਨੂੰ ਘਰ ਦੇਈਂ, ਨਿਤ ਕਰਦੇ ਨੇ ਅਰਦਾਸਾਂ ਕਿ ਰੱਬਾ ਸਾਨੂੰ ਘਰ ਦੇਈਂ। ਰੱਬ ਦਿੰਦਾ ਹੈ ਜਦ ਘਰ ਸ਼ਰਾਬਾਂ ਮੀਟ ਨਾਲ ਘਰ ਵਿੱਚ ਪ੍ਰਵੇਸ਼ ਕਰਦੇ ਨੇ, ਅੱਜ ਕੱਲ੍ਹ ਤਾਂ ਲੋਕੀ ਮੌਤ ਨੂੰ ਵੀ ਕੈਸ਼ ਕਰਦੇ ਨੇ। ਠੀਕ ਹੈ ਨਾ। ਸੋ ਬੜੀਆਂ ਚੀਜ਼ਾਂ ਯਾਰ, ਬੜਾ ਕੁਝ ਲਿਖਿਆ ਆ। ਬਹੁਤ ਖੂਬਸੂਰਤ ਹੈ, ਆਨੰਦ ਆਇਆ ਮੈਨੂੰ ਇਸ ਚੀਜ਼ ਦਾ। ਅਸਲ 'ਚ ਕਈ ਵਾਰੀ ਨਾ ਅਸੀਂ ਇੰਟਰਵਿਊ ਕਰਨ ਜਾਈਦਾ, ਮੈਂ ਤੁਹਾਨੂੰ ਦੱਸਦਾ, ਇੱਕ ਬਹਿਰ ਹੁੰਦੀ ਹੈ, ਤੁਹਾਨੂੰ ਤਾਂ ਤੁਸੀਂ ਬੜੇ ਇੰਟੈਲੀਜੈਂਟ ਬੰਦੇ, ਮੈਨੂੰ ਪਤਾ ਲੱਗ ਗਿਆ ਕਿ ਇੱਕ ਅੱਖਰ ਨੂੰ ਵਾਰ-ਵਾਰ ਤੁਸੀਂ ਕਿੱਦਾਂ ਰਿਪੀਟ ਕਰਨਾ, ਠੀਕ ਹੈ ਨਾ। ਇੱਕ ਗਜ਼ਲ ਦੇ ਵਿੱਚ ਮੇਰਾ ਕਿ ਉਸ ਬੇਖਬਰੇ ਨੂੰ ਖਬਰ ਕਰੋ, ਖਬਰੇ ਉਹ ਸਾਡੀ ਖਬਰ ਲਵੇ। ਕੀ ਬਾਤ ਹੈ। ਉਸ ਬੇਖਬਰੇ ਨੂੰ ਖਬਰ ਕਰੋ, ਖਬਰੇ ਉਹ ਸਾਡੀ ਖਬਰ ਲਵੇ, ਸਾਡੇ ਸਵਰਾਂ ਦਾ ਗਿਆ ਟੁੱਟ ਸਵਰ, ਉਹ ਹੋਰ ਨਾ ਸਾਡਾ ਸਵਰ ਲਵੇ। ਕੀ ਬਾਤ ਹੈ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਹੈ। ਮੇਰਾ ਖਿਆਲ ਹੈ ਕਿ ਇਹ TV ਪੰਜਾਬ ਤੇ ਪਹਿਲੀ ਵਾਰੀ ਹੋਇਆ ਹੋਏਗਾ। ਮੰਗੀ ਮਾਲ ਜੀ, ਤੁਸੀਂ ਵੀ ਮੈਨੂੰ ਲੱਗਦਾ ਕਿ ਕਬੂਲ ਕਰੋਗੇ ਕਿ ਆ ਗਜ਼ਲਾਂ ਜਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਇੰਟਰਵਿਊ ਦੇ ਵਿੱਚ ਤੁਸੀਂ ਸੁਣਾ ਰਹੇ ਹੋ। ਗੀਤਾਂ ਨੂੰ ਤਾਂ ਬਹੁਤ ਵਾਰੀ ਸੁਣਾਇਆ ਹੋਏਗਾ, ਉਹਨਾਂ ਦੀ ਛੈਬਰ ਤਾਂ ਬਹੁਤ ਵਾਰ ਲੱਗੀ ਹੋਏਗੀ ਇੰਟਰਵਿਊਜ਼ ਦੇ ਵਿੱਚ, ਪਰ ਉਹ ਜਿਨ੍ਹਾਂ ਨੂੰ ਬਹੁਤ ਦੇਰ ਤੋਂ ਸੰਭਾਲ ਕੇ ਰੱਖਿਆ ਆ, ਉਹ ਜਨਤਕ ਇਸ ਵੇਲੇ ਤੁਸੀਂ TV ਪੰਜਾਬ ਦੇ ਉੱਤੇ ਕਰ ਰਹੇ ਹੋ। ਔਰ ਮੇਰਾ ਖਿਆਲ ਹੈ ਕਿ ਇਸ ਗੱਲ ਦੀ ਮੈਨੂੰ ਵੀ ਸੰਤੁਸ਼ਟੀ ਆ, ਖੁਸ਼ੀ ਹੈ ਕਿ ਅੱਜ ਮੰਗੀ ਮਾਲ ਦਾ ਇੱਕ ਨਵਾਂ ਰੂਪ ਜਿਹੜਾ ਉਹ ਮੈਨੂੰ ਦੇਖਣ ਨੂੰ ਮਿਲਿਆ। ਮੰਗੀ ਮਾਲ ਦੇ ਗੀਤਾਂ ਦੀ ਮੈਂ ਗੱਲ ਇੱਕ ਵਾਰੀ ਫੇਰ ਕਰਦਾ ਹਾਂ, ਗੀਤਕਾਰੀ ਦੇ ਤੌਰ ਤੇ, ਗਾਇਕੀ ਦੇ ਤੌਰ ਤੇ ਤਾਂ ਗੱਲ ਕਰ ਹੀ ਰਹੇ ਹਾਂ। ਬਹੁਤ ਸਾਰੇ ਗੀਤ ਤੁਹਾਡੇ ਨਾ ਸੁਪਰ ਡੂਪਰ ਹਿੱਟ ਗਏ ਆ, ਜਿਹਦੇ ਵਿੱਚ ਆਪਾਂ ਸਲੀਮ ਦੀ ਆਵਾਜ਼ ਦੇ ਵਿੱਚ ਕਹਿ ਸਕਦੇ ਹਾਂ ਕਿ ਦੁੱਖ ਦੇਣੀ ਨਹੀਂ ਕਿਹੜਾ ਦੁੱਖ ਦੇਣ ਆਈਆਂ। ਹੋਰ ਬਹੁਤ ਸਾਰੇ ਗੀਤ ਹੈ, ਜੈਜ਼ੀ ਬੀ ਦੇ ਗੀਤ ਦਾ ਤੁਸੀਂ ਆਪ ਜ਼ਿਕਰ ਕਰ ਦਿੱਤਾ। ਕਦੀ ਇੰਜ ਵੀ ਲੱਗਾ ਆ ਕਿਸੇ ਨੂੰ ਗੀਤ ਦੇ ਕੇ ਜਦੋਂ ਸੁਪਰ ਡੂਪਰ ਹਿੱਟ ਹੋਇਆ ਕਿ ਜੇ ਮੈਂ ਇਹ ਗੀਤ ਗਾਇਆ ਹੁੰਦਾ ਤੇ ਉਹ ਮੇਰੇ ਲਈ ਜ਼ਿਆਦਾ ਵਧੀਆ ਹੋਣਾ ਸੀਗਾ, ਹੋਰ ਪਬਲਿਸਿਟੀ ਮਿਲਣੀ ਸੀਗੀ, ਸਟਾਰ ਥੋੜ੍ਹਾ ਜਿਹਾ ਵੱਡਾ ਹੋ ਜਾਣਾ ਸੀਗਾ? ਨਹੀਂ,
ਮੈਂ ਭਾਜੀ ਕਦੀ ਇਹ ਨਹੀਂ ਸੋਚਿਆ, ਉਹਨਾਂ ਦੇ ਕਰਮ ਉਹਨਾਂ ਦੇ ਭਾਗ। ਉਹ ਮੇਰੇ ਸਾਰੇ ਮਿੱਤਰ ਨੇ, ਮੇਰੇ ਭਰਾ ਨੇ, ਮੈਂ ਕਦੀ ਗੀਤ ਵੇਚਿਆ ਨਹੀਂ ਜੀ। ਪਿਆਰ ਮੁਹੱਬਤ ਨਾਲ ਇਦਾਂ ਗੁਣਗੁਣਾਉਂਦੇ ਆ। ਜੇ ਕਹਤਾ ਯਾਰ ਮੈਂ ਗੀਤ ਇਹ ਗਾਉਣਾ, ਭਰਾ ਜੀ ਚੱਲ ਯਾਰ ਤੂੰ ਗਾ ਲਾ, ਠੀਕ ਹੈ ਨਾ। ਪੰਮੀ ਬਾਈ ਉਹਨਾਂ ਨੇ ਗਾਇਆ ਜੱਟ ਪੰਜਾਬੀ ਦੋਸਤ ਸਾਨੂੰ ਮਾਣ ਪੰਜਾਬੀ ਹੋਣ ਦਾ। ਨਛੱਤਰ ਨੇ ਗਾਇਆ ਸੀਗਾ ਹੁਣ ਤੱਕ ਤਾਂ ਤੈਨੂੰ ਬੇਦਰਦੇ ਮੇਰਾ ਨਾਂ ਵੀ ਭੁੱਲ ਗਿਆ ਉਹਨਾਂ ਨੇ। ਪੰਛੀ ਉਹਨਾਂ ਨੇ ਗਾਇਆ, ਬੜੇ ਗੀਤ ਲੋਕਾਂ ਨੇ ਗਾਏ ਆ ਯਾਰ। ਮੈਨੂੰ ਕਦੇ ਕਿਸੇ ਚੀਜ਼ ਦਾ ਪਛਤਾਵਾ ਨਹੀਂ ਹੋਇਆ ਕਿ ਜੇ ਮੈਂ ਗਾਉਂਦਾ, ਜੇ ਮੈਂ ਇਹ ਨਾ ਜੋ ਸਲੀਮ ਨਿਭਾ ਸਕਦਾ ਸੀ ਉਸ ਗੀਤ ਨੂੰ, ਜੋ ਸਲੀਮ ਨੇ ਇਨਸਾਫ ਕੀਤਾ ਤੇ ਉਹ ਮੈਂ ਨਹੀਂ ਸੀ ਕਰ ਸਕਦਾ, ਠੀਕ ਹੈ ਨਾ। ਮੈਨੂੰ ਲੱਗਦਾ ਕਿ ਮੈਂ ਨਹੀਂ ਸੀ ਕਰ ਸਕਦਾ ਕਿਉਂਕਿ ਸਲੀਮ ਬਹੁਤ ਵੱਡਾ ਗਵਈਆ, ਵਧੀਆ ਅੱਛਾ ਉਹਨੇ ਗਾਇਆ ਹੈ ਨਾ। ਸੋ ਮੈਨੂੰ ਕਦੀ ਇਹ ਪਛਤਾਵੇ ਨਹੀਂ ਹੋਏ। ਜਿਹਦੇ ਕਰਮਾਂ ਭਾਗਾਂ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ ਉਹਦੇ ਕੋਲੋਂ ਹੀ ਚਲੇ ਜਾਣੀ ਹੁੰਦੀ ਹੈ ਜੀ। ਮੈਂ ਤੁਹਾਨੂੰ ਇੱਕ ਗੀਤ ਹੋਰ ਦੱਸਦਾ। ਹੁਣ ਮੈਂ ਨੇੜ ਭਵਿੱਖ ਦੇ ਵਿੱਚ ਇੱਕ ਗੀਤ ਗਾ ਰਿਹਾ। ਮੇਰਾ ਬੜਾ ਪਿਆਰਾ ਮਿੱਤਰ, ਮੈਂ ਨਾਂ ਨਹੀਂ ਲੈਣਾ, ਬੜਾ ਅੱਛਾ ਸੁਪਰ ਡੂਪਰ ਕਲਾਕਾਰ ਆ। ਉਹ ਮੈਨੂੰ ਕਹਿੰਦਾ ਭਾਜੀ ਇਹ ਗਾਉਣਾ। ਮੈਂ ਕਿਹਾ ਯਾਰ ਨਹੀਂ, ਇਹ ਮੇਰੇ ਰੂਹ ਦੀ ਆ ਔਰ ਮੇਰੇ ਨਾਲ ਇਹ ਚੀਜ਼ ਜਿਹੜੀ ਵੱਜੀ ਹੋਈ ਆ, ਇਸ ਕਰਕੇ ਯਾਰ ਮੈਂ ਗਾਉਣੀ ਚਾਹੁੰਦਾ, ਮੈਂ ਇਹੀ ਗਾਉਣੀ ਆ। ਹੁਣ ਤੁਹਾਨੂੰ ਪਤਾ ਪੰਜਾਬੀ ਦੇ ਵਿੱਚ ਠਿੱਬੀ ਆਪਾਂ ਕਿਹਨੂੰ ਕਹਿੰਦੇ ਆ। ਅੱਧੇ ਜਿਹੜੇ ਯੰਗਸਟਰ ਆ, ਮੁੰਡੇ ਹੁਣ ਕੁੜੀਆਂ ਇੱਥੇ, ਉਹਨਾਂ ਦਾ ਪਤਾ ਹੀ ਨਹੀਂ ਠਿੱਬੀ ਕਿਹਨੂੰ ਕਹਿੰਦੇ ਅੱਜ ਤਾਂ। ਕਿਉਂਕਿ ਬੰਦਾ ਤੁਰਿਆ ਜਾਂਦਾ ਹੈ ਆਪਣੀ ਮੰਜ਼ਿਲ ਵੱਲ ਨੂੰ, ਆਪਣੇ ਰਾਹੇ ਤੁਰਿਆ ਜਾਂਦਾ, ਜਦੋਂ ਮੂਹਰੇ ਲੱਤ ਪਸਾ ਕੇ ਕਿਸੇ ਨੂੰ ਮੂੰਹ ਦੇ ਮੂੰਹ ਸਿੱਟ ਦੇਣਾ ਉਹਨੂੰ ਕਹਿੰਦੇ ਆ ਠਿੱਬੀ। ਉਹ ਮੈਂ ਠਿੱਬੀ ਲਿਖੀ ਆ ਹੁਣ ਕਿ ਪੈਰ ਪੈਰ ਉੱਤੇ ਠਿੱਬੀ ਲਾਈ ਜਾਂਦੀ ਏ, ਇਹ ਦੁਨੀਆ ਹੀ ਤੁਰਨਾ ਸਿਖਾਈ ਜਾਂਦੀ ਏ। ਪੈਰ ਪੈਰ ਉੱਤੇ ਠਿੱਬੀ ਲਾਈ ਜਾਂਦੀ ਏ, ਇਹ ਦੁਨੀਆ ਹੀ ਤੁਰਨਾ ਸਿਖਾਈ ਜਾਂਦੀ ਏ। ਕੱਲ ਤਾਂ ਸੀ ਖੇਤਾਂ ਵਿੱਚ ਨੱਕੇ ਮੋੜਦਾ, ਅੱਜ ਝੂਟਦਾ ਏ ਗੱਡੀਆਂ ਨਹੀਂ ਡੱਕਾ ਤੋੜਦਾ। ਵੇਖ ਚੜ੍ਹਤਾਂ ਨੂੰ ਨਜ਼ਰਾਂ ਏ ਲਾਈ ਜਾਂਦੀ ਏ, ਇਹ ਦੁਨੀਆ ਹੀ ਜੀਣਾ ਸਿਖਾਈ ਜਾਂਦੀ ਏ। ਰਾਹ ਗਲੀ ਗਾਉਂਦਾ ਇਹ ਹੋ ਗਿਆ ਗਵਈਆ, ਰਾਹ ਗਲੀ ਗਾਉਂਦਾ ਇਹ ਹੋ ਗਿਆ ਗਵਈਆ, 2 ਨੰਬਰ ਦਾ ਲੱਗਦਾ ਕਮਾਉਂਦਾ ਏ ਰੁਪਈਆ। ਕਿਆ ਬਾਤ ਹੈ। ਆਪੋ ਆਪਣੇ ਕਿਆਫੇ ਵਸ ਲਾਈ ਜਾਂਦੀ ਏ, ਇਹ ਦੁਨੀਆ ਹੀ ਜੀਣਾ ਸਿਖਾਈ ਜਾਂਦੀ ਏ। ਦੁਨੀਆ ਜੀਣਾ ਸਿਖਾਈ ਜਾਂਦੀ ਹੈ। ਔਰ ਇਹ ਗੱਲ ਸੱਚ ਵੀ ਹੈ। ਉਹ ਕਹਿੰਦੇ ਨੇ ਕਿ ਬਦਾਮ ਖਾਣ ਨਾਲ ਅਕਲ ਨਹੀਂ ਆਉਂਦੀ, ਧੱਕੇ ਖਾਣ ਨਾਲ ਅਕਲ ਜਿਹੜੀ ਆ ਉਹ ਆਉਂਦੀ ਆ। ਕਹਿੰਦਾ ਖਾ ਕੇ ਬਦਾਮ ਕਦੇ ਅਕਲਾਂ ਨਹੀਂ ਆਉਂਦੀਆਂ, ਅਕਲ ਤੇ ਆਉਂਦੀ ਯਾਰੋ ਖਾ ਖਾ ਕੇ ਧੱਕੇ ਜੀ। ਖਾ ਕੇ ਬਦਾਮ ਕਦੇ ਅਕਲਾਂ ਨਹੀਂ ਆਉਂਦੀਆਂ, ਅਕਲ ਤੇ ਆਉਂਦੀ ਯਾਰੋ ਖਾ ਖਾ ਕੇ ਧੱਕੇ। ਕਾਹਦਾ ਪੁੱਤ ਜੱਟ ਦਾ ਉਹ ਆੜ ਜਿਹਨੇ ਘੜੀ ਨਾ ਤੇ ਮੋੜੇ ਨਹੀਂ ਉਹ ਨੱਕੇ। ਕਾਹਦਾ ਪੁੱਤ ਜੱਟ ਦਾ ਉਹ ਆੜ ਜਿਹਨੇ ਘੜੀ ਨਾ ਤਾਂ ਮੋੜੇ ਨਹੀਂ ਉਹ ਨੱਕੇ। ਇਸ਼ਕੇ ਪਿਆ ਜੂਏ ਵਾਲੀ ਬਾਜੀ ਉਹੀ ਸਦਾ ਜਿੱਤਦਾ ਏ, ਹੱਥ ਵਿੱਚ ਫੜੇ ਹੁਣ ਜਿਹਨੇ 3 ਜੱਕੇ, 3 ਜੱਕੇ। ਮੰਗੀ ਮਾਲ ਮੰਜ਼ਿਲ ਤੇ ਮਿਲ ਹੀ ਜਾਂਦੀ ਏ, ਖਾਣੇ ਪੈਂਦੇ ਮਿੱਤਰਾ ਉਹ ਦੁਨੀਆ 'ਚ ਧੱਕੇ। ਬਹੁਤ ਖੂਬ। ਤੇ ਹੁਣ ਮੈਨੂੰ ਲੱਗਦਾ ਮੈਨੂੰ ਗੱਲ ਵੀ ਸੰਭਲ ਕੇ ਕਰਨੀ ਪੈਣੀ ਹੈ ਕਿ ਮੈਂ ਕੁਝ ਗੱਲ ਬੋਲਦਾ ਤਾਂ ਤੁਸੀਂ ਗੀਤ ਸੁਣਾ ਦਿੰਦੇ ਹੋ ਉਸ ਗੱਲ ਦੇ ਉੱਤੇ ਅੱਗੇ। ਤੇ ਬਹੁਤ ਖੂਬਸੂਰਤ ਲੱਗੀਆਂ ਗੱਲਾਂ ਤੁਹਾਡੀਆਂ। ਔਰ ਮੈਨੂੰ ਹੁਣ ਲੱਗਣ ਲੱਗ ਪਿਆ ਕਿ ਮੈਂ ਲੇਖਕ ਮੰਗੀ ਮਾਲ ਨਾਲ ਗੱਲ ਕਰਦਾ ਹਾਂ। ਉਹ ਗਾਇਕ ਮੰਗੀ ਮਾਲ ਅਜੇ ਥੋੜ੍ਹਾ ਜਿਹਾ ਪਿੱਛੇ ਜਿਹੜਾ ਉਹ ਰਹਿੰਦਾ ਨਜ਼ਰ ਆ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ, ਕਿਸ ਤਰੀਕੇ ਦੇ ਗੀਤ ਜਿਹੜੇ ਆ ਤੁਹਾਡੇ ਨਜ਼ਰ ਆਉਣਗੇ। ਹੁਣ ਸੋਚ ਤਾਂ ਤੁਸੀਂ ਦੱਸ ਦਿੱਤੀ ਹੈ ਕਿ ਮੈਂ ਉਮੀਦ ਰੱਖਦਾ ਕਿ ਜਿੱਦਾਂ ਦੀ ਸੋਚ ਤੁਸੀਂ ਆਪਣੇ ਗਜ਼ਲ ਦੀ, ਸ਼ੇਰਾਂ ਦੀ ਜਾਂ ਗੀਤਾਂ ਦੀ ਦੱਸ ਰਹੇ ਹੋ, ਤੇ ਮੈਨੂੰ ਲੱਗਦਾ ਕਿ ਗਾਇਕੀ ਦੇ ਵਿੱਚੋਂ ਵੀ ਉਹ ਚੀਜ਼ਾਂ ਜ਼ਰੂਰ ਨਜ਼ਰ ਆਉਣਗੀਆਂ ਤੁਹਾਡੀਆਂ। ਦੇਖੋ ਮੈਂ ਫੇਰ ਕਹਿੰਦਾ ਭਾਜੀ, ਮੈਂ ਤੁੱਕਬੰਦੀ ਨਹੀਂ ਕੀਤੀ ਹੈ ਨਾ। ਮੈਂ ਚਾਹੁੰਦਾ ਕਿ ਕਾਫੀਆ ਜਿਹੜਾ ਲੱਗਣਾ ਗੀਤ ਆ ਉਹ ਮਜ਼ੇ ਨਾਲ ਲੱਗੇ, ਪਤਾ ਲੱਗੇ ਵੀ ਕਾਫੀਆ ਲੱਗਿਆ ਹੈ ਨਾ। ਮਜ਼ਲਾ ਤੁਹਾਨੂੰ ਪਤਾ ਮਸਲਾ ਤਾਂ ਕਾਫੀਏ ਦਾ ਨਾ, ਕਾਫੀਆ ਕਿੱਦਾਂ ਲੱਗਦਾ। ਸੋ ਗੱਲ ਆ ਕਿ ਹੁਣ ਜਿਹੜੇ ਗੀਤ ਆ ਰਹੇ ਨੇ ਗੁਰਲੇਜ ਅਖਤਰ ਨਾਲ ਆ ਰਹੇ ਨੇ, ਇੱਕ ਤਾਂ 2 ਗੀਤ ਡਿਊਟ ਆ ਰਹੇ ਨੇ, ਉਹ ਇਹ ਕਮਰਸ਼ੀਅਲ ਪੱਖ ਤੋਂ ਕਿਉਂਕਿ ਰੋਟੀ ਪਾਣੀ ਵੀ ਖਾਣੀ ਹੈ, ਟੱਬਰ ਵੀ ਪਾਲਣਾ, ਨਿਆਣੇ ਵੀ ਪਾਲਣੇ ਹੈ ਨਾ, ਉਹ ਕਮਰਸ਼ੀਅਲ ਪੱਖ ਵੀ ਨਾਲ ਰੱਖਣਾ ਪੈਂਦਾ। ਫਿਰ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਕਿ ਹੁਣ ਮੇਰੇ ਅੰਦਰਲੀ ਇਹ ਤੜਫ ਲਾ ਲਓ, ਤੜਫ ਆ ਇੱਕ ਕਿ ਮੈਂ ਜੋ ਮੇਰੇ ਕੋਲ ਸ਼ਾਇਰੀ ਲਿਖੀ ਆ ਨਾ, ਜੋ ਵੀ ਮੇਰੇ ਕੋਲੋਂ ਪਿਆ ਆ, ਉਹ ਮੈਂ ਲੈ ਕੇ ਆਉਣਾ ਚਾਹੁੰਦਾ ਪਬਲਿਕ ਦੇ ਕੋਲ ਕਿ ਮੇਰੇ ਪੱਲੇ ਆਹ ਕੁਛ ਚੀਜ਼ਾਂ ਹੈਗੀਆਂ ਨੇ ਜੋ ਮੈਂ ਲਿਖੀਆਂ ਨੇ। ਔਰ ਮੈਂ ਇਹ ਕਰਦਾ, ਵਾਹਿਗੁਰੂ ਦੀ ਕਿਰਪਾ ਹੋਵੇ, ਸੱਚੇ ਪਾਤਸ਼ਾਹ ਦੀ, ਵਿਸ਼ੇ ਐਸੇ ਹੋਣਗੇ ਜਿਹੜੇ ਅੱਜ ਤੱਕ ਕਿਸੇ ਨੇ ਨਹੀਂ ਛੂਏ। ਸਵਾਦ ਇਸ ਚੀਜ਼ ਦਾ ਹੁੰਦਾ ਕਿ ਉਹ ਚੀਜ਼ ਫਿਰ ਲੈ ਕੇ ਆਓ ਜਿਸ ਚੀਜ਼ ਨੂੰ ਕਦੇ ਉਸ ਵਿਸ਼ੇ ਨੂੰ ਛੂਇਆ ਨਾ ਹੋਵੇ ਕਿਸੇ ਨੇ। ਮੈਂ ਨਾ ਫਿਰ ਇੱਕ ਹੋਰ ਇੰਟਰਵਿਊ ਕਰੂੰਗਾ, ਉਹ ਉੱਥੇ ਮੰਗੀ ਮਾਲ ਸ਼ਾਇਰ ਹੋਏਗਾ, ਉੱਥੇ ਮੰਗੀ ਮਾਲ ਕਵੀ ਹੋਏਗਾ, ਲੇਖਕ ਹੋਏਗਾ, ਉਹ ਗੀਤਕਾਰ ਜਾਂ ਗਾਇਕ ਨਹੀਂ ਹੋਏਗਾ। ਤੇ ਉਹਦੇ ਵਿੱਚ ਫਿਰ ਸਾਰੀਆਂ ਗੱਲਾਂ ਇਹੀ ਹੁੰਦੀਆਂ ਨਜ਼ਰ ਆਉਣਗੀਆਂ। ਤੇ ਮੇਰਾ ਖਿਆਲ ਹੈ ਕਿ ਸਾਡੇ ਦਰਸ਼ਕ ਜਿਹੜੇ ਉਹ ਕਾਫੀ ਦੇਰ ਦੇ ਇੰਤਜ਼ਾਰ ਕਰਦੇ ਹੋਣੇ ਆ ਕਿ ਜੇ ਮੰਗੀ ਮਾਲ ਨਾਲ ਗੱਲ ਹੋਈ ਹੈ, ਮੰਗੀ ਮਾਲ ਨੇ ਆਪਣੇ ਉਹ ਗੀਤ ਜਿਹੜੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਧੜਕਣ ਬਣ ਕੇ ਧੜਕਦੇ ਆ, ਉਹਨਾਂ ਨੂੰ ਛੋਇਆ ਨਾ, ਉਹ ਗਾਏ ਨਾ, ਤੇ ਫਿਰ ਜਿਹੜੀ ਸਾਡੀ ਗੱਲਬਾਤ ਹੈ ਅੱਜ ਦੀ ਉਹ ਅਧੂਰੀ ਲੱਗੇਗੀ।
तेरे हरदम पैण भलेखे नी जिंद लाती तेरे लेखे नी दिल रात तेरा ए दिल रात तेरा ए वेखे नी नितला जावे तू लारा मुंडा वैली हो गया नी जट वैली हो गया नी वैलणे तेरिया दुखां दा मारा। क्या बात है, बहुत बहुत खूब। अच्छा, एक ਤੁਸੀਂ ਕਮਰਸ਼ੀਅਲ ਪਹਿਲੂ ਦੀ ਗੱਲ ਕੀਤੀ ਹੈ ਕਿ ਇਦਾਂ ਦੇ ਗਾਣੇ ਕਮਰਸ਼ੀਅਲ ਪਹਿਲੂ ਦੇ ਲਈ ਗਾਉਣੇ ਪੈਂਦੇ ਆ, ਰੋਜ਼ੀ ਰੋਟੀ ਚਲਾਉਣੀ ਹੁੰਦੀ ਆ। ਜਦੋਂ ਮੈਂ ਅੱਜ ਸੰਗੀਤ ਖੇਤਰ ਨੂੰ ਦੇਖਦਾ ਆ ਤੇ ਕਮਰਸ਼ੀਅਲ ਪਹਿਲੂ ਲਈ ਗੀਤ ਗਾਉਣ ਦੇ ਨਾਲ ਨਾਲ ਇੱਕ ਫੰਡਾ ਹੋਰ ਚੱਲਦਾ ਆ, ਕੋਈ ਨਾ ਕੋਈ ਵਿਵਾਦ ਖੜਾ ਕਰ ਦਿੱਤਾ ਜਾਂਦਾ। ਉਸ ਵਿਵਾਦ ਦੇ ਉੱਤੇ ਕਈ ਵਾਰੀ ਲੜਾਈਆਂ ਝਗੜੇ ਵੀ ਹੁੰਦੇ ਆ, ਸੋਸ਼ਲ ਮੀਡੀਆ ਤੇ ਤੂੰ ਮੈਂ ਵੀ ਹੁੰਦੀ ਹੈ। ਉਹਦੇ ਨਾਲ ਜਿਹੜਾ ਆ ਉਹ ਕਮਰਸ਼ੀਅਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਬਲਿਸਿਟੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਿੰਨਾ ਕੁ ਜਾਇਜ਼ ਮੰਨਦੇ ਹੋ ਕਿ ਕਲਾਕਾਰ ਨੂੰ ਕਮਰਸ਼ੀਅਲ ਗੀਤਾਂ ਨਾਲ ਕਮਰਸ਼ੀਅਲ ਹੋਣਾ ਚਾਹੀਦਾ ਆ ਜਾਂ ਇਦਾਂ ਦੇ ਵਿਵਾਦ ਪੈਦਾ ਕਰਕੇ ਕਮਰਸ਼ੀਅਲ ਹੋਣਾ ਚਾਹੀਦਾ? ਦੇਖੋ ਭਾਜੀ, ਮੈਂ ਕਦੀ ਵਿਵਾਦਾਂ 'ਚ ਨਹੀਂ ਪਿਆ, ਇਦਾਂ ਦੇ ਵਿਵਾਦ ਨਹੀਂ ਮੈਂ ਕੀਤੇ। ਮੈਨੂੰ ਤਾਂ ਇਹ ਹੁੰਦਾ ਵੀ ਆਪਣਾ ਗੀਤ ਗਾਓ, ਤਾਂ ਨਾ ਮੈਂ ਕਦੀ ਉਹ ਜਿਹੜੇ ਵਿਊ ਬੂਆ ਹੁੰਦੇ ਆ YouTube ਦੇ ਨਾ ਮੈਂ ਕਦੀ ਨਾ ਚਿਪਿਆ। ਆਪਣਾ ਗੀਤ ਗਾਓ, ਗਾ ਕੇ ਛੱਡ ਦਿਓ ਯਾਰ। ਵਾਹਿਗੁਰੂ ਕਿਰਪਾ ਕਰੂ ਸੱਚੇ ਪਾਤਸ਼ਾਹ, ਜਿਹਨੂੰ ਚੰਗਾ ਲੱਗਦਾ ਉਹਨੇ ਸੁਣ ਲੈਣਾ। ਜ਼ਰੂਰੀ ਨਹੀਂ ਹੁੰਦਾ ਯਾਰ ਕਿ ਤੁਹਾਨੂੰ 100 ਦੇ ਵਿੱਚੋਂ 100 ਬੰਦਾ ਹੀ ਤੁਹਾਨੂੰ ਪਸੰਦ ਕਰੇ। ਮੇਰੀ ਤਾਂ ਇਹ ਸੋਚ ਆ, 100 ਦੇ ਵਿੱਚੋਂ ਮੈਨੂੰ ਭਾਵੇਂ 99 ਨਾ ਪਸੰਦ ਕਰਨ, 10 ਪਸੰਦ ਕਰਨ, ਮੇਰੇ ਲਈ 10 ਹੀ 10 ਲੱਖ ਨਾਲ ਦੇ ਆ। ਠੀਕ ਹੈ ਨਾ, ਉਹ 10 ਹੀ ਜਿੰਦਾਬਾਦ ਆ। ਠੀਕ ਹੈ ਜੀ, ਹਰ ਬੰਦੇ ਦਾ ਦੇਖੋ ਆਪਣਾ ਆਪਣਾ ਟੇਸਟ ਆ। ਕੋਈ ਕਿੱਦਾਂ ਦਾ ਸੁਣਦਾ, ਕੋਈ ਕਿੱਦਾਂ ਦਾ ਸੁਣਦਾ, ਕੋਈ ਕਿੱਦਾਂ ਦਾ ਸੁਣਦਾ। ਜਿਹੜੇ ਮੇਰੇ ਨਾਲ ਵੱਜੇ ਨੇ ਜਾਂ ਮੇਰੀ ਗਾਇਕੀ ਨਾਲ ਵੱਜੇ ਨੇ ਜਾਂ ਮੇਰੀ ਸ਼ਾਇਰੀ ਨਾਲ ਵੱਜੇ ਨੇ, ਉਹ ਮੇਰੇ ਨਾਲ ਜੁੜੇ ਹੋਏ ਨੇ। ਇਸੇ ਕਰਕੇ ਤਾਂ ਮੈਂ ਹੁਣ ਤੱਕ ਕੰਮ ਕਰਦਾ ਆ ਰਿਹਾ। ਇਹ ਵੀ ਸੋਚ ਹੈ ਨਾ ਇੱਕ। ਹਾਂ, ਬੇਵਕਤੀ ਜਿਹੜੀਆਂ ਹਨੇਰੀਆਂ ਆਈਆਂ ਨਾ, ਉਹਨਾਂ ਦੇ ਵਿੱਚ ਮੈਂ ਕਦੀ ਉੱਡਣ ਦੀ ਕੋਸ਼ਿਸ਼ ਨਹੀਂ ਕੀਤੀ। ਠੀਕ ਹੈ ਨਾ, ਅੱਜ ਵੀ ਮੈਨੂੰ ਯਾਦ ਆ ਕਿ ਬਹੁਤ ਬੁੱਧੀਜੀਵੀ ਮੇਰੇ ਸਤਿਕਾਰਯੋਗ ਨੇ। ਮੈਂ ਉਹਨਾਂ ਦੇ ਕੋਲ ਗਿਆ ਸੀਗਾ ਤੇ ਮੈਂ ਜਦੋਂ ਨਵਾਂ ਹਿੱਟ ਹੋਇਆ, ਉਹ ਮੈਨੂੰ ਕਹਿੰਦੇ ਗੱਲ ਸੁਣੋ, ਏ ਬਾਬ ਰੋਲਾ ਬਣ ਕੇ ਉੱਡਣ ਦੀ ਕੋਸ਼ਿਸ਼ ਨਾ ਕਰੀ, ਵਾਹ ਬਣ ਕੇ ਵਗੀ। ਬਾਬ ਰੋਲੇ 'ਚ ਸਪੀਡ ਬਹੁਤ ਹੁੰਦੀ ਆ, ਭਰੀਆਂ ਚੱਕ ਮਾਰਦਾ ਕਣਕ ਦੀਆਂ ਤਾਂ ਨੂੰ, ਪਰ ਆਉਂਦਾ ਬਹੁਤ ਥੋੜੇ ਸਮੇਂ ਲਈ ਹੁੰਦਾ। ਜਿਹੜੀ ਹਵਾ ਆ ਇਕਸਾਰ ਵਗਦੀ ਆ। ਅੱਜ ਮੈਨੂੰ 19-20 ਸਾਲ ਹੋ ਗਏ ਆ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੂੰ। ਸੋ ਮੈਨੂੰ ਚਾਹਣ ਵਾਲਿਆਂ ਨੇ, ਮੈਨੂੰ ਮੁਹੱਬਤ ਕਰਨ ਵਾਲੇ ਜਿਹੜੇ ਮੇਰੇ ਨਾਲ ਜੁੜੇ ਨੇ, ਠੀਕ ਹੈ ਜੀ, ਉਹ ਮੈਨੂੰ ਕੰਮ ਦੇ ਰਹੇ ਨੇ, ਰੁਜ਼ਗਾਰ ਦੇ ਰਹੇ। ਪਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ। ਠੀਕ ਹੈ ਜੀ, ਜਿੱਥੇ ਵੀ ਦੁਨੀਆ ਦੇ ਵਿੱਚ ਪਰਦੇਸੀ ਵੀਰ ਬੈਠੇ ਨੇ, ਮੈਂ ਪਹਿਲੀ ਵਾਰੀਆਂ ਮੈਨੂੰ ਲੱਗਦਾ ਕਿ 16 ਸਾਲਾਂ ਦੇ ਵਿੱਚ ਅੱਜ ਮੈਂ ਪੰਜਾਬ ਦੇ ਵਿੱਚ ਬੈਠਾ, ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਮੈਂ ਬਾਹਰ ਹੁੰਦਾ, ਚਾਹੇ ਇੰਗਲੈਂਡ ਹੋਵਾਂ, ਚਾਹੇ ਕੈਨੇਡਾ ਹੋਵਾਂ, ਠੀਕ ਹੈ ਜੀ, ਚਾਹੇ ਯੂਰਪ ਹੋਵਾਂ। ਸੋ ਗੱਲ ਆ ਕਿ ਗੱਲ ਪਰਦੇਸੀਆਂ ਦੀ ਵੀ ਮੈਂ ਹੁਣ ਕਰਨੀ ਜ਼ਰੂਰੀ ਆ, ਕਿਉਂਕਿ ਅਸੀਂ ਜਿੰਨੇ ਵੀ ਕਲਾਕਾਰ ਆ ਨਾ, ਅਸੀਂ ਜੇ ਇੱਥੇ ਕੋਠੀਆਂ ਤੇ ਕਾਰਾਂ ਵਾਲੇ ਹੋ ਗਏ ਤੇ ਪਰਦੇਸੀਆਂ ਕਰਕੇ ਹੋਏ ਆ। ਬਿਲਕੁਲ ਪਿੱਛੇ ਜੇ ਕਲਾਕਾਰਾਂ ਨੇ ਆ ਜਿਹੜਾ ਕਰੋਨਾ ਦਾ ਤਰਾਸਦੀ ਆਈ ਹੈ, ਪੂਰੀ ਦੁਨੀਆ ਤੇ ਆਈ ਯਾਰ। ਇਹਦੇ ਵਿੱਚ NRI ਵੀਰਾਂ ਨੂੰ ਵੀ ਨਿੰਦਣਾ ਸ਼ੁਰੂ ਕਰਤਾ, ਜੇ ਹੈ ਉਹ ਹੈ ਫਲਾਨਾ ਹੈ। ਮੈਨੂੰ ਲੱਗਦਾ ਕਿ ਮੇਰਾ ਭਰਾ ਦਿਲਬਾਗ ਮੱਲ UK ਆ, ਠੀਕ ਹੈ ਜੀ, ਉਹਨੂੰ 22-23 ਸਾਲ ਹੋ ਗਏ ਉੱਥੇ ਗਏ ਨੂੰ। ਮੇਰਾ ਭਰਾ ਜੇ ਉਹ ਬਾਹਰ ਨਾ ਗਿਆ ਹੁੰਦਾ, ਮੈਨੂੰ ਲੱਗਦਾ ਸੀ ਨਾ ਸਾਡਾ ਕੋਠੀ ਬਣਨੀ ਸੀ, ਨਾ ਮੈਂ ਕਲਾਕਾਰੀ ਬਣਨੀ। ਕਲਾਕਾਰੀ ਤੇ ਵੀ ਪੈਸੇ ਲੱਗਦੇ ਆ, ਅਸੀਂ ਰੋਟੀ ਤੋਂ ਮੁਹਤਾਜ ਹੋ ਜਾਣਾ ਸੀ। ਕਿਸਾਨ ਦੇ ਪੱਲੇ ਹੁੰਦਾ ਕੀ ਤੇ ਜੱਟ ਦੇ ਪੱਲੇ ਕੀ ਆ? ਸਵਾਦ ਆਖੇ ਆ। ਠੀਕ ਹੈ ਜੀ, ਇੱਥੇ ਤੂੜੀਆਂ ਪਰਾਲੀਆਂ ਵੀ ਨਹੀਂ ਪੱਲੇ ਪੈਣ ਦਿੰਦੇ। ਠੀਕ ਹੈ ਜੀ, ਇੱਥੇ ਤਾਂ ਬਹੁਤ ਬੁਰੀ ਹਾਲ ਆ। ਇੱਥੇ ਗੌਰਮੈਂਟਾਂ ਨੇ ਕਦੀ ਕਿਸੇ ਲਈ ਕੱਖ ਨਹੀਂ ਕੀਤਾ ਤੇ ਨਾ ਹੀ ਕਰਨਾ ਆ। ਇਹ ਪੰਜਾਬੀਆਂ ਦੀ ਤਰਾਸਦੀ ਆ। ਠੀਕ ਹੈ ਜੀ, ਇਹ ਦੁਖਾਂਤ ਆ ਪੰਜਾਬ ਦਾ। ਮਜਬੂਰੀਆਂ ਕਿਸੇ ਨੂੰ ਮਜਬੂਰ ਕਰਦੀਆਂ ਨੇ ਪਰਦੇਸੀ ਹੋਣ ਲਈ। ਕੋਈ ਸ਼ੌਂਕ ਨਾਲ ਕਦੀ ਪਰਦੇਸੀ ਨਹੀਂ ਹੁੰਦਾ। ਪੰਜਾਬ ਦੇ ਵਿੱਚੋਂ ਹਰ ਘਰ 'ਚੋਂ ਇੱਕ ਪੁੱਤ ਨੇ ਕੁਰਬਾਨੀ ਦਿੱਤੀ ਆ, ਉਹਨੂੰ ਪਰਦੇਸੀ ਹੋਣਾ ਪਿਆ। ਚਾਹੇ ਉਹ ਅਮਰੀਕਾ ਗਿਆ, ਚਾਹੇ ਕੈਨੇਡਾ, ਚਾਹੇ ਇੰਗਲੈਂਡ, ਚਾਹੇ ਉਹ ਦੁਬਈ ਗਿਆ। ਯਾਰ ਛੋਟੇ ਮੁਲਕਾਂ 'ਚ ਗਿਆ, ਪਰ ਪਰਦੇਸੀ ਤਾਂ ਹੋਇਆ ਨਾ। ਰੋਜੀ ਰੋਟੀ ਲਈ ਪਰਦੇਸੀ ਹੋਏ ਨੇ। ਔਰ ਉਹਨਾਂ ਦੀ ਕਮਾਈ ਕਰਕੇ ਪੰਜਾਬ ਦੇ ਵਿੱਚ ਕੋਠੀਆਂ ਬਣੀਆਂ, ਉਹਨਾਂ ਦੀਆਂ ਕਮਾਈਆਂ ਕਰਕੇ ਭੈਣਾਂ ਦੇ ਵੱਡੇ ਵਿਆਹ ਹੋਏ ਨੇ, ਉਹਨਾਂ ਦੀਆਂ ਕਮਾਈਆਂ ਕਰਕੇ ਅੱਜ ਵੱਡੇ ਪੰਜਾਬ 'ਚ ਟੂਰਨਾਮੈਂਟ ਲੱਗਦੇ ਨੇ। ਅੱਜ ਜਿੰਨੇ ਪਿੰਡਾਂ 'ਚ ਵੱਡੇ ਮੇਲੇ ਹੁੰਦੇ ਨੇ, ਇਹ ਸਾਰੇ NRIਆਂ ਕਰਕੇ ਹੁੰਦੇ ਨੇ। ਹੁਣ ਤਾਂ ਚੋਣਾਂ ਵੀ ਉਹਨਾਂ ਦੇ ਪੈਸਿਆਂ ਨਾਲ ਲੜੀਆਂ ਜਾਂਦੀਆਂ। ਬਿਲਕੁਲ, ਲੜੀਆਂ ਕਿਉਂ ਨਹੀਂ ਜਾਂਦੀਆਂ ਯਾਰ? ਉਹਨਾਂ ਨੂੰ ਮੇਰੀ ਗੱਲ ਸੁਣੋ ਇੱਕ ਭਾਜੀ, ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਉਹਨਾਂ ਦੀਆਂ ਪਰਿਵਾਰ ਵੀ ਉੱਥੇ ਚਲੇ ਗਏ, ਉਹਨਾਂ ਦੀਆਂ ਫੈਮਲੀਆਂ ਉੱਥੇ ਆ, ਬੱਚੇ ਉੱਥੇ ਸੈਟਲ ਆ, ਕਿਸੇ ਨੇ ਨਹੀਂ ਆਉਣਾ। ਪਰ ਫਿਰ ਵੀ ਕੀ ਮੋਹ ਆ ਯਾਰ ਉਹਨਾਂ ਨੂੰ ਆਪਣੀ ਧਰਤੀ ਨਾਲ, ਆਪਣੇ ਪਿੰਡ ਦੇ ਨਾਲ? ਉਹਨਾਂ ਨੂੰ ਕੀ ਮੋਹ ਆ ਕਿ ਕਰੋੜ ਰੁਪਈਆ ਕੋਠੀ ਦੇ ਲਾ ਕੇ ਵਿੱਚ ਬਈਏ ਬਿਠਾ ਜਾਂਦੇ ਨੇ? ਇਸ ਗੱਲ ਦਾ ਜਵਾਬ ਹੈ ਕਿਸੇ ਕੋਲ? ਮੋਹ ਹੀ ਆ ਨਾ ਇੱਕ। ਉਹ ਕਿਉਂ ਪੈਸੇ ਬਰਬਾਦ ਕਰਦੇ ਨੇ ਇੱਥੇ ਆ ਕੇ? ਫਿਰ ਆ ਕੋਠੀਆਂ ਬਣਾ ਕੇ ਜਾਂਦੇ ਨੇ, ਠੀਕ ਹੈ ਨਾ, ਕੋਠੀਆਂ ਦੇ ਵਿੱਚ ਕਰੋੜ ਰੁਪਈਏ ਦੀਆਂ ਬਣਾ ਕੇ ਵਿੱਚ ਬਈਏ ਬਿਠਾ ਜਾਂਦੇ, ਜਾਂ ਕੋਈ ਕਿਸੇ ਨੂੰ ਹੋਰ ਨੂੰ ਬਿਠਾਉਂਦੇ ਵੀ ਸਫਾਈ ਕਰੀ ਚੱਲੀ, ਜਦ ਕਿ ਆਉਣਾ ਨਹੀਂ, ਉਹਨਾਂ ਦੇ ਨਿਆਣਿਆਂ ਨੇ ਨਹੀਂ ਇੱਥੇ ਆਉਣਾ। ਠੀਕ ਹੈ ਨਾ ਭਾਜੀ, ਇਹ ਪਿੰਡਾਂ ਨਾਲ ਵੱਜਿਆ ਮੋਹ ਆ। ਜਿਨ੍ਹਾਂ ਚੀਜ਼ਾਂ ਤੋਂ ਲੋਕ ਟੁੱਟ ਕੇ ਗਏ ਨੇ,
ਠੀਕ ਹੈ ਨਾ, ਕਿਉਂਕਿ ਉਹਨਾਂ ਦੀ ਨਾਨੀ, ਉਹਨਾਂ ਦੀ ਦਾਦੀ, ਉਹਨਾਂ ਦਾ ਬਾਬਾ, ਉਹਨਾਂ ਦਾ ਮਾਮਾ, ਚਾਚੇ, ਤਾਏ ਉਹ ਇੱਥੇ ਸੀਗੇ। ਬਿਲਕੁਲ ਠੀਕ ਹੈ ਨਾ, ਜਿੰਨਾ ਚਿਰ ਉਹ ਜਿਉਂਦੇ ਨੇ ਨਾ ਪ੍ਰਦੇਸ਼ਾਂ ਦੇ ਵਿੱਚ ਬੈਠੇ ਹੈ ਨਾ, ਉਹਨਾਂ ਚਿਰ ਉਹਨਾਂ ਦੇ ਨਾਲ ਸਾਡਾ ਵਿਰਸਾ ਜਿਉਂਦਾ ਆ, ਸਾਡਾ ਸੱਭਿਆਚਾਰ ਜਿਉਂਦਾ, ਸਾਡੇ ਪਿੰਡ ਜੀਂਦੇ ਨੇ। ਸਾਡੇ ਪਿੰਡ ਜੀਂਦੇ ਹੀ NRIਆਂ ਕਰਕੇ। ਜੇ NRI ਨਾ ਹੁੰਦੇ ਸਾਡੇ ਪਿੰਡ ਕਦੋਂ ਦੇ ਮਰ ਗਏ ਹੁੰਦੇ, ਸਾਨੂੰ ਰੋਟੀ ਨਹੀਂ ਨਸੀਬ ਹੋਣੀ ਸੀ। ਇੱਥੇ ਗੌਰਮੈਂਟਾਂ ਨੇ ਬੁਰਾ ਹਾਲ ਕੀਤਾ ਪਿਆ। ਗੌਰਮੈਂਟਾਂ ਇੱਥੇ ਹਮੇਸ਼ਾ ਸਾਡਾ ਖੂਨ ਚੂਸ ਰਹੀਆਂ, ਜੋਕਾਂ ਨੇ। ਹਰ ਚੀਜ਼ ਦੇ ਉੱਤੇ ਅਸੀਂ ਟੈਕਸ ਦੇ ਰਹੇ ਹਾਂ। ਇਸ ਮੁਲਕ ਦੇ ਜਿੰਨੇ ਲੀਡਰ ਹੈ ਜਿਹੜੇ ਵੀ ਆ, ਇਹ ਲੁੱਟ ਕੇ ਖਾ ਗਏ। ਇਹਨਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਦਾ। ਇਹ ਲੁੱਟ ਕੇ ਖਾ ਗਏ ਆ ਪੰਜਾਬ ਨੂੰ। ਪੰਜਾਬ ਦੇ ਵਿੱਚੋਂ ਤਾਂ ਹੀ ਜਵਾਨੀ ਅੱਜ ਆਈਲਟਸ ਕਰ ਕਰਕੇ ਬਾਹਰ ਜਾ ਰਹੀ ਹੈ, ਨਹੀਂ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਭਾਜੀ। ਇਹ ਪਹਿਲੀ ਗੱਲ ਤਾਂ ਆ, ਕਿੰਨੀਆਂ ਇਹ ਜਿਹੜੀਆਂ ਤਨਖਾਹਾਂ ਲੈਂਦੇ ਆ, ਫਿਰ ਇਹਨਾਂ ਦੀਆਂ ਪੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਆ। ਠੀਕ ਹੈ, ਕਿਹੜੀ ਗੱਲ ਦੀਆਂ ਵੀ ਪੈਨਸ਼ਨਾਂ? ਇਹ ਕਿਹੜੇ ਬਾਰਡਰ ਦੇ ਉੱਤੇ ਨੌਕਰੀ ਕਰਕੇ ਆਏ ਆ? ਕਿਹੜੀ ਨੌਕਰੀ ਕੀਤੀ? ਇੱਕ ਫੌਜੀ ਨੌਕਰੀ ਕਰਦਾ ਵਿਚਾਰਾ 40 ਸਾਲ ਜਾਂ 45 ਸਾਲ, ਉਹ ਆਉਂਦਾ ਤਾਂ ਫਿਰ ਜਾ ਕੇ ਉਹਨੂੰ ਪੈਨਸ਼ਨ ਲੱਗਦੀ ਹੈ ਇੱਕ। ਇਹ 50 ਸਾਲਾਂ ਬਾਅਦ ਹੀ ਪੈਨਸ਼ਨਾਂ ਲਈ ਜਾਂਦੇ, ਫਿਰ ਇੱਕ ਨਹੀਂ ਲੈਂਦੇ। ਇਹ ਮੁੱਦੇ ਹੋਣੇ ਚਾਹੀਦੇ ਆ ਇਲੈਕਸ਼ਨ ਦੇ ਵਿੱਚ। ਪੰਜਾਬ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਉੱਠ ਕੇ ਖੜੇ ਹੋਣਾ ਚਾਹੀਦਾ ਕਿ ਜਿਹੜੇ ਵੀ ਬਣਨਗੇ ਇੱਕ ਪੈਨਸ਼ਨ ਹੋਣੀ ਚਾਹੀਦੀ ਇਹਨਾਂ ਦੀ, ਸਿਰਫ ਇੱਕ। ਇਹ 4-4 ਵਾਰੀ 5-5 ਵਾਰੀ MLA ਬਣੀ ਜਾਂਦੇ ਆ, ਉੱਤੋਂ ਪੈਨਸ਼ਨਾਂ ਲਈ ਜਾਂਦੇ ਆ। ਉਹ ਜਿਹੜਾ ਪੈਨਸ਼ਨਾਂ ਲੈਂਦੇ ਆ, ਉੱਤੋਂ ਫਿਰ ਜਿੰਨੇ ਇਹਨਾਂ ਦੇ ਨਾਲ ਸਿਕਿਉਰਿਟੀ ਤੁਰੀ ਫਿਰਦੀ ਆ, ਜਿੰਨੇ ਵੀ ਇਹਨਾਂ ਦੇ ਨਾਲ ਸਾਰੇ ਤੁਰੇ ਫਿਰਦੇ ਨੇ, ਉਹਨਾਂ ਦੀਆਂ ਤਨਖਾਹਾਂ ਆ ਜਾਂ ਪੈਨਸ਼ਨਾਂ ਆ, ਉਹ ਕਿਹਦੀਆਂ? ਉਹ ਸਾਡੇ ਪੈਸੇ ਆ ਯਾਰ, ਸਾਡੇ ਟੈਕਸ ਦੇ ਪੈਸੇ ਆ। ਸਾਨੂੰ ਇਹ ਲੋਕ ਮਾਰ ਰਹੇ ਨੇ, ਸਾਨੂੰ ਜੋਕਾਂ ਬਣ ਕੇ ਜਿੰਬੜੇ ਨੇ ਤਾਂ ਸਾਨੂੰ ਖਾ ਗਏ। ਸਾਨੂੰ ਬਚਾਇਆ ਹੀ NRIਆਂ ਨੇ। ਸਾਡੇ ਭਰਾ ਜੇ, ਸਾਡੇ ਪੁੱਤ ਪੰਜਾਬ ਦੇ NRI ਨਾ ਹੋਏ ਹੁੰਦੇ, ਪੰਜਾਬ ਦੇ ਵਿੱਚ ਤਾਂ ਬੁਰੇ ਹਾਲ ਸੀ ਭਾਜੀ। ਇੱਥੇ ਤਾਂ ਕੱਖ ਵੀ ਨਹੀਂ ਸੀ। ਜਿਹੜੀਆਂ ਗੱਲਾਂ ਹੁਣ ਮੰਗੀ ਮਾਲ ਨੇ ਕੀਤੀਆਂ, ਕਿਤੇ ਸਿਆਸਤ ਦੇ ਵਿੱਚ ਆਉਣ ਦਾ ਤਾਂ ਨਹੀਂ ਇਰਾਦਾ? ਜਿਸ ਤਰੀਕੇ ਦੀਆਂ ਗੱਲਾਂ ਕਰ ਰਹੇ ਹੋ। ਨਹੀਂ, ਸਿਆਸਤ ਵਿੱਚ ਆਉਣ ਦਾ ਇਰਾਦਾ ਨਹੀਂ, ਪਰ ਐਤਕੀ ਇਲੈਕਸ਼ਨ ਦੇ ਵਿੱਚ ਮੈਂ ਭਰਿਆ ਪੀਤਾ ਪਿਆ। ਮੈਂ ਇਹਨਾਂ ਦੇ ਪੋਤੜੇ ਜ਼ਰੂਰ ਫਰੂਲੂੰਗਾ, ਜ਼ਰੂਰ। ਮੈਂ ਬਖਸ਼ਣੇ ਨੇਗੇ ਯਾਰ। ਜ਼ਿੰਦਗੀ ਆ ਰੱਬ ਨੇ ਦਿੱਤੀ ਆ, ਕੋਈ ਗੱਲ ਨਹੀਂ। ਕਿਹੜੀ ਗੱਲ ਆ, ਕੱਟ ਲਈ ਆ, ਵਧੀਆ ਕੀਤੀ ਆ, ਨਾ ਕਮਾਇਆ। ਠੀਕ ਹੈ ਨਾ, ਆਪਣੇ ਪੰਜਾਬੀਆਂ ਲਈ, ਆਪਣੀ ਧਰਤੀ, ਆਪਣੀ ਮਾਂ ਲਈ ਵੀ ਸਾਡੇ ਕੁਝ ਫਰਜ਼ ਬਣਦੇ ਨੇ। ਅਸੀਂ ਆਪਣੀ ਧਰਤੀ ਮਾਂ ਲਈ ਕੁਝ ਕਰਾਂਗੇ। ਅਸੀਂ ਬੋਲਣਾ ਇਹਨਾਂ ਮੁੱਦਿਆਂ ਦੇ ਉੱਤੇ ਬੋਲਣਾ ਆ। ਠੀਕ ਹੈ ਨਾ, ਜੇ ਉਸ ਬੰਦੇ ਨੂੰ ਜਿਤਾਓ, ਬੰਦਾ ਲੋਕਾਂ ਦੇ ਨਾਲ ਖੜੇ, ਲੋਕਾਂ ਦਾ ਕੰਮ ਕਰੇ। ਠੀਕ ਹੈ ਨਾ, ਇਹ ਜਿਹੜਾ ਬਣਦਾ ਹੈ ਤਾਂ 7-7 ਪੁਸ਼ਤਾਂ ਦੀ ਆਪਣੀ ਰੋਟੀ ਜੋੜਨੀ ਸ਼ੁਰੂ ਕਰ ਦਿੰਦੇ ਆ। ਤੁਸੀਂ ਜਿਹੜੀ ਲੜਾਈ ਲੜਨੀ ਆ, ਉਹ ਗੀਤਾਂ ਰਾਹੀਂ ਲੜਨੀ ਆ ਜਾਂ ਕਿਸੇ ਪਾਰਟੀ ਨੂੰ ਜੁਆਇਨ ਕਰਕੇ ਜਿਹੜੀ ਧਿਰ ਠੀਕ ਲੱਗੂਗੀ ਉਧਰ ਜਾ ਕੇ ਲੜਨਾ? ਮੈਂ ਮੇਰੀ ਆਪਣੀ ਵਿਚਾਰਧਾਰਾ ਆ। ਮੈਂ ਆਪਣੇ ਗੀਤਾਂ ਰਾਹੀਂ ਲੜੂੰਗਾ, ਮੈਂ ਆਪਣੇ ਬੋਲੂੰਗਾ। ਮੈਨੂੰ ਕੋਈ ਪਾਰਟੀਆਂ ਨਾਲ ਕੋਈ, ਮੈਨੂੰ ਪਾਰਟੀ ਕੋਈ ਹਜੇ ਤੱਕ ਚੰਗੀ ਨਹੀਂ ਲੱਗਦੀ। ਕਰਾਂ ਮੈਂ ਕੀ? ਸਾਰੇ ਦੇ ਜਿੱਧਰ ਨੂੰ ਮਰਜੀ ਮੂੰਹ ਮਾਰ ਲਾ ਤੂੰ, ਉਧਰ ਨੂੰ ਜਿੱਧਰ ਨੂੰ ਮਰਜੀ ਦੇਖੀ ਦਾ ਵਿਚਾਰ ਚੋਰ ਇਕੱਠੇ ਹੋਏ ਆ। ਠੀਕ ਹੈ ਨਾ, ਉਦੋਂ ਤੁਹਾਨੂੰ ਲੱਗਦਾ ਵੀ ਇੱਕ ਕਿਸਮ ਦੇ ਵਿੱਚ ਲੱਗਦਾ ਵੀ ਯਾਰ ਆਹ ਬੰਦਾ ਬਹੁਤ ਵਧੀਆ ਹੋਣਾ। ਠੀਕ ਹੈ ਨਾ, ਸਾਡੀ ਸੋਚ ਉਹ ਕੰਧ ਤੱਕ ਜਾਂਦੀ ਆ, ਕੰਧ ਤੋਂ ਪਿੱਛੇ ਮੁੜ ਆਉਂਦੀ। ਸਾਨੂੰ ਪਤਾ ਨਹੀਂ ਹੁੰਦਾ ਕੰਧ ਦੇ ਪਿੱਛੇ ਕਿਹੜੀ ਗੇਮ ਆ। ਠੀਕ ਹੈ, ਇਹ ਹਰੇਕ ਵਾਰ ਸਾਡੇ ਨਾਲ ਗੇਮਾਂ ਖੇਡਦੇ ਆ ਯਾਰ। ਠੀਕ ਹੈ ਨਾ, ਇਹ ਸਾਨੂੰ ਜਿਹੜੀ ਨੌਜਵਾਨ ਪੀੜ੍ਹੀ ਆ, ਹੁਣ ਅਸੀਂ ਲੋਕ ਪੜ੍ਹ ਲਿਖ ਗਏ ਆ, ਸਾਨੂੰ ਜਾਗਰਤ ਹੋਣਾ ਚਾਹੀਦਾ। ਸਾਨੂੰ ਆਪਣੇ ਹੱਕਾਂ ਦੀ ਲੜਾਈ ਜਿਹੜੀ ਲੜਨੀ ਚਾਹੀਦੀ ਆ। ਇਹ ਨਹੀਂ ਅਸੀਂ ਮੱਦੂ ਜਿਹੇ ਬਣ ਕੇ ਬੈਠੇ ਰਹੀਏ। ਇੱਦਾਂ ਤਾਂ ਫਿਰ ਬੈਠੇ ਰਹੋ, ਫਿਰ ਜੁੱਤੀਆਂ ਖਾਈ ਚੱਲੋ। ਸਾਡੇ ਨਿਆਣੇ ਪਰਦੇਸੀ ਹੋਈ ਜਾਣ। ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਇਸ ਗੱਲ ਦਾ। ਮੈਂ ਕਹਿਣ ਲੱਗਾ ਤੁਹਾਨੂੰ, ਅਸੀਂ 4 ਭੈਣ ਭਰਾ ਆ। ਮੇਰੀ ਛੋਟੀ ਭੈਣ ਜਿਹੜੀ ਆ ਉਹ ਆਸਟ੍ਰੇਲੀਆ ਬ੍ਰਿਸਬਨ ਵਿਆਹੀ ਆ। ਮੇਰਾ ਜਿਹੜਾ ਭਰਾ ਆ ਛੋਟਾ ਦਿਲਬਾਗ ਮਾਲ UK ਆ। ਮੇਰੀ ਵੱਡੀ ਭੈਣ ਜਿਹੜੀ ਉਹ ਕੈਨੇਡਾ, ਮੈਂ ਇੱਥੇ ਆ। ਔਰ ਤੁਸੀਂ ਕੋਣੇ ਦੇਖ ਲਓ, ਇੱਕ ਉਹ ਕੋਣੇ ਆਸਟ੍ਰੇਲੀਆ 'ਚ ਬੈਠਾ ਆ, ਮੈਂ ਇੱਥੇ ਬੈਠਾ ਆ। ਜ਼ਿੰਦਗੀ ਦੇ ਵਿੱਚ ਸਾਨੂੰ ਮਜਬੂਰੀਆਂ ਨੇ ਮਜਬੂਰ ਕਰਤਾ ਪਰਦੇਸੀ ਹੋਣ ਦੇ ਲਈ। ਮੇਰੇ ਭੈਣ ਭਰਾਵਾਂ ਨੂੰ ਅਸੀਂ ਆਪਣੀ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ ਭੈਣ ਭਰਾ ਕਿੰਨੀ ਵਾਰੀ ਮਿਲਾਂਗੇ? ਜਦੋਂ ਸਾਡੇ ਬੱਚਿਆਂ ਦੇ ਵਿਆਹ ਹੋਣਗੇ ਜਾਂ ਕੋਈ ਦੁੱਖ ਸੁੱਖ, ਉਦੋਂ ਮਿਲਾਂਗੇ। ਯਾਰ ਇਹ ਜ਼ਿੰਦਗੀ ਆਹ ਹੀ ਰਹਿ ਗਈ ਬਸ। ਉਹ ਮੈਂ ਲਿਖਿਆ ਇਹ 'ਤੇ ਵੀ। ਸੁਣਾਓ ਜ਼ਰੂਰ। ਹਾਂ, ਮੈਂ ਚਲੋ ਤੁਹਾਡੇ ਦੋ ਬੋਲ ਤੁਹਾਡੀ ਨਜ਼ਰ ਕਰ ਦਿੰਦਾ। ਪੈਸਾ ਤੇ ਬਹੁਤ ਕਮਾ ਲਿਆ, ਖੁਸ਼ੀਆਂ ਚੁਰਾ ਕੇ ਲੈ ਗਿਆ। ਪੈਸਾ ਤੇ ਬਹੁਤ ਕਮਾ ਲਿਆ, ਖੁਸ਼ੀਆਂ ਚੁਰਾ ਕੇ ਲੈ ਗਿਆ। ਕੋਈ ਕੈਨੇਡਾ, ਕੋਈ ਅਮਰੀਕਾ, ਕੋਈ UK ਜਾ ਕੇ ਵਹਿ ਗਿਆ। ਪੈਸਾ ਤੇ ਬਹੁਤ ਕਮਾ ਲਿਆ, ਹਾਸੇ ਚੁਰਾ ਕੇ ਲੈ ਗਿਆ। ਸੁਣਿਆ ਏ ਮੇਰੀ ਮੋਟਰ ਦਾ ਉਹ ਚਵਾਰਾ ਟਹਿ ਗਿਆ। ਪਰਦੇਸੀ ਇੱਕ ਬੈਠਾ ਸੋਚਦਾ ਕਿ ਯਾਰ ਮੈਂ ਜਿੱਥੇ ਮਿੱਤਰਾਂ ਨਾਲ ਦੋਸਤਾਂ ਨਾਲ ਬਹਿੰਦਾ ਹੁੰਦਾ ਸੀ, ਮੈਨੂੰ ਪਤਾ ਲੱਗਾ ਮੇਰੀ ਮੋਟਰ ਦਾ ਉਹ ਚਵਾਰਾ ਵੀ ਟਹਿ ਗਿਆ। ਠੀਕ ਹੈ ਨਾ, ਸੋ ਇਹ ਬੜਾ ਦੁਖਾਂਤ ਆ ਸਾਡੇ ਪੰਜਾਬੀਆਂ ਲਈ, ਬਹੁਤ ਵੱਡਾ ਦੁਖਾਂਤ। ਇੱਕ ਚੀਜ਼ ਹੈ ਮੰਗੀ ਜੀ,
ਕਦੀ ਵੀ ਕੋਈ ਕਲਾਕਾਰ ਸਿਆਸੀ ਨੁਕਤਿਆਂ ਦੇ ਉੱਤੇ ਖੁੱਲ੍ਹ ਕੇ ਨਹੀਂ ਬੋਲਦਾ, ਕਿਉਂਕਿ ਉਹਨੂੰ ਲੱਗਦਾ ਹੁੰਦਾ ਕਿ ਜੇ ਮੈਂ ਇਸ ਧਿਰ ਦੇ ਖਿਲਾਫ ਬੋਲਿਆ ਤੇ ਇਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਮੇਰੇ ਇੱਦਾਂ ਦੇ ਲੋਕ ਹੈਗੇ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਣੇ ਆ, ਉਹ ਬੰਦ ਕਰ ਦੇਣਗੇ ਜੇ ਉਧਰਲੀ ਕਈ ਤਾਂ ਕਲਾਕਾਰ ਇਸ ਸਿਆਸਤ ਦੇ ਵਿੱਚ ਆ ਕੇ ਰੁਲਦੇ ਵੀ ਦੇਖੇ ਆ, ਅਸੀਂ ਸਾਰੇ ਜਣੇ ਜਾਣਦੇ ਆ। ਲੱਗਦਾ ਨਹੀਂ ਹੈ ਕਿ ਜਿਸ ਤਰੀਕੇ ਦੀਆਂ ਗੱਲਾਂ ਤੁਸੀਂ ਹੁਣ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਤੁਹਾਡੇ ਕਿੱਤੇ ਦੇ ਉੱਤੇ ਕਿਤੇ ਨਾ ਕਿਤੇ ਅਸਰ ਪਾਉਣਗੀਆਂ? ਮੇਰੇ ਕਿੱਤੇ ਤੇ ਬਹੁਤ ਅਸਰ ਪੈ ਚੁੱਕਾ। ਮੈਂ ਸਮੇਂ ਦੇ ਉੱਤੇ ਵੱਡੀਆਂ ਸਟੇਜਾਂ ਦੇ ਉੱਤੇ ਬੋਲਦਾ, ਇਹਨਾਂ ਦੇ ਖਿਲਾਫ ਬੋਲਦਾ ਆ, ਠੀਕ ਹੈ ਨਾ। ਮੈਨੂੰ ਕੋਈ, ਮੈਂ ਰੱਬ ਤੋਂ ਡਰਦਾ, ਸੱਚੇ ਪਾਤਸ਼ਾਹ ਤੋਂ, ਜੋ ਆਪਣੀ ਮਾਂ ਤੋਂ ਡਰਦਾ, ਮੈਂ ਇਹਨਾਂ ਦੇ ਕੋਲੋਂ ਨਹੀਂ ਡਰਦਾ, ਠੀਕ ਹੈ ਨਾ ਮੈਂ ਇਹਨਾਂ ਨੂੰ ਕੁਝ ਸਮਝਦਾ, ਠੀਕ ਹੈ ਨਾ। ਮੈਂ ਤੁਹਾਨੂੰ ਫਿਰ ਕਹਿੰਦਾ ਜੋਕਾਂ ਚਿੰਬੜੀਆਂ ਆ ਸਾਨੂੰ ਯਾਰ, ਪੰਜਾਬੀਆਂ ਨੂੰ, ਸਾਡਾ ਪੰਜਾਬ ਖਤਮ ਕਰਤਾ ਇਹਨਾਂ ਨੇ, ਸਾਡੀ ਯੰਗਸਟਰ ਪੀੜ੍ਹੀ ਸਾਰੀ ਬਾਹਰ ਭੱਜ ਗਈ ਆ, ਕੋਈ ਕਿਤੇ ਆ, ਕੋਈ ਕਿਤੇ ਆ, ਕੋਈ ਕਿਤੇ ਆ, ਠੀਕ ਹੈ ਨਾ। ਇਹ ਬਹੁਤ ਵੱਡਾ ਦੁਖਾਂਤ ਆ ਭਾਜੀ, ਮੇਰਾ ਪੰਜਾਬ ਛੱਡਣ ਨੂੰ ਦਿਲ ਨਹੀਂ ਕਰਦਾ, ਠੀਕ ਹੈ ਨਾ। ਮੇਰਾ ਮੂੰਹ ਜੁੜਿਆ ਮੇਰੇ ਪਿੰਡ ਨਾਲ, ਮੈਂ ਅੱਜ ਤੱਕ ਪਿੰਡ ਨਹੀਂ ਛੱਡਿਆ, ਮੈਂ ਤਾਂ ਸ਼ਹਿਰ ਨਹੀਂ ਆਇਆ, ਕੋਠੀਆਂ ਲੈਣ ਦੇ ਬਾਵਜੂਦ ਵੀ, ਮੈਂ ਚੰਡੀਗੜ੍ਹਾਂ 'ਚ ਫਲੈਟ ਲੈਣ ਦੇ ਬਾਵਜੂਦ ਵੀ ਮੈਂ ਆਪਣਾ ਪਿੰਡ ਨਹੀਂ ਛੱਡਿਆ, ਕਿ ਮੈਨੂੰ ਮੇਰੇ ਪਿੰਡ ਨਾਲ ਮੋਹ ਆ, ਮੈਂ ਆਪਣੇ ਪਿੰਡ ਦੇ ਵਿੱਚ ਬੈਠਾ ਆ। ਪਰ ਕਿੰਨਾ ਚਿਰ, ਆਖਰਕਾਰ ਤਾਂ ਮੇਰੇ ਨਿਆਣੇ ਵੀ ਮੂਵ ਹੋਣਗੇ, ਇੱਥੋਂ ਜਾਣਗੇ ਬਾਹਰ, ਠੀਕ ਹੈ ਜੀ। ਉਹ ਕੈਨੇਡਾ ਚਲ ਗਿਆ ਜਾਂ ਆਸਟ੍ਰੇਲੀਆ ਜਾਂ ਕਿਤੇ ਹੋਰ ਚੱਲ ਜਾਣਗੇ, ਤੇ ਮਾਂ ਪਿਓ ਕਿੱਥੇ ਜਾਣਗੇ? ਬੱਚਿਆਂ ਕੋਲ ਹੀ ਜਾਣਗੇ ਨਾ। ਇੱਕ ਨਾ ਇੱਕ ਟਾਈਮ ਤਾਂ ਇਦਾਂ ਦਾ ਆਉਣਾ ਕਿ ਸਾਨੂੰ ਵੀ ਇੱਥੋਂ ਜਾਣਾ ਪਊਗਾ, ਠੀਕ ਹੈ ਨਾ। ਇਹ ਭਾਜੀ ਬਹੁਤ ਵੱਡਾ ਦੁਖਾਂਤ ਆ ਪੰਜਾਬੀਆਂ ਲਈ, ਬਹੁਤ ਵੱਡਾ ਦੁਖਾਂਤ ਆ ਇਹ। ਪਰ ਇਹ ਦੁਖਾਂਤ ਜਿਹੜਾ ਪੈਦਾ ਕਿਹਨਾਂ ਨੇ ਕੀਤਾ? ਇਹ ਸਾਡੇ ਲੀਡਰਾਂ ਨੇ, ਮਾੜੇ ਲੀਡਰਾਂ ਨੇ, ਜਿਹੜੇ ਪਤਾ ਨਹੀਂ ਇਹਨਾਂ ਦੀਆਂ ਕਿਹੜੀਆਂ ਮਜਬੂਰੀਆਂ ਨੇ, ਜਿਹੜੇ ਸੈਂਟਰ ਤੋਂ ਇਸ਼ਾਰੇ ਹੁੰਦੇ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਨੱਚਦੇ ਨੇ। ਪੰਜਾਬ ਲਈ ਨਹੀਂ ਕਦੀ ਸੋਚਦੇ, ਪੰਜਾਬੀ ਪੀੜ੍ਹੀ ਲਈ ਨਹੀਂ ਸੋਚਦੇ, ਪੰਜਾਬੀ ਬੋਲੀ ਲਈ ਨਹੀਂ ਸੋਚਦੇ, ਪੰਜਾਬੀ ਧਰਤੀ ਮਾਂ ਲਈ ਨਹੀਂ ਸੋਚਦੇ, ਠੀਕ ਹੈ ਨਾ। ਇਹ ਸਭ ਵਿਕੇ ਹੋਏ ਲੋਕ ਨੇ, ਠੀਕ ਹੈ ਨਾ। ਬਸ ਇਹਨਾਂ ਨੂੰ ਆਪਣੀ ਰੋਜੀ ਰੋਟੀ ਨਾਲ ਮਤਲਬ ਆ ਵੀ ਮੇਰੇ ਨਿਆਣਿਆਂ ਦਾ ਉੱਥੇ ਹੋਟਲ ਬਣ ਜਾਏ, ਇੱਥੇ ਹੋਟਲ ਬਣ ਜਾਏ, ਉੱਥੇ ਆਹ ਬਣ ਜਾਏ, ਉੱਥੇ ਕਿਸੇ ਦਾ ਉਹ ਬਣ ਜਾਏ, ਕਿਸੇ ਦਾ ਉਹ ਬਣ ਜਾਏ, ਠੀਕ ਹੈ ਨਾ। ਇਹਨਾਂ ਨੂੰ ਪੰਜਾਬੀਆਂ ਨਾਲ ਹੈ ਹੀ ਨਹੀਂਗਾ, ਠੀਕ ਹੈ ਨਾ। ਇਹ ਪੰਜਾਬੀ ਮਿਹਨਤਕਸ਼ ਲੋਕ ਆ ਯਾਰ, ਇੱਥੇ ਜਿੱਥੇ ਵੀ ਗਏ ਆ ਪੂਰੀ ਦੁਨੀਆ ਦੇ ਵਿੱਚ ਦੇਖੋ, ਸਾਡੇ ਨੌਜਵਾਨ ਬੈਠੇ ਨੇ, ਸਾਡੇ ਨੌਜਵਾਨ ਹੱਕ ਹਲਾਲ ਦੀ ਰੋਟੀ ਖਾਂਦੇ ਨੇ, ਬੇਈਮਾਨੀ ਨਹੀਂ ਕਰਦੇ, ਮਜ਼ਦੂਰੀਆਂ ਕਰਦੇ ਨੇ। ਇਹ ਪੰਜਾਬੀਆਂ ਦੇ ਖੂਨ 'ਚ ਆ ਭਾਜੀ, ਸਾਡੇ DNA ਦੇ ਵਿੱਚ ਇਹ ਆ ਕਿ ਜਦੋਂ ਦੁਨੀਆ ਦੇ ਉੱਤੇ ਕੋਈ ਤਰਾਸਦੀ ਆਉਂਦੀ ਆ, ਲੰਗਰ ਲਾਉਣ ਲਈ ਸਭ ਤੋਂ ਪਹਿਲਾਂ ਪੰਜਾਬੀ ਖੜਦੇ ਨੇ, ਮਦਦ ਕਰਨ ਦੇ ਲਈ ਸਭ ਤੋਂ ਪਹਿਲਾਂ ਪੰਜਾਬੀ ਖੜਦੇ ਨੇ। ਦੌਰ 'ਚ ਕਰਕੇ ਦਿਖਾਇਆ ਭਾਜੀ, ਪੂਰੀ ਦੁਨੀਆ ਦੇ ਵਿੱਚ ਇਸ ਤਰਾਸਦੀ ਦੇ ਵਿੱਚ ਪੰਜਾਬੀਆਂ ਨੇ ਆਪਣੇ ਆਪ ਨੂੰ ਸਿੱਧ ਕੀਤਾ। ਪੂਰੀ ਦੁਨੀਆ ਦੇ ਵਿੱਚ ਕੱਲੇ ਸ਼ਹਿਰ 'ਚੋਂ ਇਹ ਆਵਾਜ਼ ਆਈ ਆ ਕਿ ਆਹ ਪੱਗਾਂ ਵਾਲੀ ਜਿਹੜੀ ਕੌਮ ਆ ਨਾ, ਇਹ ਸਾਡੇ ਸ਼ਹਿਰ 'ਚ ਹੋਣੀ ਚਾਹੀਦੀ ਆ। ਬਾਬੇ ਨਾਨਕ ਦੇ ਵਾਰਸ ਆ ਜਿਹੜੇ, ਇਹ ਸਾਡੇ ਸ਼ਹਿਰ 'ਚ ਚਾਹੀਦੇ ਨੇ। ਇਹ ਲੋਕ ਕੌਣ ਆ? ਇਹ ਚਾਹੀਦੇ ਆ। ਇਸ ਤਰਾਸਦੀ ਨੇ ਐਤਕੀ ਦੱਸ ਦਿੱਤਾ ਕਿ ਸਿੱਖ ਹੈ ਕੌਣ ਨੇ, ਠੀਕ ਹੈ ਜੀ। ਕਦੀ ਨਾ ਪਰਿਸਥਿਤੀਆਂ ਇਦਾਂ ਦੀਆਂ ਹੋ ਜਾਂਦੀਆਂ, ਗੱਲਾਂ ਬੜੀਆਂ ਲੋਕੈਰ ਹੋ ਜਾਂਦੀਆਂ। ਮੈਂ ਕੁਝ ਘੜ ਕੇ ਆਇਆ ਸੀ ਜਾਂ ਸੋਚ ਕੇ ਆਇਆ ਸੀਗਾ ਕਿ ਕੁਝ ਇਸ ਤਰੀਕੇ ਦੀਆਂ ਗੱਲਾਂ ਹੋਣਗੀਆਂ, 4 ਗੀਤ ਸੁਣਾਂਗੇ, 4 ਜ਼ਿੰਦਗੀ ਦੀਆਂ ਗੱਲਾਂ ਕਰਾਂਗੇ। ਪਰ ਮੰਗੀ ਮਾਲ ਦੇ ਕੋਲ ਬੈਠਦੇ ਹਾਂ, ਗੱਲ ਨੂੰ ਸ਼ੁਰੂ ਕਰਦੇ ਹਾਂ। ਰੁੱਖ ਜਿਹੜਾ ਗੱਲਾਂ ਬਾਤਾਂ ਦਾ ਕਈ ਦਾਇਰਿਆਂ ਨੂੰ ਤੋੜ ਕੇ ਬਹੁਤ ਦੂਰ ਤੱਕ ਜਾਂਦਾ, ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਤੇ ਮੈਂ ਤਾਂ ਲਾਗੇ ਬੈਠਾ ਇਹ ਮਹਿਸੂਸ ਕਰ ਹੀ ਰਿਹਾ ਹਾਂ। ਇੱਕ ਵਾਰ ਫਿਰ ਮੈਂ ਉਸੇ ਖੇਤਰ ਦੇ ਵੱਲ ਆ ਜਾਂਦੇ ਹਾਂ, ਆਪਣੇ ਵੱਲ। ਹੱਕ ਦੀ ਗੱਲ ਕਰਦਾ ਹੈ ਮੰਗੀ ਮਾਲ, ਸੱਚ ਦੀ ਗੱਲ ਕਰਦਾ ਆ, ਕਹਿੰਦਾ ਮੈਂ ਡਰਦਾ ਨਹੀਂ ਆ ਕਿਸੇ ਕੋਲ, ਮੈਂ ਇਸੇ ਤਰੀਕੇ ਨਾਲ ਬੋਲਦਾ ਰਹਾਂਗਾ, ਮੈਨੂੰ ਮੇਰੇ ਕੈਰੀਅਰ 'ਤੇ ਕਿਸ ਤਰੀਕੇ ਦਾ ਅਸਰ ਪੈਂਦਾ ਇਹਦੀ ਵੀ ਕੋਈ ਪਰਵਾਹ ਨਹੀਂ ਆ। ਪਰ ਤੁਹਾਡੀ ਫੀਲਡ ਦੇ ਵਿੱਚ ਜਦੋਂ ਮੈਂ ਦੇਖਦਾ ਕਿ ਇੱਕ ਗੀਤਕਾਰ ਕਹਿ ਦਿੰਦਾ ਕਿ ਮੰਗੀ ਮਾਲ ਨੇ ਮੇਰੇ ਥੱਪੜ ਮਾਰ ਦਿੱਤਾ ਇੱਕ ਵਾਰੀ, ਸਿਰਫ ਇਸ ਕਰਕੇ ਕਿ ਗਿੱਪੀ ਗਰੇਵਾਲ ਦੇ ਲਾਗੇ ਬੈਠਿਆਂ ਮੈਂ ਆਪਣੇ ਹੱਕ ਦੀ ਗੱਲ ਜਿਹੜੀ ਉਹ ਕਰ ਦਿੱਤੀ ਸੀਗੀ। ਇੱਦਾਂ ਦੇ ਵਿਵਾਦ ਜਦੋਂ ਮੰਗੀ ਮਾਲ ਨਾਲ ਆਣ ਕੇ ਜੁੜਦੇ ਆ ਤੇ ਫਿਰ ਉਹ ਹੱਕ ਸੱਚ ਦੀ ਕਹੀ ਹੋਈ ਗੱਲ, ਦਿੱਤਾ ਹੋਇਆ ਹੋਕਾ, ਲੱਗਦਾ ਕਿ ਉੱਥੇ ਜਾ ਕੇ ਸਾਰਥਕ ਨਹੀਂ ਹੋ ਰਿਹਾ। ਮੈਂ ਇੱਕ ਇੰਟਰਵਿਊ ਦੇ ਵਿੱਚ ਪਹਿਲਾਂ ਵੀ ਦੱਸ ਕੇ ਹਟਿਆ ਭਾਜੀ, ਪਹਿਲਾਂ ਤਾਂ ਮੈਂ ਇੱਕ ਸਪਸ਼ਟੀਕਰਨ ਦਿੱਤੇ ਨਹੀਂ, ਮੈਨੂੰ ਮੈਂ ਸਮਝਦਾ ਨਹੀਂ ਸੀ ਇਸ ਚੀਜ਼ ਨੂੰ। ਇੱਕ ਤਰਫਾ ਜਦੋਂ ਤੁਸੀਂ ਗੱਲ ਕਰੋਗੇ ਤੇ ਮੈਂ ਜੇ ਇੱਕ ਤਰਫਾ ਗੱਲ ਕਰਾਂ ਤੇ ਮੈਂ ਹੀ ਸੱਚਾ ਲੱਗਣਾ, ਠੀਕ ਹੈ ਜੀ। ਇੱਕ ਤਰਫਾ ਕਦੀ ਜ਼ਿੰਦਗੀ ਦੇ ਵਿੱਚ ਗੱਲ ਨਾ ਕਰੋ। ਬਾਕੀ ਗੱਲ ਉਹ ਪੂਰੀ ਇੰਟਰਵਿਊ ਸੁਣ ਲਓ। ਮਿਸਟਰ ਮੱਕੜ ਮੇਰੇ ਖਿਆਲ ਨਾਲ ਇੰਟਰਵਿਊ ਲੈ ਰਹੇ ਨੇ ਉਹ ਉਸ ਬੰਦੇ ਦੀ, ਔਰ ਇੰਟਰਵਿਊ ਦੇ ਵਿੱਚ ਸਾਰਾ ਕੁਛ ਇਹਦਾ ਕਲੀਅਰ ਹੁੰਦਾ ਜਾਂਦਾ। ਉਹ ਮਿਸਟਰ ਮੱਕੜ ਪੁੱਛਦੇ ਨੇ ਕਿ ਮੰਗੀ ਮਾਲ ਨੇ ਤੇਰਾ ਗੀਤ ਗਾਇਆ? ਕਹਿੰਦਾ ਨਹੀਂ। ਫਿਰ ਪੈਸੇ ਕਿਸ ਗੱਲ ਦੇ ਮੰਗਦਾ ਸੀ ਉਹਦੇ ਕੋਲੋਂ? ਠੀਕ ਹੈ ਜੀ। ਮੇਰੇ ਕੋਲ ਤਾਂ ਆਪਣੇ ਗੀਤਾਂ ਦੇ ਭੰਡਾਰ ਪਏ ਆ, ਠੀਕ ਹੈ, ਮੇਰੇ ਕੋਲ ਗੀਤ ਪਏ ਨੇ। ਉਹ ਬੰਦਾ ਆਇਆ ਜੱਜ ਜੀ ਉਹਨਾਂ ਦੇ ਦਫ਼ਤਰ, ਉੱਥੇ ਆਇਆ, ਮੈਨੂੰ ਕਿਹਾ ਉਸਤਾਦ ਜੀ ਮੇਰਾ ਵੀ ਗੀਤ ਗਾ ਦਿਓ, ਕੋਈ ਮੇਰਾ ਵੀ ਗੀਤ। ਮੈਂ ਕਿਹਾ ਮੇਰੇ ਕੋਲ ਤਾਂ ਭਰਾਵਾ ਆਪਣੇ ਪਏ ਨੇ ਨਾ। ਨਹੀਂ ਮੇਰਾ ਵੀ ਯਾਰ ਚੱਲ ਵੀ ਤੂੰ ਸੁਣਾ। 3-4 ਗੀਤ ਸੁਣਾਏ। ਮੈਂ ਕਿਹਾ ਯਾਰ ਆਹ ਤੇਰਾ ਗੀਤ ਬਹੁਤ ਵਧੀਆ, ਆਹ ਰਿਕਾਰਡ ਕਰਾਉਣ ਵਾਲਾ ਤੇਰਾ ਵੀਰ ਗੀਤ, ਠੀਕ ਹੈ ਨਾ। ਸਿਰਫ ਇੰਨੀ ਗੱਲ ਕਹਿਤੀ ਰਿਕਾਰਡ ਕਰਾਉਣਾ। ਮੈਂ ਭਾਜੀ ਦੋਸ਼ੀ ਤਾਂ ਆ ਜੇ ਤਾਂ ਮੈਨੂੰ ਲਿਖ ਕੇ ਗੀਤ ਮੇਰੇ ਹੱਥ 'ਚ ਫੜਾ ਦਿੱਤਾ ਗਿਆ ਹੋਵੇ, ਫਿਰ ਮੈਂ ਦੋਸ਼ੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣਦਾ।
ਜਾਂ ਮੈਂ ਰਿਕਾਰਡ ਕਰਾ ਦਿੱਤਾ ਗਿਆ ਹੋਵੇ ਤੇ ਫਿਰ ਵੀ ਮੈਂ ਦੋਸ਼ੀ। ਕੋਈ ਬੰਦਾ ਮੇਰੀ ਮੁੱਖ ਦੇ ਵਿੱਚ ਬਦਨਾਮੀ ਕਰੇ ਤਿੰਨਾਂ ਚੌਂ ਕਲਾਕਾਰਾਂ ਨੂੰ ਕਹੇ ਵੀ ਮੈਂ ਤਾਂ ਮੰਗੀ ਮਾਲ ਤੋਂ ਪੈਸੇ ਲੈਣੇ ਆ, ਮੈਂ ਤਾਂ ਮੰਗੀ ਮਾਲ ਤੋਂ ਪੈਸੇ ਲੈਣੇ। ਮੈਂ ਇਸ ਇੰਡਸਟਰੀ ਦੇ ਵਿੱਚ ਪੈਸੇ ਲੈਣੇ ਆ ਲੋਕਾਂ ਤੋਂ, ਇਸ ਇੰਡਸਟਰੀ ਦੇ ਵਿੱਚ, ਔਰ ਲੈਣੇ ਵੀ ਆ। ਪਤਾ ਨਹੀਂ ਕਿੰਨੀਆਂ ਕੁ ਮੇਰੇ ਨਾਲ ਠੱਗੀਆਂ ਵੱਜ ਚੁੱਕੀਆਂ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਠੀਕ ਹੈ ਨਾ। ਵਾਹਿਗੁਰੂ ਜਾਣਦਾ, ਸੱਚੇ ਪਾਤਸ਼ਾਹ। ਜੇ ਮੈਂ ਮਾੜੀ ਕਰੂੰਗਾ ਤਾਂ ਮੈਨੂੰ ਉਹਦੀ ਸਜ਼ਾ ਮਿਲਣੀ ਆ, ਠੀਕ ਹੈ ਜੀ। ਮੈਂ ਰੱਬ ਤੋਂ ਡਰਨ ਵਾਲਾ, ਮੈਂ ਬਹੁਤ ਡਰਪੋਕ ਬੰਦਾ ਅੰਦਰੋਂ ਮੈਂ ਬਹੁਤ ਡਰਪੋਕ ਬੰਦਾ। ਮੈਂ ਤਾਂ ਇੱਦਾਂ ਦਾ ਬੰਦਾ, ਜੇ ਮੇਰੇ ਤੋਂ ਕੋਈ ਗਲਤੀ ਹੋ ਜਾਏ ਤੇ ਮੈਂ ਮਾਫੀ ਮੰਗਣ ਵਾਲਾ ਬੰਦਾ। ਜੇ ਤੁਹਾਡੇ ਲਈ ਮੇਰੇ ਕੋਲ ਕੋਈ ਅੱਖਰ ਬੋਲਿਆ ਗਿਆ ਤੇ ਮੈਂ ਕਹਿਣਾ ਭਾਜੀ ਮੈਨੂੰ ਮਾਫ ਕਰ ਦਿਓ, ਮੈਂ ਇਨਸਾਨ ਹਾਂ ਯਾਰ, ਠੀਕ ਹੈ ਨਾ। ਪਰ ਮੈਂ ਅੱਗੇ ਵੀ ਇਹ ਗੱਲ ਕਹਿ ਚੁੱਕਾ ਕਿ ਪਹਿਲ ਮੈਂ ਜ਼ਿੰਦਗੀ 'ਚ ਕਦੀ ਕੀਤੀ ਨਹੀਂ, ਮੈਂ ਦੂਜ ਕਦੀ ਛੱਡੀ ਨਹੀਂ, ਠੀਕ ਹੈ ਜੀ। ਉਹ ਬੰਦਾ ਆ ਕੇ ਉੱਥੇ ਸਪੀਡ ਦੇ ਦਫ਼ਤਰ ਕੁਦਰਤੀ ਆ ਗਿਆ ਉਹਨਾਂ ਦੇ, ਠੀਕ ਹੈ ਨਾ। ਉੱਥੇ ਕੁਦਰਤੀ ਮੈਂ ਚੱਲ ਗਿਆ। ਉੱਥੇ ਇੱਕ ਮੁੰਡਾ ਵਿਜੇ ਮੋਮੀ ਉਹਨਾਂ ਦੇ ਕੰਮ ਕਰਦਾ ਹੁੰਦਾ ਸੀ ਉਦੋਂ, ਸਪੀਡ ਵਾਲਿਆਂ ਦੇ। ਉਹਨੂੰ ਵੀ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਭਾਜੀ ਤੁਸੀਂ ਉਹਦੇ ਪੈਸੇ ਦੇਣੇ ਆ ਫਲਾਣੇ ਬੰਦੇ ਦੇ ਇੱਦਾਂ ਦਾ ਕਰਕੇ, ਠੀਕ ਹੈ ਜੀ। ਮੈਂ ਕਿਹਾ ਯਾਰ ਤੂੰ ਆਹ ਗੱਲ ਕੀਤੀ ਵੀ? ਕਹਿੰਦਾ ਨਹੀਂ ਮੈਂ ਤਾਂ ਨਹੀਂ ਕੀਤੀ, ਕਿਸੇ ਨੂੰ ਮੈਂ ਕਿਹਾ ਹੀ ਨਹੀਂ। ਮੈਂ ਉਹ ਖੜੇ ਟਾਈਮ ਸੀਗਾ, ਜਿਹੜਾ ਬੰਦਾ ਉਹ ਬੁਲਾਇਆ ਅੰਦਰ। ਮੈਂ ਕਿਹਾ ਦੱਸ ਵੀ। ਉਹ ਕਹਿੰਦਾ ਜੀ ਮੈਨੂੰ ਮੇਰੀ ਮਾਂ ਦੀ ਸਹੁੰ ਲੱਗੇ ਭਾਜੀ ਵੀ ਇਸ ਬੰਦੇ ਨੇ ਇਹ ਮੈਨੂੰ ਗੱਲ ਕਹੀ ਆ। ਇਹ ਗਲ ਪੈਣ ਲਈ ਉੱਠਿਆ ਉਹਦੇ, ਜਿਹਨੇ ਮੁੰਡੇ ਨੇ ਕਿਹਾ। ਜਦੋਂ ਗਲ ਪੈਣ ਲਈ ਉੱਠਿਆ ਤਾਂ ਫਿਰ ਵੱਜੀ, ਫਿਰ ਤਾਂ ਵੱਜਣੀ ਲਾਜ਼ਮੀ ਸੀ। ਮੈਂ ਝੂਠ ਬੋਲਣ ਵਾਲੇ ਬੰਦਿਆਂ 'ਚ ਤਾਂ ਹੈ ਹੀ ਨਹੀਂ ਕਿ ਮੈਂ ਨਹੀਂ ਮਾਰੀ, ਠੀਕ ਹੈ ਨਾ। ਫਿਰ ਤਾਂ ਵੱਜਣੀ ਲਾਜ਼ਮੀ ਸੀ। ਔਰ ਦੂਸਰੀ ਗੱਲ, ਤੁਹਾਡਾ ਇੱਕ ਗੀਤ ਤੁਸੀਂ ਕਹਿੰਦੇ ਹਿੱਟ ਹੋਇਆ, ਉਹ ਵੀ ਗੀਤ ਚੋਰੀ ਦਾ। ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇ ਕਿਹਦੀ ਲੈਣ ਆ, ਕਿਹਦੀ ਲੈਣ ਆ? ਚਮਕੀਲੇ ਲੈਣ, ਠੀਕ ਹੈ ਜੀ। ਦੂਸਰੀ ਗੱਲ, ਉਹ ਪੱਤਰਕਾਰ ਦੀ ਮੈਂ ਗੱਲਾਂ ਕਰਦਾ, ਇੰਟਰਵਿਊ ਦੀਆਂ, ਮੈਂ ਆਪਣੀ ਨਹੀਂ ਕਰ। ਉਹ ਬੰਦਾ ਪੁੱਛ ਰਿਹਾ ਕਿ ਯਾਰ ਐਸ ਕਲਾਕਾਰ ਨਾਲ ਵੀ ਨਹੀਂ ਬਣੀ, ਇਹਨਾਂ ਵੀ ਨਹੀਂ ਬਣਦੀ, ਇਹਨਾਂ ਵੀ ਨਹੀਂ ਬਣਦੀ, ਇਹਨਾਂ ਵੀ ਨਹੀਂ ਬਣਦੀ, ਕਿਸੇ ਨਾਲ ਵੀ ਨਹੀਂ ਬਣਦੀ। ਚਲੋ ਛੱਡੋ, ਮੇਰੀ ਫੈਮਿਲੀ ਦੇ ਨਾਲ ਵੀ ਮੇਰਾ ਡਿਵੋਰਸ ਚੱਲ ਰਿਹਾ, 4 ਸਾਲ ਹੋ ਗਏ ਜੀ। ਯਾਰ ਤੁਹਾਡੀ ਕਿਸੇ ਬੰਦੇ ਨਾਲ ਵੀ ਨਹੀਂ ਬਣਦੀ, ਤੁਹਾਡੀ ਫੈਮਿਲੀ ਨਾਲ ਵੀ ਨਹੀਂ ਬਣਦੀ, ਤੁਸੀਂ ਮਾਨਸਿਕ ਤੌਰ ਤੇ ਕਿੱਡੇ ਬਿਮਾਰ ਆਦਮੀ ਹੋ, ਠੀਕ ਹੈ ਨਾ। ਕਿਸੇ ਨਾਲ ਤਾਂ ਭਾਜੀ ਤੁਹਾਡੀ ਬਣੇ, ਠੀਕ ਹੈ ਨਾ। ਔਰ ਦੂਸਰੀ ਗੱਲ, ਫਿਰ ਉੱਤੋਂ ਇੱਕ ਜੈਲ ਸਿੰਘ ਉਹਦੇ ਵਿੱਚ ਦੇਖਿਓ ਤੁਸੀਂ ਇੰਟਰਵਿਊ ਦੇ ਵਿੱਚ ਕਿ ਇਹਨੇ ਫਲਾਣੇ ਨੇ ਆਹ ਗੱਡੀ ਲੈ ਲਈ, ਇਹ ਹਾਲੀਵੁੱਡ ਬਾਲੀਵੁੱਡ 'ਚ ਪਹੁੰਚ ਗਿਆ, ਠੀਕ ਹੈ ਨਾ। ਤੇ ਇਹਨੇ ਆਹ ਗੱਡੀ ਲੈ ਲਈ, ਯਾਰ ਮੇਰੇ ਤੋਂ ਆਪ ਨਾ ਭਾਜੀ ਇਹ ਗੱਲਾਂ ਨਹੀਂ ਹੁੰਦੀਆਂ। ਅੱਜ ਮੈਂ ਜੈਜੀ ਵੀ ਨੂੰ ਜੇ ਗੀਤ ਦਿੱਤਾ, ਜੱਟ ਮੌਜਾਂ ਕਰਦਾ, ਜਾਂ ਸਲੀਮ ਨੂੰ ਦਿੱਤਾ, ਮੈਂ ਇਹੀ ਸੋਚੀ ਜਾਵਾਂ ਜੈਜੀ ਤਾਂ ਹਮਰ ਲਈ ਫਿਰਦਾ, ਮੇਰੇ ਕਿਉਂ ਨਹੀਂ ਬਈ, ਮੇਰੇ ਤੋਂ ਵੀ ਆਹ ਚਾਹੀਦੀ ਆ। ਭਾਜੀ ਹਰ ਬੰਦੇ ਦਾ ਆਪੋ ਆਪਣੇ ਭਾਗ ਆ। ਜੈਜੀ ਦੇ ਆਪਣੇ ਕਰਮ ਆ, ਗਿੱਪੀ ਦੇ ਆਪਣੇ, ਦਲਜੀਤ ਦੇ ਆਪਣੇ ਕਰਮ ਆ, ਅਮਰਿੰਦਰ, ਅਸੀਂ ਸਮਕਾਲੀ ਆ ਸਾਰੇ, ਉਹਨਾਂ ਦੇ ਆਪੋ ਆਪਣੇ ਕਰਮ ਆ। ਉਹਨਾਂ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ, ਉਹਨਾਂ ਦੇ ਬਹੁਤ ਵੱਡੇ ਬੰਗਲੇ ਵੀ ਆ, ਉਹਨਾਂ ਨੇ ਫਲੈਟ ਵੀ ਲਏ ਆ, ਠੀਕ ਹੈ ਜੀ। ਤੇ ਮੈਂ ਉਹਨਾਂ ਨੂੰ ਦੇਖ ਕੇ ਝੂਰਾਂ ਜਾਂ ਸੜਾਂ, ਯਾਰ ਕਿਉਂ ਸੜਾਂ? ਬਾਬਾ ਨਾਨਕ ਸਭ ਤੇ, ਉਹਨਾਂ ਦੇ ਪਿੱਛੇ ਮਿਹਨਤ ਵੀ ਆ ਉਹਨਾਂ ਦੀ, ਸਿੱਧੇ ਤੌਰ ਤੇ ਕਹਿ ਸਕਦੇ। ਬਾਬਾ ਨਾਨਕ ਸਭ ਤੇ ਮਿਹਰ ਕਰੇ ਸੱਚੇ ਪਾਤਸ਼ਾਹ। ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣਾ ਕਿ ਮੈਂ ਹਰ ਵੇਲੇ ਸ਼ੁਕਰ ਕਰਦਾ ਬਾਬੇ ਨਾਨਕ ਦਾ ਕਿ ਮੇਰੀ ਔਕਾਤ ਹੀ ਨਹੀਂ ਸੀ ਯਾਰ। ਮੈਂ ਖੱਤਿਆਂ ਦੇ ਵਿੱਚ ਨੱਕੇ ਮੋੜਨ ਵਾਲੇ ਕਿਸਾਨ ਦਾ ਪੁੱਤ, ਮੈਂ ਪੂਰੀ ਦੁਨੀਆ ਘੁੰਮ ਲਈ ਆ ਯਾਰ। ਬਾਬੇ ਨਾਨਕ ਨੇ ਮੈਨੂੰ ਦਿੱਤਾ, ਬਹੁਤ ਕੁਝ ਦਿੱਤਾ। ਮੈਂ ਕਿਉਂ ਯਾਰ ਕਿਸੇ ਨਾਲ ਈਰਖਾ ਕਰਾਂ? ਮੇਰੇ ਕੋਲ ਵੀ ਜੋ ਕੁਛ ਹੈਗਾ ਬਹੁਤ। ਕਈ ਮੇਰੇ ਸਮਕਾਲੀ ਕਲਾਕਾਰ ਸੀਗੇ, ਉਹ ਮੇਰੇ ਤੋਂ ਵੀ ਵਿਚਾਰੇ ਥੱਲੇ ਰਹਿ ਗਏ ਆ, ਠੀਕ ਹੈ ਨਾ। ਕਈ ਮੇਰੇ ਸਮਕਾਲੀ ਕਲਾਕਾਰ ਸੀ, ਉਹ ਮੇਰੇ ਤੋਂ ਬਹੁਤ ਉੱਤੇ ਨਿਕਲ ਗਿਆ। ਮੈਂ ਕਿਉਂ ਜੈਲਸੀ ਕਿਸੇ ਨਾਲ ਕਰਾਂ? ਇਹ ਕਰਮ ਨਹੀਂ। ਤੁਸੀਂ ਵਾਹਿਗੁਰੂ ਤੋਂ ਡਰੋ, ਸੱਚੇ ਪਾਤਸ਼ਾਹ ਤੋਂ, ਆਪਣਾ ਕਰਮ ਕਰੋ, ਹੱਕ ਹਲਾਲ ਦੀ, ਹੱਕ ਸੱਚ ਦੀ ਰੋਟੀ ਖਾਓ। ਮੈਂ ਫੇਰ ਗੱਲ ਇਹ ਕਹਿਣ ਲੱਗਾ ਮੇਰਾ ਭਰਾ, ਮੈਂ ਸੱਚੀ ਕਹਿੰਦਾ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਸ਼ਹੀਦਾਂ ਨੂੰ ਮੰਨਣ ਵਾਲਾ ਬੰਦਾ ਆ, ਠੀਕ ਹੈ ਨਾ। ਤੇ ਮੈਂ ਸੱਚੀ ਕਹਿੰਦਾ ਹੱਥ ਜੋੜ ਕੇ ਵੀ ਮੈਂ ਕਦੀ ਆਪਣੀ ਲਾਈਫ ਦੇ ਵਿੱਚ ਕਦੀ ਕਿਸੇ ਦਾ ਦਿਲ ਨਹੀਂ ਦਿਖਾਇਆ, ਕਦੀ ਵੀ ਮੈਂ ਪਹਿਲ ਨਹੀਂ ਕੀਤੀ। ਪਰ ਮੈਂ ਸ਼ਹੀਦਾਂ ਨੂੰ ਮੰਨਣ ਵਾਲਾ ਬੰਦਾ, ਮੈਂ ਦੂਜ ਕਦੀ ਛੱਡੀ ਨਹੀਂ ਤੇ ਨਾ ਮੈਂ ਛੱਡਣੀ ਆ। ਮੈਂ ਨਾ ਇਹ ਸਵਾਲ ਕਰਨਾ ਨਹੀਂ ਚਾਹੁੰਦਾ ਸੀ, ਪਰ ਜਿਸ ਤਰੀਕੇ ਦੀਆਂ ਤੁਸੀਂ ਗੱਲਾਂ ਕੀਤੀਆਂ, ਜਜ਼ਬਾ ਦਿਖਾਇਆ ਜਿਸ ਤਰੀਕੇ ਦਾ, ਮੈਨੂੰ ਲੱਗਾ ਕਿ ਇਹ ਕਲੀਅਰ ਹੋਣਾ ਚਾਹੀਦਾ ਕਿ ਜੇ ਏਡੀਆਂ ਕ੍ਰਾਂਤੀਕਾਰੀ ਗੱਲਾਂ ਹੋ ਰਹੀਆਂ ਤੇ ਜੇ ਆਹ ਕੁਝ ਪਹਿਲੂ ਵੀ ਨਿਕਲ ਕੇ ਸਾਹਮਣੇ ਆਉਂਦੇ ਤੇ ਉਹਨਾਂ ਦਾ ਸਪਸ਼ਟੀਕਰਨ ਵੀ ਹੋਣਾ ਚਾਹੀਦਾ, ਨਾਲ ਹੀ ਹੋ ਜਾਵੇ ਤੇ ਜ਼ਿਆਦਾ ਬਿਹਤਰ ਹੁੰਦਾ ਆ। ਜਦੋਂ ਆ ਗੀਤਾਂ ਦੀ ਗੱਲ ਕਰਦੇ ਆ, ਤੁਸੀਂ ਗੀਤਕਾਰ ਵੀ ਹੋ, ਇਹ ਤੁਹਾਨੂੰ ਲੱਗਦਾ ਆ, ਕਿਉਂਕਿ ਬਹੁਤ ਸਾਰੇ ਗੀਤਕਾਰਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਨਾ ਤਾਂ ਉਹਨਾਂ ਕ੍ਰੈਡਿਟ ਮਿਲਦਾ ਆ ਜਿੰਨੀ ਅਸੀਂ ਮਿਹਨਤ ਕੀਤੀ ਹੁੰਦੀ ਹੈ, ਕਿਉਂਕਿ ਗੀਤਕਾਰ ਨੂੰ ਪਤਾ ਹੁੰਦਾ ਕਿ ਕਿਸੇ ਗੀਤ ਨੂੰ ਪੈਦਾ ਕਰਨਾ ਆ ਨਾ, ਤੇ ਉਹ ਬੱਚੇ ਨੂੰ ਜਨਮ ਦੇਣ ਵਾਲੀ ਪੀੜ ਹੰਢਾਉਣ ਵਾਲਾ ਕਈ ਵਾਰੀ ਸਿਲਸਿਲਾ ਹੋ ਜਾਂਦਾ। ਕੁਝ ਗੀਤਾਂ ਨੂੰ ਰਚਣ ਲੱਗਿਆ, ਉਹਨਾਂ ਨੂੰ ਹੋਂਦ ਦੇ ਵਿੱਚ ਲਿਆਉਣ ਲੱਗਿਆ, ਬੜੇ ਖੱਜਲ ਖੁਆਰੀਆਂ ਝੱਲਣੀਆਂ ਪੈਂਦੀਆਂ ਨਾ, ਤੇ ਉਹਨੂੰ ਉਹਦਾ ਇਵਜ਼ਾਨਾ ਵੀ ਨਹੀਂ ਪੂਰਾ ਮਿਲਦਾ ਤੇ ਨਾਮ ਵੀ ਨਹੀਂ ਪੂਰਾ ਮਿਲਦਾ। ਇਦਾਂ ਦੀ ਗੀਤਕਾਰਾਂ ਦੀ ਸ਼ਿਕਾਇਤ ਰਹਿੰਦੀ ਹੈ। ਦੇਖੋ, ਮੈਂ ਗੀਤਕਾਰ ਹੋਣ ਦੇ ਬਾਵਜੂਦ ਮੈਂ ਗੀਤਕਾਰਾਂ ਦੇ ਹੱਕ ਦੇ ਵਿੱਚ ਆ ਜੀ। ਮੈਂ ਠੀਕ ਹੈ, ਜਿਹੜਾ ਜੱਜੀ ਜਾਂ ਸਲੀਮ ਹੋਣਾ ਜਿਹਨਾਂ ਨੂੰ ਵੀ ਗੀਤ ਦਿੱਤੇ, ਮੇਰੀ ਯਾਰੀ ਦੋਸਤੀ ਦਿੱਤੇ, ਮੈਂ ਨਹੀਂ ਵੇਚੇ, ਉਹ ਵੱਖਰੀ ਗੱਲ ਆ। ਪਰ ਮੈਂ ਗੀਤਕਾਰਾਂ ਦਾ ਮਿਹਨਤਨਾਮਾ ਗੀਤਕਾਰਾਂ ਨੂੰ ਮਿਲਣਾ ਚਾਹੀਦਾ, ਔਰ ਪੂਰਾ ਉਹਨਾਂ ਦਾ ਆਦਰ ਸਤਿਕਾਰ ਮਾਣ ਹੋਣਾ ਚਾਹੀਦਾ। ਪਰ ਗੀਤਕਾਰਾਂ ਨੂੰ ਵੀ ਇਹ ਚਾਹੀਦਾ ਆ ਕਿ ਜਦੋਂ ਤੁਸੀਂ ਕਿਸੇ ਨੂੰ ਗੀਤ ਦਿੰਦੇ ਹੋ, ਉਹਨਾਂ ਕਲੀਅਰ ਕੱਟ ਗੱਲ ਕਰ ਲਓ ਯਾਰ ਜੀ, ਕਲਾਕਾਰ ਨਾਲ
ਦੇਖੋ ਬਾਅਦ ਵਿੱਚ ਕਿਸੇ ਨੂੰ ਦੋਸ਼ੀ ਠਹਿਰਾਉਣ ਲਈ ਤੁਹਾਡੀ ਚੀਜ਼ ਆ ਤੁਹਾਡੇ ਹੱਥ 'ਚ ਆ, ਤੁਸੀਂ ਤੁਹਾਨੂੰ ਪਸੰਦ ਆ, ਜੇ ਤੈਨੂੰ ਪਸੰਦ ਆ ਮਿੱਤਰਾ ਮੈਂ ਇੰਨੇ ਦੀ ਦੇਣੀ ਆ, ਤੂੰ ਲੈਣੀ ਆ ਤਾਂ ਲੈ ਲੈ, ਨਹੀਂ ਤਾਂ ਤੇਰੀ ਮਰਜ਼ੀ ਜੀ। ਆਪਾਂ ਦੋਸ਼ੀ ਬਾਅਦ ਵਿੱਚ ਕਿਸੇ ਨੂੰ ਕਿਉਂ ਠਹਿਰਾਈਏ ਯਾਰ, ਸਮਝਦੇ ਹੋ ਗੱਲ? ਤੁਹਾਡੀ ਆ ਚੀਜ਼ ਆ, ਤੁਹਾਨੂੰ ਪਸੰਦ ਆ, ਮੇਰੀ ਚੀਜ਼ ਆ ਤੁਹਾਨੂੰ ਪਸੰਦ ਆ, ਤੁਸੀਂ ਕਹਿੰਦੇ ਮੈਂ ਲੈਣੀ ਆ, ਮੈਂ ਆਪਣਾ ਦੱਸੂਗਾ ਯਾਰ ਮੈਨੂੰ ਆਹ ਚਾਹੀਦਾ, ਜੇ ਤੂੰ ਇਹ ਲੈਣੀ ਹੈ ਚੀਜ਼ ਤਾਂ ਮੈਨੂੰ ਆਹ ਦੇ ਦੇ ਤੇ ਠੀਕ ਹੈ, ਨਹੀਂ ਤਾਂ ਤੇਰੀ ਮਰਜ਼ੀ, ਮੈਂ ਕਿਸੇ ਹੋਰ ਨੂੰ ਦੇ ਦੂੰਗਾ, ਠੀਕ ਹੈ ਨਾ। ਮਤਲਬ ਇਹ ਚੀਜ਼ ਨਹੀਂ ਚਾਹੀਦੀ, ਮਿਹਨਤਨਾਮਾ ਹਰੇਕ ਦਾ ਮਿਲਣਾ ਚਾਹੀਦਾ, ਠੀਕ ਹੈ ਨਾ। ਬਾਕੀ ਗੱਲ ਰਹਿ ਗਈ ਆ ਮੈਂ ਫਿਰ ਉੱਥੇ ਆਉਣ ਲੱਗਾ ਕਿ ਮੈਨੂੰ ਬਹੁਤ ਕਈਆਂ ਨੇ ਕਿਹਾ ਯਾਰ ਇਹ ਤਾਂ ਇਦਾਂ ਆ, ਇਹਨੇ ਉਹਦੇ ਮਾਰਤੀ, ਉਹਦੇ ਵਿੱਚ ਉਹ ਗਰੀਬ ਬੰਦੇ ਦੇ ਚਪੇੜ ਮਾਰਤੀ, ਉਹਦੇ ਵਿੱਚ ਫਲਾਨਾ ਹੋ ਗਿਆ, ਧਮਕੜਾ ਹੋ ਗਿਆ, ਠੀਕ ਹੈ ਯਾਰ। ਗੱਲ ਇੱਥੇ ਗਰੀਬੀ ਅਮੀਰੀ ਦੀ ਨਹੀਂ ਯਾਰ, ਮੈਂ ਤਾਂ ਆਪ ਗਰੀਬ ਆ, ਮੈਂ ਹਜੇ ਤੱਕ ਗਰੀਬ ਆ, ਮੈਂ ਤਾਂ ਕਦੀ ਆਪਣੇ ਆਪ ਨੂੰ ਸ਼ੋਅ ਹੀ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ, ਮੈਂ ਤਾਂ ਗਰੀਬ ਆ, ਗਰੀਬ ਬਣ ਕੇ ਰਿਹਾ ਔਰ ਗਰੀਬ ਆ, ਠੀਕ ਹੈ ਨਾ। ਹਾਂ, ਬੰਦਾ ਗਰੀਬ ਬਣ ਕੇ ਜੋ ਨਜ਼ਾਰੇ ਲੈਂਦਾ ਹੈ ਨਾ, ਉਹ ਅਮੀਰੀ 'ਚ ਨਹੀਂ ਗੇ ਮਿੱਤਰਾ, ਠੀਕ ਹੈ ਨਾ। ਮੈਂ ਅੱਜ ਵੀ ਖੱਤਿਆਂ ਨਾਲ ਜੁੜਿਆ ਹੋਇਆ, ਮੈਂ ਅੱਜ ਵੀ ਹਵੇਲੀ ਦੇ ਵਿੱਚ ਬਹਿਨਾ। ਹੁਣ ਸੁਣੋ, ਮੇਰੀ ਹਵੇਲੀ ਦੇ ਵਿੱਚ ਮੈਂ ਪਿਛਲੇ ਸਾਲ 2 ਬਈਏ ਲਾਤੇ, ਚੜਾ ਬਣਾਉਣਾ ਸੀ ਮੈਂ, ਨਿੰਬੂਆਂ ਦਾ ਬੂਟਾ ਬਹੁਤ ਖੂਬਸੂਰਤ, ਜਿਹਨੂੰ ਮੈਂ ਪੁੱਤਾਂ ਵਾਂਗ ਪਾਲਿਆ, ਠੀਕ ਹੈ ਜੀ। 7 ਸਾਲ 8 ਸਾਲ ਲੱਗ ਗਏ ਉਹਨੂੰ। ਉਹ ਨਿੰਬੂਆਂ ਦਾ ਬੂਟਾ ਇਦਾਂ ਦਾ ਕਿ ਉਹ ਟਾਹਣੀ ਨੂੰ ਕੰਡਾ ਹੈ ਨਹੀਂ ਤੇ ਨਿੰਬੂ 'ਚ ਕੋਈ ਵੀ ਹੈ ਨਹੀਂ ਜੀ, ਠੀਕ ਹੈ ਨਾ। 12 ਮਹੀਨੇ ਉਹਨਾਂ ਨੂੰ ਨਿੰਬੂ ਲੱਗਦੇ। ਮੈਂ ਉਹਨਾਂ ਦੀ ਮਿਹਨਤ ਕਰਕੇ ਗਿਆ, ਬੇਨਤੀ, ਮੈਂ ਕਿਹਾ ਯਾਰ ਗੱਲ ਸੁਣ ਲਾ, ਆਹ ਜਗ੍ਹਾ ਇੰਨੀ ਹੈਗੀ ਆ, ਪਰ ਆ ਨਿੰਬੂ ਨੂੰ ਨਾ ਯਾਰ ਕੁਛ ਵੀ ਹੱਥ ਲੱਗੇ, ਤੁਸੀਂ ਇੰਨਾ ਚੜਾ ਬਣਾਉਣਾ, ਠੀਕ ਹੈ ਜੀ। ਭਾਜੀ ਮੈਂ 3 ਵਾਰੀ 4 ਵਾਰੀ ਇਹ ਗੱਲ ਕਹਿ ਕੇ ਗਿਆ, ਮੈਂ ਆ ਗਿਆ। ਮੈਂ ਜਦੋਂ ਆਇਆ ਆ ਕੇ ਦੇਖਿਆ ਨਿੰਬੂ ਟਾਣੇ ਨੂੰ ਲੱਗੇ ਸੀ, 2 ਟਾਣੇ ਸੀ ਇੱਦਾਂ, ਇੱਕ ਟਾਣਾ ਜਿਹੜਾ ਮੇਨ ਸੀ ਉਹਨੇ ਬਈਏ ਨੇ ਵੱਢ ਕੇ ਤੇ ਸਾਈਡ ਤੇ ਰੱਖਿਆ ਭਰਾਵਾ, ਐਡੇ ਐਡੇ ਨਿੰਬੂ ਉਹਨੂੰ ਲੱਗੇ। ਮੇਰਾ ਸਿਰ ਘੁੰਮ ਗਿਆ ਦੇਖ ਕੇ, ਮੈਂ ਕਿਹਾ ਯਾਰ ਮੈਂ ਕਿਹਾ ਪਹਿਲਾਂ ਇੱਥੇ ਗੱਲ ਇਹ ਆ ਵੀ ਇਹ ਵੱਢਿਆ ਤੂੰ ਕਿਹਨੂੰ ਪੁੱਛ ਕੇ ਆ, ਪਹਿਲੀ ਤਾਂ ਇਹ ਆ ਅਸੂਲਨ ਆ ਗਈ ਨਾ ਗੱਲ ਵੀ ਕਿਹਨੂੰ ਪੁੱਛ ਕੇ ਤੂੰ ਵੱਢਿਆ। ਦੂਸਰਾ ਗੱਲ ਫਲ ਉਹਨੂੰ ਲੱਗਾ, ਫਲਦਾਰ ਬੂਟਾ ਆ। ਤੀਸਰੀ ਗੱਲ ਇਹ ਆ ਵੀ ਉਹਨੂੰ ਤਾਂ ਕੰਡਾ ਹੀ ਹੈ ਨਹੀਂ ਯਾਰ ਕੋਈ, ਤੂੰ ਲਿਆ ਕੇ ਦਾਤ ਇਹਨੂੰ ਚੱਕ ਕੇ ਵੱਢ ਕੇ ਪਰੇ ਮਾਰਿਆ, ਠੀਕ ਹੈ ਨਾ। ਮੈਂ ਇਹਨੂੰ ਪੁੱਤਾਂ ਵਾਂਗੂ ਪਾਲਿਆ, ਠੀਕ ਹੈ ਨਾ। ਉੱਥੇ ਗਰੀਬੀ ਅਮੀਰੀ ਨਹੀਂ ਆਉਂਦੀ। ਮੈਂ ਆਪਣੇ ਡਰਾਈਵਰ ਨੂੰ ਕਿਹਾ ਗੇਟ ਦਾ ਲਾ ਦੇ ਕੁੰਡਾ ਤੇ ਗੱਡੀ 'ਚੋਂ ਬੇਸਬਾਲ ਕੱਢ ਕੇ ਫੜਾ ਮੈਨੂੰ, ਠੀਕ ਹੈ ਨਾ। ਤੇ ਮੈਂ ਉੱਥੇ ਲੰਮਾ ਪਾ ਕੇ ਤਾਂ ਮੈਨੂੰ ਉਹਦੇ ਇਸ ਕਰਕੇ ਮੈਂ ਉਹਦੇ ਠੋਕੀਆਂ ਕਿ ਗਾਂਹ ਜਿੱਥੇ ਕੰਮ ਕਰਨ ਜਾਊਗਾ ਕਿਸੇ ਦੇ ਬੂਟੇ ਨੂੰ ਹੱਥ ਨਹੀਂ ਲਾਊਗਾ, ਕਿਸੇ ਦਾ ਬੂਟਾ ਨਹੀਂ ਇਹ ਵੱਢੂਗਾ, ਠੀਕ ਹੈ ਜੀ। ਗੱਲ ਅਮੀਰੀ ਤੇ ਗਰੀਬੀ ਦੀ ਨਹੀਂ ਗੀ, ਗੱਲ ਆ ਅਸੂਲਾਂ ਦੀ, ਠੀਕ ਹੈ ਜੀ। ਮੈਂ ਕੋਈ ਗਲਤੀ ਕਰਦਾ ਜੇ ਮੈਨੂੰ ਸਜ਼ਾ ਨਹੀਂ ਮਿਲਦੀ ਮੈਂ ਗਾਂਹ ਫੇਰ ਕਰੂੰਗਾ, ਠੀਕ ਹੈ ਨਾ। ਗੱਲ ਯਾਰ ਇਹ ਨਹੀਂ ਹੁੰਦੀ। ਗੱਲ ਤੁਸੀਂ ਅਸੂਲਾਂ ਨਾਲ ਜ਼ਿੰਦਗੀ ਕਿਉਂ ਨਹੀਂ ਜੀਂਦੇ? ਅਸੂਲਾਂ ਨਾਲ ਜ਼ਿੰਦਗੀ ਜੀਓ, ਝੂਠ ਦੇ ਸਹਾਰਿਆਂ ਤੇ ਥੋੜ੍ਹਾ ਜ਼ਿੰਦਗੀ ਤੁਸੀਂ ਜੀ ਸਕਦੇ ਹੋ, ਠੀਕ ਹੈ ਨਾ। ਹੁਣ ਮੈਂ ਝੂਠ ਆਰੋਪ ਲਾਈ ਜਾਵਾਂ ਤੁਹਾਡੇ ਤੇ ਲਾਈ ਜਾਵਾਂ ਕੋਈ, ਹੈ ਨਾ, ਬਈ ਤੁਸੀਂ ਇੱਦਾਂ ਕਹਿਤਾ ਜੀ, ਤੁਸੀਂ ਇੱਦਾਂ ਕਹਿਤਾ ਜੀ, ਤੁਸੀਂ ਇੱਦਾਂ, ਉਹ ਸੁਣਨ ਵਾਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਬਈ ਵਾਕਈ ਇੱਦਾਂ ਹੋਈ ਹੋਊਗੀ ਕਿ ਨਹੀਂ। ਉਹ ਥੱਲੇ ਮਿੰਟ ਲਾਉਂਦੇ ਆ, ਥੱਲੇ ਲਿਖਣ ਲੱਗੇ ਇਹ ਫਲਾਨਾ, ਇਹ ਧਮਕੜਾ ਜੈਂਕੜਾ। ਉਹ ਨਹੀਂ ਯਾਰ, ਗੱਲਾਂ ਇੱਕ ਤਰਫਾ ਨਾ ਸੁਣੋ ਕਦੀ ਵੀ, 2 ਤਰਫਾ ਉਸ ਚੀਜ਼ ਨੂੰ ਲੈ ਕੇ ਚੱਲੋ, ਠੀਕ ਹੈ ਜੀ। ਮੇਰਾ ਸਵਾਲ ਕਰਨ ਦਾ ਮਕਸਦ ਇਹੀ ਸੀਗਾ ਕਿਉਂਕਿ ਜਦੋਂ ਉਹ ਗੱਲ ਕਿਸੇ ਨੇ ਸੁਣਨੀ ਸੀਗੀ ਤੇ ਸਾਡੀ ਇਸ ਇੰਟਰਵਿਊ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ, ਜਿਨ੍ਹਾਂ ਨੂੰ ਮੈਂ ਕਹਿੰਦਾ ਕਿ ਕਲਾਕਾਰ ਨਹੀਂ ਕਰਦਾ ਕੋਈ ਛੇਤੀ ਕੀਤੀ ਗੱਲ, ਤੇ ਉਹ ਫਿਰ ਉਹ ਸਾਰਾ ਕੁਝ ਆਉਣਾ ਸੀ ਥੱਲੇ ਕਿ ਆਹ ਕੀਤਾ ਸੀ, ਉਹ ਕੀਤਾ ਸੀ, ਹੁਣ ਇਦਾਂ ਗੱਲਾਂ ਕਰਦਾ, ਉਹ ਸਪਸ਼ਟੀਕਰਨ ਇੱਥੇ ਬਹੁਤ ਲਾਜ਼ਮੀ ਸੀਗਾ। ਤੇ ਹੁਣ ਮੈਨੂੰ ਲੱਗਦਾ ਕਿ ਗੱਲ ਜਿੱਧਰਲੇ ਪਾਸੇ ਨੂੰ ਤੁਰ ਪਈ ਆ, ਉੱਥੋਂ ਥੋੜ੍ਹਾ ਜਿਹਾ ਆਪਾਂ ਵਾਪਸ ਆ ਜਾਈਏ। ਤੇ ਮੇਰੀ ਰੂਹ ਦੇ ਨੇੜੇ ਜਿਹੜਾ ਗੀਤ ਹੈ, ਜਿਹੜਾ ਮੈਨੂੰ ਬੇਹੱਦ ਪਸੰਦ ਹੈ ਤੁਹਾਡੀ ਆਵਾਜ਼ ਦੇ ਵਿੱਚ, ਸੱਚੀ ਸਹੁੰ ਲੱਗੇ, ਉਹ ਸਾਡੇ ਦਰਸ਼ਕਾਂ ਨੂੰ ਵੀ ਤੇ ਮੈਨੂੰ ਵੀ ਸੁਣਾ ਦਿਓ। ਸਾਨੂੰ ਲੱਗਦੀ ਏ ਜਾਨ ਤੋਂ ਪਿਆਰੀ, ਸੋਹਣੀਏ ਨੀ ਸੱਚੀ ਸਹੁੰ ਲੱਗੇ, ਸਾਡੀ ਇਸ਼ਕ ਤੇਰੇ ਨੇ ਮਤ ਮਾਰੀ, ਸੋਹਣੀਏ ਨੀ ਸੱਚੀ ਸਹੁੰ ਲੱਗੇ, ਨੀ ਤੇਰੀ ਸਹੁੰ ਲੱਗੇ। ਕੀ ਬਾਤ ਹੈ, ਬਹੁਤ ਖੂਬ। ਮੇਰਾ ਦਿਲ ਕਰਦਾ ਨਾ ਮੈਂ ਗੱਲਾਂ ਕਰੀ ਚੱਲਾਂ ਕਿਉਂਕਿ ਬਹੁਤ ਵਧੀਆ ਗੱਲਾਂ ਦੀ ਆਮਦ ਤੁਹਾਨੂੰ ਵੀ ਹੋ ਰਹੀ ਹੈ ਤੇ ਮੈਨੂੰ ਆਨੰਦ ਵੀ ਆ ਰਿਹਾ ਸੁਣ ਕੇ, ਤੇ ਮੈਨੂੰ ਲੱਗਦਾ ਕਿ ਸਾਡੇ ਦੇਖਣ ਵਾਲਿਆਂ ਨੂੰ ਵੀ ਆਨੰਦ ਜ਼ਰੂਰ ਆਏਗਾ ਇਹ ਇੰਟਰਵਿਊ ਜਿਹੜੀ ਆ ਉਹ ਦੇਖ ਕੇ। ਮੈਂ ਭਾਜੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਧਰਤੀ ਨਾਲ ਜੁੜਿਆ ਹੋਇਆ ਇੱਕ ਗਰੀਬ ਕਿਸਾਨ ਦਾ ਪੁੱਤ ਆ, ਠੀਕ ਹੈ ਜੀ। ਧਰਤੀ ਨਾਲ ਜੁੜਿਆ ਹੋਇਆ, ਗੁਰੂ ਮਹਾਰਾਜ ਨੂੰ ਮੰਨਣ ਵਾਲਾ, ਠੀਕ ਹੈ ਜੀ। ਡਰਪੋਕ ਬੰਦਾ ਮੈਂ ਦਿਲ ਤੋਂ, ਠੀਕ ਹੈ ਨਾ। ਮੈਂ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਕਦੀ ਵੀ ਜ਼ਿੰਦਗੀ 'ਚ। ਮੇਰੇ ਕੋਲੋਂ ਜੇ ਕੋਈ ਗਲਤੀ ਹੋ ਜਾਏ ਤਾਂ ਮੈਂ ਮਾफ़ੀ ਮੰਗਣ ਦੇ ਵਿੱਚ ਵੀ ਗੁਰੇਜ਼ ਨਹੀਂ ਕਰਦਾ। ਜੇ ਮੇਰੇ ਤੋਂ ਗਲਤੀ ਹੋ ਜਾਏ ਤਾਂ ਮੈਂ ਕਹਿੰਦਾ ਯਾਰ ਮੇਰੇ ਤੋਂ ਗਲਤੀ ਹੋਈ ਆ, ਮੈਂ ਇਨਸਾਨ ਆ, ਮੇਰੇ ਤੋਂ ਗਲਤੀ ਹੋ ਸਕਦੀ ਆ, ਠੀਕ ਹੈ ਜੀ। ਪਰ ਜ਼ਿੰਦਗੀ ਦੇ ਵਿੱਚ ਕਦੀ ਵੀ
ਮੈਂ ਕਹਿਣਾ ਚਾਹੁੰਦਾ ਆਪਣੇ ਇਸ ਸੁਣਨ ਵਾਲੇ ਜਿੰਨੇ ਮੇਰੇ ਭਰਾ ਨੇ ਜਾਂ ਭੈਣਾਂ ਨੇ ਜਾਂ ਜੋ ਵੀ ਆ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਇੱਕ ਪਹਿਲੂ ਨੂੰ ਨਾ ਦੇਖਿਆ ਕਰੋ, ਹਮੇਸ਼ਾ ਦੂਸਰੇ ਪਹਿਲੂ ਨੂੰ ਵੀ ਨਾਲ ਦੇਖੋ। ਠੀਕ ਹੈ ਜੀ। ਦੇਖੋ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਮਾੜੇ ਤੇ ਚੰਗੇ ਲੋਕ ਹਮੇਸ਼ਾ ਤੁਹਾਡੇ ਨਾਲ ਤੁਰੇ ਜਾਂਦੇ ਨੇ, ਜੁੜਦੇ ਰਹਿੰਦੇ ਨੇ। ਠੀਕ ਹੈ ਜੀ। ਮੈਂ ਆਪਣੇ ਬਾਰੇ ਜੇ ਦੱਸਣ ਲੱਗਾ ਕਿ ਮੇਰੀ ਆਪਣੀ ਜਿਹੜੀ ਸੋਚ ਕੀ ਆ ਜਾਂ ਮੇਰਾ ਜਿਹੜੀ ਜ਼ਿੰਦਗੀ ਦਾ ਜਿਹੜਾ ਮੈਂ ਦਸਵੰਧ ਆ ਉਹ ਕਿੱਥੇ ਜਾਂਦਾ ਆ। ਠੀਕ ਹੈ ਜੀ। ਮੈਂ ਕਦੀ ਨਾ ਤੁਹਾਨੂੰ ਸੱਦਿਆ ਚੈਨਲ ਵਾਲਿਆਂ ਨੂੰ ਨਾ ਪੱਤਰਕਾਰਾਂ ਨੂੰ। ਠੀਕ ਹੈ ਜੀ। ਮੇਰੀਆਂ ਦੀਵਾਲੀਆਂ, ਮੇਰੇ ਦੁਸਹਿਰੇ, ਮੇਰੇ ਨਵੇਂ ਸਾਲ, ਮੇਰੀਆਂ ਲੋਹੜੀਆਂ ਮੇਰੇ ਨਾਲ ਇੱਥੇ ਚੱਲ ਜਾਓ, ਇੱਥੇ ਕਿਲੋਮੀਟਰ ਤੇ ਅੰਧ ਬਦਿਆਲੇ ਆ। ਠੀਕ ਹੈ ਨਾ। ਅੰਨੇ ਬੱਚਿਆਂ ਦੇ ਨਾਲ ਹੁੰਦੀਆਂ ਨੇ ਜਾਂ ਪਿੰਗਲਵਾੜੇ ਦੇ ਵਿੱਚ ਹੁੰਦੀਆਂ ਨੇ। ਮੇਰਾ ਦਸਵੰਧ ਉਹਨਾਂ ਲੋਕਾਂ ਲਈ ਜਾਂਦਾ। ਮੈਂ ਇੱਕ ਆਵਾਜ਼ ਮਾਰੂੰਗਾ, ਤੁਸੀਂ ਮੇਰੇ ਨਾਲ ਚਲੋ ਹੁਣ ਇਸ ਚੀਜ਼ ਦਾ ਪ੍ਰਤੱਖ ਲੈ ਲਿਓ ਕਿ ਮੈਂ ਅੰਧ ਵਿਦਿਆਲੇ 'ਚ ਇੱਕ ਆਵਾਜ਼ ਮਾਰਦਾ, ਹੈਲੋ ਕਿੱਦਾਂ, ਹਾਂ ਮੰਗੀ ਭਾਜੀ ਆ ਗਏ। ਮੰਗੀ ਇੰਨੇ ਨੇ ਨਿਆਣੇ ਆ ਜਿਹੜੇ ਨੇਤਰਹੀਨ ਆ, ਅੱਖਾਂ ਨਹੀਂ ਹੈ ਜਿਹਨਾਂ ਦੀਆਂ, ਆ ਕੇ ਚੰਬੜਦੇ ਨੇ, ਜੱਫੀਆਂ ਪਾਉਂਦੇ ਨੇ। ਠੀਕ ਹੈ ਜੀ। ਪਰ ਇਹ ਮੇਰੀ ਆਪਣੀ, ਮੈਂ ਆਪਣੇ ਲਈ, ਮੈਂ ਕਿਸੇ ਲਈ ਨਹੀਂ ਕਰ ਰਿਹਾ, ਨਾ ਮੈਂ ਲੋਕ ਦਿਖਾਵਿਆਂ ਲਈ ਕਰ ਰਿਹਾ ਕਿ ਮੈਂ ਉੱਥੇ ਪੱਤਰਕਾਰ ਸੱਦਾਂ ਜਦੋਂ ਮੈਂ ਉੱਥੇ ਬੈਠਾ ਆ, ਜਾਂ ਮੈਂ ਉੱਥੇ ਫੋਟੋਆਂ ਖਿੱਚਾਂ। ਠੀਕ ਹੈ ਨਾ। ਜਾਂ ਆਪਣੀ ਵਡਿਆਈ ਨਾ, ਇਹ ਬਾਬੇ ਨਾਨਕ ਦੀ ਵਡਿਆਈ ਆ, ਸਤਿਗੁਰ ਸੱਚੇ ਪਾਤਸ਼ਾਹ ਦੀ। ਠੀਕ ਹੈ ਜੀ। ਮੈਂ ਫਿਰ ਉਹ ਕਹਿਣ ਲੱਗਾ ਮੇਰੀ ਇੰਨੀ ਔਕਾਤ ਨਹੀਂ ਸੀ ਜਿੰਨਾ ਮਾਲਕ ਨੇ ਮੈਨੂੰ ਦਿੱਤਾ। ਠੀਕ ਹੈ ਜੀ। ਬਾਕੀ ਗੱਲ ਇੱਕ ਮੈਂ ਹਰ ਇੰਟਰਵਿਊ ਦੇ ਵਿੱਚ ਕਹਿੰਦਾ ਕਿ ਮੈਂ ਮਿੱਤਰਾ ਪਹਿਲ ਨਹੀਂ ਕਦੀ ਜ਼ਿੰਦਗੀ ਦੇ ਵਿੱਚ ਕਰਦਾ, ਪਰ ਮੈਂ ਦੂਜ ਛੱਡਦਾ ਕਦੀ ਨਹੀਂ। ਇਹ ਮੇਰੇ ਸੁਭਾਅ 'ਚ ਆ ਔਰ ਨਾ ਮੈਂ ਛੱਡਣੀ ਆ। ਪਹਿਲ ਤੁਸੀਂ ਕਰਦੇ ਨਹੀਂ ਆ, ਅਸੀਂ ਪਹਿਲ ਕਰ ਦਿੱਤੀ ਹੈ। ਤੇ ਦੂਜ ਜਿਹੜੀ ਹੋਣੀ ਆ ਉਹ ਮੈਂ ਪਹਿਲਾਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਇੱਕ ਸ਼ਾਇਰ ਮੰਗੀ ਮਾਹਲ ਦੇ ਨਾਲ ਜਿਹੜੀ ਅਗਲੀ ਇੰਟਰਵਿਊ ਕਰਨੀ ਹੈ, ਕਿਉਂਕਿ ਮਨ ਮੇਰਾ ਵੀ ਨਹੀਂ ਭਰਿਆ ਤੇ ਮੈਨੂੰ ਲੱਗਦਾ ਕਿ ਗੱਲਾਂ ਸੁਣ ਕੇ ਸਾਡੇ ਦਰਸ਼ਕ ਜਿਹੜੇ ਉਹਨਾਂ ਦਾ ਵੀ ਮਨ ਨਹੀਂ ਭਰਿਆ ਹੋਏਗਾ। ਉਹ ਇੰਟਰਵਿਊ ਦੂਜ ਜਿਹੜੀ ਸਾਡੀ ਪਹਿਲ ਦੂਜ ਹੋਏਗੀ ਉਹ ਇਦਾਂ ਦੀ ਹੋਏਗੀ। ਅਸੀਂ ਦੂਜੀ ਇੰਟਰਵਿਊ ਜ਼ਰੂਰ ਕਰਨੀ ਹੈ। ਮੇਰਾ ਵੀਰ ਪੂਰੀ ਦੁਨੀਆ ਦੇ ਉੱਤੇ ਜਿੰਨੇ ਮੇਰੇ ਦੋਸਤ ਨੇ, ਠੀਕ ਹੈ ਨਾ, ਮੈਂ ਤੁਹਾਨੂੰ ਦੱਸਿਆ ਮੈਂ ਪੈਸਾ ਘੱਟ ਕਮਾਇਆ। ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲ ਜਾਓ, ਕਿਸੇ ਵੀ ਕੰਟਰੀ, ਕਿਸੇ ਵੀ ਦੇਸ਼ ਵਿੱਚ ਚਲ ਜਾਓ, ਤੇ ਮੇਰੇ ਜਿਹੜੇ ਮਿੱਤਰ ਆ ਨਾ ਉਹ ਇਦਾਂ ਕਲਾਵਿਆਂ ਦੇ ਨਾਲ ਆਉਂਦੇ ਆ। ਇੱਦਾਂ ਮੈਂ ਇਹ ਕਮਾਈ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ। ਬਹੁਤ ਬਹੁਤ ਚੰਗਾ ਲੱਗਾ ਗੱਲਾਂ ਕਰਕੇ ਵੀ, ਤੁਹਾਡੀਆਂ ਗੱਲਾਂ ਸੁਣ ਕੇ ਵੀ। ਗੀਤ ਸੁਣ ਕੇ ਤਾਂ ਹਮੇਸ਼ਾ ਚੰਗਾ ਲੱਗਦਾ ਹੀ ਆ ਜਦੋਂ ਵੀ ਤੁਹਾਡਾ ਕੋਈ ਨਵਾਂ ਗੀਤ ਆਉਂਦਾ, ਚਾਹੇ ਉਹ ਤੁਹਾਡੀ ਕਲਮ ਦਾ ਜਾਦੂ ਹੋਵੇ ਜਾਂ ਕਲਮ ਦੇ ਨਾਲ ਆਵਾਜ਼ ਦਾ ਜਾਦੂ ਵੀ ਜਿਹੜਾ ਉਹ ਸ਼ਾਮਲ ਹੋਵੇ। ਅਸੀਂ ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਬਿਹਤਰੀਨ ਗੀਤ ਜਿਹੜੇ ਆ, ਸਮਾਜ ਨੂੰ ਸੇਧ ਦੇਣ ਵਾਲੇ ਗੀਤ, ਕੁਝ ਇਹੋ ਜਿਹਾ ਜਿਹੜਾ ਨੌਜਵਾਨ ਪੀੜ੍ਹੀ ਨੂੰ ਜਿਹੜਾ ਉਹ ਸਹੀ ਪਾਸੇ ਲਿਜਾ ਸਕੇ। ਕਿਉਂਕਿ ਮੈਂ ਇੱਕ ਸਤਰ ਜਿਹੜਾ ਅਕਸਰ ਪੜ੍ਹਦਾ ਵੀ ਹੁੰਦਾ ਤੇ ਬੋਲਦਾ ਵੀ ਹੁੰਦਾ, ਮੈਨੂੰ ਲੱਗਦਾ ਹੁੰਦਾ ਕਿ ਸਹੀ ਮਾਇਨੇ ਦੇ ਵਿੱਚ ਇਹ ਹੋਣਾ ਚਾਹੀਦਾ। ਕਿਉਂਕਿ ਲੈਨਿਨ ਸੀਗਾ ਇੱਕ ਰਸ਼ੀਅਨ ਲੇਖਕ, ਉਹਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਨੌਜਵਾਨਾਂ ਦੀ ਜ਼ੁਬਾਨ ਦੇ ਉੱਤੇ ਮੈਨੂੰ ਇੱਕ ਵਾਰੀ ਗੀਤ ਦੱਸ ਦਿਓ ਕਿਹੋ ਜਿਹੇ ਬੋਲਦੇ ਨੇ, ਗਾਏ ਜਾਂਦੇ ਨੇ, ਮੈਂ ਤੁਹਾਨੂੰ ਤੁਹਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਦੱਸ ਦਾਂਗਾ। ਸਾਡੇ ਨੌਜਵਾਨਾਂ ਦੇ ਬੋਲਾਂ ਦੇ ਉੱਤੇ ਇਸ ਵੇਲੇ ਜਿਹੜੇ ਗੀਤ ਹੈ ਉਹ ਕਿਹੋ ਜਿਹਾ ਭਵਿੱਖ ਸਾਡੇ ਪੰਜਾਬ ਦਾ ਹੋਏਗਾ, ਉਹਦਾ ਅੰਦਾਜ਼ਾ ਤੁਸੀਂ ਸਹਿਜੇ ਲਗਾ ਸਕਦੇ ਹੋ। ਉਮੀਦ ਅਸੀਂ ਹਮੇਸ਼ਾ ਬਿਹਤਰ ਦੀ ਕਰਦੇ ਹਾਂ, ਕਿਉਂਕਿ ਚੰਗਿਆਈ ਦਾ ਬੀਜ ਕਦੇ ਨਾਸ ਨਹੀਂ ਹੁੰਦਾ। ਮੰਗੀ ਮਾਲ ਜੀ ਬਹੁਤ ਬਹੁਤ ਸ਼ੁਕਰੀਆ। ਜੇ ਤੁਹਾਨੂੰ ਲੱਗਾ ਕਿ ਮੈਂ ਕੋਈ ਸਵਾਲ ਨਹੀਂ ਪੁੱਛਿਆ, ਤੁਸੀਂ ਗੱਲ ਉਹ ਕਹਿਣੀ ਜ਼ਰੂਰ ਸੀ, ਜਾਂਦੇ ਜਾਂਦੇ ਉਹ ਕਹਿ ਸਕਦੇ ਤੁਸੀਂ। ਨਹੀਂ, ਬਹੁਤ ਮਿਹਰਬਾਨੀ ਤੁਹਾਡੀ। ਟੀਵੀ ਪੰਜਾਬ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ, ਮੇਰੇ ਵੱਡਿਆਂ ਬਜ਼ੁਰਗਾਂ ਨੂੰ, ਮੇਰੇ ਹਾਣੀਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਸਭ ਨੂੰ ਪਿਆਰ ਭਰੀ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਹੈ ਜੀ। ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਇੰਨਾ ਸਫ਼ਰ ਜਿਹੜਾ ਜ਼ਿੰਦਗੀ ਦਾ ਮੈਨੂੰ ਗਾਉਣ ਦਾ ਜਿਹੜਾ ਮੌਕਾ ਦਿੱਤਾ। ਠੀਕ ਹੈ ਜੀ। ਸੋ ਮੈਂ ਸਭ ਦੇ ਮੋਹਰੇ ਸਭ ਲਈ ਅਰਦਾਸ ਕਰਦਾ, ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ, ਪ੍ਰਦੇਸੀਆਂ ਨੂੰ, ਕਿਉਂਕਿ ਤੁਹਾਡੇ ਕਰਕੇ ਪੰਜਾਬ ਵਸਦਾ, ਪੰਜਾਬੀਓ ਤੁਸੀਂ ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ। ਔਰ ਇਸ ਦੇ ਨਾਲ ਹੀ ਆਪਣੇ ਜਸਵੀਰ ਤੇ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ ਵੀ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ।